ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਸ਼ੈਰੀ ਦ ਮਾਰਨਿੰਗ ਸ਼ੋਅ ਦੇ ਵਿੱਚ ਜਿਨ੍ਹਾਂ ਦੀ ਸਵੇਰ ਸਾਡੇ ਨਾਲ ਸੋਹਣੀ ਜੀ ਚੜੀ ਹੈ ਉਹਨਾਂ ਨੂੰ ਗੁੱਡ ਮਾਰਨਿੰਗ ਜੀ। ਉਮੀਦ ਕਰਦੇ ਹਾਂ ਸਾਰੇ ਜਣੇ ਬਿਲਕੁਲ ਠੀਕ ਠਾਕ ਹੋਵੋਗੇ। ਵੈਸੇ ਮੌਸਮ ਸੋਹਣਾ ਮੰਨਿਆ ਜਾ ਰਿਹਾ, ਠੰਡਾ ਮੌਸਮ ਹੈ, ਪਰ ਇਹ ਬਦਲਦਾ ਮੌਸਮ ਜਿਹੜਾ ਹੈ ਥੋੜਾ ਸਿਹਤ ਲਈ ਵੀ ਜਿਹੜਾ ਹੈ ਉਹ ਹਾਨੀਕਾਰਕ ਹੋ ਸਕਦਾ ਹੈ। ਸੋ ਸਾਰੇ ਜਣੇ ਇਹਨਾਂ ਦਿਨਾਂ ਦੇ ਵਿੱਚ ਆਪਣਾ ਖਿਆਲ ਜ਼ਰੂਰ ਰੱਖੋ। ਸਪੈਸ਼ਲੀ ਕੋਵਿਡ ਦੇ ਡੈਲਟਾ ਵੇਰੀਐਂਟ ਦੇ ਮਾਮਲੇ ਜਿਸ ਤਰੀਕੇ ਨਾਲ ਵੱਧ ਰਹੇ ਨੇ, ਇਹਨਾਂ ਦਿਨਾਂ ਦੇ ਵਿੱਚ ਫਿਰ ਤੋਂ ਮਾਸਕ ਪਾਉਣ ਦੀ ਜਿਹੜੀ ਹੈ ਉਹ ਗੱਲ ਕਹੀ ਜਾ ਰਹੀ ਹੈ ਵੀ ਮਾਸਕ ਹੋਣਾ ਹੈ ਉਹ ਜ਼ਰੂਰੀ ਹੋ ਚੁੱਕੇ ਨੇ, ਪਾਉਣੇ ਪੈਣਗੇ। ਹਾਲਾਂਕਿ ਪਹਿਲਾਂ ਕੇਸ ਘਟੇ ਸੀ ਤਾਂ ਮਾਸਕ ਜਿਹੜੇ ਸਾਡੇ ਫੇਸ ਤੋਂ ਉੱਤਰ ਚੁੱਕੇ ਸੀ, ਪਰ ਹੁਣ ਫਿਰ ਪਾਉਣੇ ਪੈਣਗੇ। ਸੋ ਕੋਸ਼ਿਸ਼ ਕਰੋ ਜਿਨ੍ਹਾਂ ਲੋਕਾਂ ਨੇ ਵੈਕਸੀਨ ਜਿਹੜੀ ਨਹੀਂ ਲਈ ਹੈ ਉਹਨਾਂ ਨੂੰ ਵੈਕਸੀਨ ਵੀ ਲੈਣੀ ਪੈਣੀ ਹੈ, ਕਿਉਂਕਿ ਇਹ ਹੁਣ ਤੱਕ ਦੀ ਸਟੱਡੀ ਦੇ ਮੁਤਾਬਕ ਜਿੰਨੇ ਕੇਸਿਸ ਸਾਹਮਣੇ ਆਏ ਆ ਜਿਨ੍ਹਾਂ ਦੀ ਵੈਕਸੀਨੇਸ਼ਨ ਕੰਪਲੀਟ ਹੋ ਚੁੱਕੀ ਹੋਈ ਹੈ, ਉਹਨਾਂ ਨੂੰ ਜਿਹੜਾ ਕੋਵਿਡ ਦਾ ਹੈ ਉਹ ਕਾਫੀ ਘੱਟ ਖਤਰਾ ਮੰਨਿਆ ਜਾ ਰਿਹਾ। ਉਹਨਾਂ ਨੂੰ ਕੋਵਿਡ ਨਹੀਂ ਹੋ ਰਿਹਾ, ਜੇ ਹੋ ਵੀ ਰਿਹਾ ਤਾਂ ਬਹੁਤ ਮਾਈਨਰ ਜਿਹਾ ਹੀ ਉਹਨਾਂ ਨੂੰ ਹੋ ਰਿਹਾ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋ ਰਹੀ। ਸੋ ਕੋਸ਼ਿਸ਼ ਕਰੋ ਕਿ ਵੈਕਸੀਨੇਸ਼ਨ ਜਿਨ੍ਹਾਂ ਨੇ ਅਜੇ ਨਹੀਂ ਲਗਾਉਣ ਬਾਰੇ ਸੋਚਿਆ ਉਹ ਇਸ 'ਤੇ ਸੋਚ ਵਿਚਾਰ ਕਰੋ ਤੇ ਵੈਕਸੀਨ ਜਿਹੜੀ ਹੈ ਜ਼ਰੂਰ ਲਗਾਓ। ਔਰ ਬਾਕੀ ਕਾਰੋਬਾਰੀ ਜਿਹੜੇ ਨੇ ਉਹਨਾਂ ਲਈ ਦੱਸ ਦਈਏ ਕਿ ਵੈਕਸੀਨ ਪਾਸਪੋਰਟ ਨੂੰ ਲੈ ਕੇ ਉਹ ਚਿੰਤਾ ਦੇ ਵਿੱਚ ਨੇ। ਵੈਕਸੀਨ ਪਾਸਪੋਰਟ ਕਿਵੇਂ ਦਾ ਹੋਏਗਾ, ਕਿਵੇਂ ਇੰਪਲੀਮੈਂਟ ਹੋਏਗਾ, ਕੀ ਕੁਝ ਉਹਦੇ ਵਿੱਚ ਹੋਏਗਾ। ਕੁਝ ਕਾਰੋਬਾਰੀ ਉਸ ਨੂੰ ਲੈ ਕੇ ਥੋੜਾ ਟੈਨਸ਼ਨ ਦੇ ਵਿੱਚ ਨੇ, ਉਹਨਾਂ ਦੀ ਟੈਨਸ਼ਨ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਾਡੇ ਨਾਲ ਸਟੂਡੀਓ ਦੇ ਵਿੱਚ MP ਰਣਦੀਪ ਸਰਾਏ ਜੀ ਜੁੜੇ ਹੋਏ ਨੇ। ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਸਪੈਸ਼ਲੀ ਇਮੀਗ੍ਰੇਸ਼ਨ ਰਿਗਾਰਡਿੰਗ ਬਹੁਤ ਸਾਰੇ ਮੁੱਦੇ ਨੇ, ਕਈ ਫਾਈਲਾਂ ਰੁਕੀਆਂ ਹੋਈਆਂ ਨੇ, ਕਈ ਸਪਾਊਸ ਕੇਸਿਸ ਰੁਕੇ ਹੋਏ ਨੇ, ਕਈ ਲੋਕ ਜਿਹੜੇ ਨੇ ਇਹ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਸੁਸਾਈਡ ਨੋਟ ਤੱਕ ਪਹੁੰਚਣ ਜਾ ਰਹੇ ਨੇ। ਉਹਨਾਂ ਨੂੰ ਲੱਗਦਾ ਵੀ ਕਈਆਂ ਦੇ ਜਿਹੜੇ ਟਵਿੱਟਰ ਦੇ ਅਕਾਊਂਟ ਅਸੀਂ ਇਸ ਤਰੀਕੇ ਦੇ ਚੈੱਕ ਕੀਤੇ ਹੈ ਜਿਨ੍ਹਾਂ ਨੇ ਇਸ ਤਰੀਕੇ ਦੇ ਮੈਸੇजेस ਪਾਏ ਹੋਏ ਸੀ, ਮੇਰਾ ਸਪਾਊਸ ਕੈਨੇਡਾ ਦੇ ਵਿੱਚ ਹੈ, ਮੈਂ ਉਹਦੇ ਕੋਲ ਜਾ ਨਹੀਂ ਰਿਹਾ ਜਾਂ ਜਾ ਨਹੀਂ ਪਾ ਰਹੀ, ਸੋ ਇਸ ਕਰਕੇ ਮੇਰਾ ਮਰਨ ਨੂੰ ਦਿਲ ਕਰਦਾ ਹੈ। ਸੋ ਪਲੀਜ਼ ਇੱਦਾਂ ਦੇ ਖਿਆਲ ਆਪਣੇ ਮਾਈਂਡ ਦੇ ਵਿੱਚੋਂ ਕੱਢ ਦਿਓ। ਇਸ ਮਾਮਲਿਆਂ ਸੰਬੰਧੀ ਅਸੀਂ ਗੱਲਬਾਤ ਜ਼ਰੂਰ ਕਰਾਂਗੇ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇਲੈਕਸ਼ਨ ਦਾ ਮਾਹੌਲ ਹੈ ਜਿਸ ਤਰੀਕੇ ਨਾਲ, ਔਰ ਫੈਡਰਲ ਇਲੈਕਸ਼ਨ ਦੇ ਕਰਕੇ ਜਿਹੜਾ ਗਹਿਮਾ ਗਹਿਮੀ ਚੱਲ ਰਹੀ ਹੈ। ਪਰ ਇਸ ਦੇ ਬਾਵਜੂਦ ਵੱਡੇ ਵੱਡੇ ਐਲਾਨ ਹੋ ਰਹੇ ਨੇ, ਸਾਰੀਆਂ ਪਾਰਟੀਆਂ ਵੱਡੇ ਵੱਡੇ ਐਲਾਨ ਕਰ ਰਹੀਆਂ ਨੇ। ਸੋ ਉਮੀਦ ਕੀਤੀ ਜਾ ਰਹੀ ਹੈ ਕਿ ਇਮੀਗ੍ਰੇਸ਼ਨ ਦੇ ਮਾਮਲਿਆਂ ਦੇ ਵਿੱਚ ਜਿਹੜੀ ਹੈ ਉਹ ਤੇਜ਼ੀ ਜਿਹੜੀ ਜ਼ਰੂਰ ਲਿਆਂਦੀ ਜਾਏਗੀ। ਔਰ ਖਾਸ ਕਰਕੇ ਲਿਬਰਲ ਦੇ ਵੱਲੋਂ ਸਾਡੇ ਨਾਲ ਰਣਦੀਪ ਸਰਾਏ ਜੀ ਅੱਜ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ। ਇਸ ਬਾਬਤ ਇਹਨਾਂ ਨਾਲ ਗੱਲ ਕਰਦੇ ਹਾਂ। ਰਣਦੀਪ ਜੀ, ਬਹੁਤ ਬਹੁਤ ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ। ਗੁੱਡ ਮਾਰਨਿੰਗ ਔਰ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਸਰੋਤਿਆਂ ਨੂੰ ਜੀ। ਰਣਦੀਪ ਜੀ, ਇਹਨਾਂ ਦਿਨਾਂ ਦੇ ਵਿੱਚ ਜ਼ਾਹਿਰ ਜੀ ਗੱਲ ਹੈ ਬਿਜ਼ੀ ਤੁਸੀਂ ਕਾਫੀ ਹੋ, ਕਿਉਂਕਿ ਬਹੁਤ ਥੋੜੇ ਦਿਨ ਹੀ ਰਹਿ ਗਏ ਨੇ ਹੁਣ ਇਲੈਕਸ਼ਨਸ ਦੇ ਵਿੱਚ। ਸੋ ਚੋਣ ਕੈਂਪੇਨ ਕਿਵੇਂ ਚੱਲ ਰਹੀ ਹੈ ਇਹ ਇਸ ਦੇ ਰਿਗਾਰਡਿੰਗ ਅਸੀਂ ਸਾਰੀ ਤੁਹਾਡੇ ਨਾਲ ਗੱਲ ਕਰਾਂਗੇ। ਇਮੀਗ੍ਰੇਸ਼ਨ ਦੇ ਬਹੁਤ ਸਾਰੇ ਟੌਪਿਕ ਨੇ ਜਿਨ੍ਹਾਂ ਦੇ ਉੱਤੇ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ। ਸਭ ਤੋਂ ਪਹਿਲਾਂ ਆਪਾਂ ਕੋਵਿਡ ਦੇ ਮਾਮਲੇ ਦੇ ਉੱਤੇ ਗੱਲ ਕਰ ਰਹੀਏ। ਕੋਵਿਡ ਦੀ ਸਿਚੁਏਸ਼ਨ ਜਿਹੜੀ ਹੈ ਉਹ BC ਦੇ ਵਿੱਚ ਹੁਣ ਕਾਫੀ ਖਰਾਬ ਹੁੰਦੀ ਜਾ ਰਹੀ ਹੈ, ਜਿਸ ਲਈ ਮਾਸਕ ਪਾਉਣੇ ਫਿਰ ਤੋਂ ਲਾਜ਼ਮੀ ਕੀਤੇ ਜਾ ਰਹੇ ਨੇ, ਤੇ ਹੋਰ ਕੀ ਕੁਛ ਇਹਦੇ ਵਾਸਤੇ ਹਦਾਇਤਾਂ ਜਿਹੜੀਆਂ ਨੇ ਜਾਰੀ ਕੀਤੀਆਂ ਜਾ ਰਹੀਆਂ ਨੇ? ਸ਼ੋਰ ਦੇਖੋ, ਸਭ ਤੋਂ ਮੋਸਟ ਇੰਪੋਰਟੈਂਟ ਕਿ ਜਿਹੜੀ ਕੋਵਿਡ ਦੀ ਬਿਮਾਰੀ ਫੈਲ ਰਹੀ ਹੈ ਉਹ ਖਾਸ ਕਰਕੇ ਅਨਵੈਕਸੀਨੇਟਿਡ ਵਿਅਕਤੀਆਂ ਦੇ ਵਿੱਚ ਫੈਲ ਰਹੀ ਹੈ। ਔਰ ਅਨਵੈਕਸੀਨੇਟਿਡ ਵਿਅਕਤੀ ਜਿਹੜੇ ਉਹ ਹੀ ਸਭ ਤੋਂ ਜ਼ਿਆਦਾ 95-98% ਕੇਸ ਜਿਹੜੇ ਹੈਗੇ ਆ ਹਸਪੀਟਲਾਂ ਦੇ ਉਹਨਾਂ ਦੇ ਨਾਲ ਭਰੇ ਹੋਏ ਹੈਗੇ। ਸੋ ਇਹ ਬੇਨਤੀ ਆ, ਮੇਰੇ ਖਿਆਲ ਸਾਰੇ ਪ੍ਰਧਾਨ ਮੰਤਰੀ ਵੀ, ਸਾਡੇ ਆਪਣੇ ਪ੍ਰੀਮੀਅਰ ਸਾਹਿਬ ਵੀ ਸਾਰੇ ਹੱਥ ਜੋੜ ਕੇ ਕਹਿ ਚੁੱਕੇ ਆ ਵੀ ਜ਼ਰੂਰ ਵੈਕਸੀਨ ਕਰਾਓ। ਔਰ ਇਹ ਜਿਹੜਾ BC ਦੇ ਵਿੱਚ ਖਾਸ ਕਰਕੇ ਅੰਡਰ 40 ਜਿਹੜੇ ਹੈਗੇ ਆ, ਯੰਗਰ ਤਬਕਾ ਥੋੜ੍ਹਾ ਜਿਹਾ ਹੈਗਾ, ਜਾਂ ਜਿਹੜੇ ਇੰਟੀਰੀਅਰ ਦੇ ਵਿੱਚ ਰਹਿ ਰਹੇ ਆ, ਉਹ ਕਨਾਗਨ ਦੇ ਵਿੱਚ ਹੈਗੇ ਆ, ਉਹਨਾਂ ਦੇ ਵਿੱਚ ਅਨਵੈਕਸੀਨੇਸ਼ਨ ਜ਼ਿਆਦੀ ਆ। ਇਹਦੇ ਕੰਟਰੋਲ ਕਰਨ ਵਾਸਤੇ ਜਾਂ ਇਹਨੂੰ ਕਹਿ ਲਓ ਹੋਰ ਵੈਕਸੀਨੇਸ਼ਨ ਇਨਕਰੇਜ ਕਰਨ ਵਾਸਤੇ ਤਾਂ ਲੋਕਾਂ ਨੂੰ ਸੇਫ ਰੱਖਣ ਵਾਸਤੇ ਵੈਕਸੀਨ ਪਾਸਪੋਰਟ ਵੀ ਐਲਾਨ ਕੀਤਾ ਗਿਆ, ਜਿਹਦੇ ਵਿੱਚ ਹਰ ਇੱਕ ਵਿਅਕਤੀ ਨੂੰ ਕਿਹਾ ਗਿਆ ਕਿ ਤੁਸੀਂ ਉਹ ਡਾਊਨਲੋਡ ਕਰਿਓ। ਜਦੋਂ ਆਇਆ ਮੇਰੇ ਖਿਆਲ ਆਉਣ ਵਾਲੇ ਦਿਨਾਂ ਦੇ ਵਿੱਚ ਪਾਸਪੋਰਟ ਰਿਲੀਜ਼ ਹੋ ਜਾਊਗਾ, ਉਹ 'ਚ ਤੁਸੀਂ ਅਪਲੋਡ ਆਪਣੇ ਜਿਹੜੇ ਵੈਕਸੀਨੇਸ਼ਨ ਕਾਰਡ ਹੈਗੇ ਉਹ ਕਰ ਲਓ। ਔਰ ਫਿਰ ਤੁਸੀਂ ਜਿਹੜੇ ਕੌਨਸਰਟਸ ਜਾਂ ਰੈਸਟੋਰੈਂਟਸ ਜਾਂ ਈਵਨ ਵਿਆਹ ਸ਼ਾਦੀ ਆਪਣੇ ਗੁਰੂ ਘਰਾਂ ਦੇ ਵਿੱਚ ਜਾਂ ਹਾਲਾਂ ਦੇ ਵਿੱਚ ਉੱਥੇ ਜਾਣ ਵਾਸਤੇ ਤੁਹਾਨੂੰ ਦਿਖਾ ਦੇਣਾ ਪਿਆ ਕਰੂਗਾ ਕਿ ਤੁਸੀਂ ਵੈਕਸੀਨੇਟਡ, ਤਾਂ ਕਿ ਤੁਸੀਂ ਬਾਕੀਆਂ ਨੂੰ ਵੀ ਸੇਫ, ਜਿਹੜਾ ਬਾਕੀ ਵਿਅਕਤੀ ਉੱਥੇ ਆਉਣਗੇ ਉਹਨਾਂ ਨੂੰ ਪਤਾ ਹੋਊਗਾ ਕਿ ਜਿੰਨੇ ਵੀ ਮੇਰਾ ਨਾਲ ਖੱਬੇ ਸੱਜੇ ਬੈਠਾ, ਅੱਗੇ ਪਿੱਛੇ ਬੈਠਾ, ਉਹ ਵੈਕਸੀਨੇਟਡ ਹੈਗਾ, ਮੈਨੂੰ ਕੋਈ ਰਿਸਕ ਨਹੀਂ ਹੈਗਾ, ਔਰ ਐਟਲੀਸਟ ਰਿਸਕ ਘਟਿਆ ਹੈਗਾ। ਇਸੇ ਤਰ੍ਹਾਂ ਮਾਸਕਸ ਦੀ ਮੁੜ ਕੇ ਇਨਡੋਰ ਦੇ ਵਿੱਚ ਪਾਲਿਸੀ ਕੀਤੀ ਗਈ ਆ, ਤਾਂ ਕਿ ਆਪਾਂ ਜਦੋਂ ਵੀ ਅੰਦਰ ਆ ਮਾਸਕ ਜ਼ਰੂਰ ਪਾਉਣੇ। ਜੀ ਰਣਦੀਪ ਜੀ, ਕਈ ਜਿਹੜੇ ਕਾਰੋਬਾਰੀ ਨੇ ਉਹ ਥੋੜੇ ਚਿੰਤਤ ਨੇ ਵੈਕਸੀਨ ਪਾਸਪੋਰਟ ਨੂੰ ਲੈ ਕੇ। ਉਹ ਕਹਿੰਦੇ ਨੇ ਪਤਾ ਨਹੀਂ ਕਿਵੇਂ ਪਾਸਪੋਰਟ ਇਹ ਕੰਮ ਕਰੇਗਾ, ਕੀ ਇਹਦਾ ਕਲਰ ਹੋਏਗਾ ਜਾਂ ਕਿਵੇਂ ਇਹਨੂੰ ਸਮਝਿਆ ਜਾਏਗਾ। ਸੋ ਕੁਝ ਕਾਰੋਬਾਰੀ ਚਿੰਤਾ ਦੇ ਵਿੱਚ ਨੇ, ਕੁਝ ਚਾਹੁੰਦੇ ਨੇ ਕਿ ਜਲਦੀ ਤੋਂ ਜਲਦੀ ਜਿਹੜਾ ਇੰਪਲੀਮੈਂਟ ਹੋ ਜਾਣਾ ਚਾਹੀਦਾ। ਦੇਖੋ, ਇਹ ਆਈ ਥਿੰਕ ਸਾਰੇ ਕਿਉਂਕਿ ਪਹਿਲੀ ਵਾਰੀ ਕਰ ਰਹੇ ਆ, ਪਰ ਆਪਾਂ ਜਿਵੇਂ ਜੇ ਕੋਈ ਬੰਦਾ ਪਬ 'ਚ ਜਾਂਦਾ ਜਾਂ ਨਾਈਟ ਕਲੱਬ ਜਾਂਦਾ ਜਾਂ ਕਸੀਨੋ ਜਾਂਦਾ ਤਾਂ ਵੀ ਆਪਣੀ ID ਦਿਖਾਲਦਾ ਕਿ ਮੈਂ 19 ਸਾਲ ਤੋਂ ਉੱਪਰ ਆ, ਲਿਕਰ ਸਟੋਰ ਜਾਂਦਾ ID ਦਿਖਾਲਦਾ। ਉਹ ਸੇਮ ਚੀਜ਼ ਆ, ਸੇਫਟੀ ਮੰਗਦੇ ਕਿ ਕੋਈ ਬੱਚਾ ਮਾਈਨਰ ਤਾਂ ਨਹੀਂ ਲੈ ਰਿਹਾ, ਸਿਗਰਟ ਕੋ ਲੈਂਦਾ ਉਹ ਕੋਰਨਰ ਸਟੋਰ 'ਚ ਉਹਨੂੰ ID ਦਿਖਾਲਣੀ ਪੈਂਦੀ ਆ ਜੋ 40 ਤੋਂ ਥੱਲੇ ਦੀ ਉਮਰ ਦੇ ਲੱਗਦੇ ਆ। ਇਸੇ ਤਰ੍ਹਾਂ ਇਹ ਵੈਕਸੀਨੇਸ਼ਨ ਵਾਸਤੇ ਜਦੋਂ ਤੁਸੀਂ ਭੀੜ ਸਿਚੁਏਸ਼ਨ ਦੇ ਵਿੱਚ ਹੈਗੇ ਆ
ਲੋਕ ਉੱਥੇ ਤਾਂ ਹੀ ਮੁੜ ਕੇ ਆਉਣ ਲੱਗਣਗੇ ਜੇ ਉਹਨਾਂ ਨੂੰ ਪਤਾ ਕਿ ਉਹ ਬੇਚਿੰਤ ਹੋ ਕੇ ਬੈਠ ਸਕਦੇ ਕਿ ਆਲੇ ਦੁਆਲੇ ਸਾਰੇ ਵੈਕਸੀਨੇਟ ਹੈਗੇ। ਐਟਲੀਸਟ ਉਹਦੇ ਨਾਲ ਸਾਨੂੰ ਪਤਾ ਕਿ ਸੀਵੀਅਰ ਕੇਸਿਸ ਕੋਵਿਡ ਦੇ ਮੁੜ ਕੇ ਨਹੀਂ ਆਉਂਦੇ। ਸੋ ਇਹਦੇ ਕਰਕੇ ਯੈਸ ਪਹਿਲਾਂ ਥੋੜ੍ਹੀ ਜਿਹੀ ਐਪਰੀਹੈਂਸ਼ਨ ਹੁੰਦੀ ਹੈ। ਫੈਡਰਲ ਗਵਰਨਮੈਂਟ ਨੇ ਵੀ ਕਿਹਾ ਕਿ ਉਹ ਰੈਗੂਲੇਟ ਕਰਨਗੇ ਕਿਸੇ ਤਰ੍ਹਾਂ, ਜਿੰਨਾ ਜਦੋਂ ਤੁਸੀਂ ਟਰੈਵਲ ਕਰਦੇ ਆ ਉਹ ਹੁਣ ਦੇ ਉੱਤੇ ਸ਼ਾਇਦ BC ਦਾ ਲੋਗੋ ਲੱਗੂਗਾ, ਕਬੈਕ ਦਾ ਕਬੈਕ ਦਾ ਲੱਗੂਗਾ, ਪਰ ਇੰਟਰਨੈਸ਼ਨਲੀ ਇਹ ਜਿਹੜੇ ਸੂਬਿਆਂ ਦੀ ਨਿਸ਼ਾਨੀਆਂ ਕਈ ਵਾਰੀ ਨਹੀਂ ਇੰਨੀਆਂ ਮਸ਼ਹੂਰ ਹੁੰਦੀਆਂ। ਕੈਨੇਡਾ ਦਾ ਫਲੈਗ ਮੇਪਲ ਲੀਫ ਜਿਹੜਾ ਇਹ ਜ਼ਿਆਦਾ ਦੁਨੀਆ ਦੇ ਵਿੱਚ ਮਸ਼ਹੂਰ ਆ, ਸੋ ਉਹਨੂੰ ਸਟੈਂਡਰਡਾਈਜ਼ ਵੀ ਕਰਨਗੇ ਤਾਂ ਕਿ ਜੇ ਤੁਸੀਂ ਫੋਰਨ ਟਰੈਵਲ ਕਰੋਗੇ ਤੁਸੀਂ ਦਿਖਾ ਸਕਦੇ ਕਿ ਮੇਰੇ ਕੋਲ ਵੈਕਸੀਨੇਸ਼ਨ ਹੈਗੀ ਆ ਵੈਕਸੀਨੇਸ਼ਨ ਜਾਂ ਉਹ ਕੰਟਰੀਆਂ ਨੂੰ ਜੇ ਮਨਜ਼ੂਰ ਆ ਤਾਂ ਤੁਹਾਨੂੰ ਆਗਿਆ ਦੇ ਦੇਣਗੇ। ਜੀ ਬਿਲਕੁਲ। ਰਣਦੀਪ ਜੀ, ਇੱਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਕਿ ਜਿਸ ਤਰੀਕੇ ਨਾਲ ਅਮਰੀਕਾ ਦੇ ਬਾਰਡਰ ਜਿਹੜੇ ਆ ਕੈਨੇਡਾ ਨੇ ਖੋਲ੍ਹ ਦਿੱਤੇ ਸੀ, ਹੁਣ ਅਮਰੀਕਾ ਤੋਂ ਬਹੁਤ ਸਾਰੇ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੇ ਨੇ। ਹਰ ਦਿਨ ਲੋਕਾਂ ਦਾ ਜਿਹੜਾ ਉਹ ਆંકੜੇ ਵੱਧਦੇ ਜਾ ਰਹੇ ਨੇ। ਸੋ ਕਿਤੇ ਨਾ ਕਿਤੇ ਇਹ ਲੱਗਦਾ ਵੀ ਇਹ ਟਰੈਵਲ ਜਿਸ ਤਰੀਕੇ ਨਾਲ ਖੋਲ੍ਹ ਦਿੱਤਾ ਗਿਆ ਅਮਰੀਕਾ ਲਈ ਇੱਕਦਮ ਔਰ ਡਾਇਰੈਕਟ ਲੋਕ ਇੱਥੇ ਆ ਰਹੇ ਨੇ, ਕਿਤੇ ਨਾ ਕਿਤੇ ਉਹ ਵੀ ਰੀਜ਼ਨ ਹੋ ਰਿਹਾ ਵੀ ਕੋਵਿਡ ਦੇ ਮਾਮਲੇ ਜਿਹੜੇ ਵੱਧ ਰਹੇ ਨੇ। ਸੋ ਫਾਰ ਹਜੇ ਤਾਂ ਅਮਰੀਕਨ ਉਹੀ ਆ ਸਕਦਾ ਜਿਹੜਾ ਡਬਲ ਵੈਕਸੀਨੇਟਡ ਹੈਗਾ। ਸੋ ਇਸ ਕਰਕੇ ਸੋ ਫਾਰ ਕੋਈ ਡਾਟਾ ਇਦਾਂ ਦੀ ਨਹੀਂ ਮਿਲੇ ਕਿ ਸਾਨੂੰ ਕੋਈ ਵੇਰੀਐਂਟ ਵੱਧ ਮਿਲ ਰਿਹਾ US ਤੋਂ। ਇਨਫੈਕਟ ਜਿੰਨੇ ਵੀ ਕੇਸਿਸ ਆਪਣੇ ਮਿਲੇ ਆ ਜੇ ਆਪਾਂ ਦੇਖੋ ਤਾਂ ਉਹ ਖਾਸ ਕਰਕੇ ਕਲੋਨਾ ਓਕਨਾਗਨ ਰੀਜਨ 'ਚ ਮਿਲੇ ਆ। ਉਹ ਯੰਗ ਏਜ ਦੇ ਵਾਲੇ ਵਿਅਕਤੀ ਸਾਡੇ ਲੋਕਲੀ ਜਦੋਂ ਪਾਰਟੀ ਕਰਦੇ ਆ ਬੀਚਾਂ ਤੇ ਜਾਂਦੇ ਜਾਂ ਕਲੋਜ਼ ਪ੍ਰੋਕਸੀਮਿਟੀ ਦੇ ਵਿੱਚ ਸ਼ਾਮ ਨੂੰ ਰੈਸਟੋਰੈਂਟ ਜਾਂਦੇ, ਉਹਨਾਂ ਦੇ ਵਿੱਚ ਫੈਲੀ ਆ। ਸੋ ਇਹ ਬਾਹਰੋਂ ਟ੍ਰਾਂਸਮਿਟ ਹੋਈ ਹਜੇ ਨਹੀਂ ਲੱਗਦੀ, ਪਰ ਇਹ ਜਿਹੜੇ ਡਾਕਟਰ ਟੈਮ ਡਾਕਟਰ ਬੋਨੀ ਹੈਨਰੀ ਹੋਣੀ ਇਹ ਉਹਨੂੰ ਐਨਾਲਾਈਜ਼ ਕਰਨਗੇ, ਡਾਟਾ ਦੇਵੇ ਕਿੱਥੋਂ ਆਉਂਦਾ, ਇਹਨਾਂ ਨੂੰ ਪਤਾ ਲੱਗ ਜਾਂਦਾ ਸਟ੍ਰੇਨ ਇਹ ਕਿੱਥੋਂ ਆਉਂਦੀ ਆ। ਜਾਂ ਜਦੋਂ ਕੰਟੈਕਟ ਟ੍ਰੇਸਿੰਗ ਕਰਦੇ ਆ ਵੀ ਕਿਹਨੂੰ ਤੁਸੀਂ ਪਹਿਲਾਂ ਮਿਲੇ ਉਹ ਤੋਂ ਪਹਿਲਾਂ ਕਿਹਨੂੰ ਮਿਲੇ, ਉਸ ਤਰ੍ਹਾਂ ਇਹ ਟਰੈਕ ਕਰ ਲੈਂਦੇ ਹੁੰਦੇ ਆ ਵੀ ਕਿੱਥੋਂ ਆਈ। ਹਜੇ ਤੱਕ ਇੰਡੀਕੇਸ਼ਨ ਨਹੀਂ ਹੋਈ ਕਿ ਅਮਰੀਕਨ ਬਾਰਡਰ ਖੋਲ੍ਹਣ ਦੇ ਨਾਲ ਕੋਈ ਵੱਧ ਵੇਰੀਐਂਟ ਹੋਇਆ ਜਾਂ ਨਹੀਂ ਹੋਇਆ, ਕਿਉਂਕਿ ਹਜੇ ਅਮਰੀਕਨ ਉਹੀ ਆ ਸਕਦਾ ਜਿਹੜਾ ਡਬਲ ਵੈਕਸੀਨ ਉਹ 14 ਦਿਨ ਘੱਟੋ ਘੱਟ ਹੋਏ ਨੂੰ ਹੋਇਆ ਹੋਵੇ। ਸੋ ਇਸ ਕਰਕੇ ਇੱਕ ਕਾਫੀ ਬੈਕ ਸਟਾਪ ਹੈਗਾ ਇਹਦਾ ਜਿੰਨਾ ਅਸੀਂ ਪ੍ਰੀਵੈਂਟ ਕਰ ਸਕਦੇ ਅਮਰੀਕਨ। ਔਰ ਅਮਰੀਕਨ ਦੇ ਜਿਹੜੇ ਟੈਸਟ ਆ ਔਰ ਵੈਕਸੀਨ ਪ੍ਰੂਫ ਆ ਉਹਨੂੰ ਡਬਲ ਚੈੱਕ ਕਰਨਾ ਵਗੈਰਾ ਕਾਫੀ ਈਜ਼ੀ ਹੈ ਕੈਨੇਡਾ ਵਾਸਤੇ ਕਿ ਉਹਨਾਂ ਦਾ ਐਕਸੈਸ ਹੁੰਦੀ ਹੈ ਅਮਰੀਕਨ ਅਥਾਰਟੀਜ਼ ਦੇ ਨਾਲ। ਜੀ ਸੋ ਰਣਦੀਪ ਜੀ, ਹੁਣ 7 ਸਤੰਬਰ ਆਉਣ ਵਾਲੀ ਹੈ, ਦਿਨ ਬਹੁਤ ਥੋੜੇ ਰਹਿ ਗਏ ਨੇ। ਅਜਿਹੇ ਦੇ ਵਿੱਚ ਹੁਣ ਇੰਟਰਨੈਸ਼ਨਲ ਟਰੈਵਲ ਹੈ ਜਿਹੜਾ ਉਹ ਵੀ ਖੁੱਲ੍ਹਣ ਜਾ ਰਿਹਾ। ਬਹੁਤ ਸਾਰੇ ਸਟੂਡੈਂਟਸ ਨੇ ਆਉਣਾ, ਬਹੁਤ ਸਾਰੇ ਜਿਹੜੇ ਲੋਕ ਨੇ ਹੋਰ ਵਰਕ ਪਰਮਿਟ ਇਹ ਬਹੁਤ ਸਾਰੇ ਲੋਕ ਇੱਥੇ ਆਉਣਗੇ। ਔਰ ਨੋ ਡਾਊਟ ਕਿ ਫੁੱਲੀ ਵੈਕਸੀਨੇਸ਼ਨ ਦਾ ਕਿਹਾ ਗਿਆ ਵੀ ਵੈਕਸੀਨੇਸ਼ਨ ਜਿਹਨਾਂ ਦੇ ਲੱਗੀ ਉਹੀ ਐਂਟਰ ਕਰ ਸਕਦੇ ਨੇ। ਬਟ ਤੁਹਾਨੂੰ ਲੱਗਦਾ ਨਹੀਂ ਵੀ ਜਿਵੇਂ ਹੁਣ ਅਸੀਂ ਫਿਰ ਤੋਂ ਕ੍ਰਾਈਸਿਸ ਦੇ ਵਿੱਚ ਜਾ ਰਹੇ ਹਾਂ, ਇੱਥੇ ਫਿਰ ਤੋਂ ਜਿਸ ਤਰੀਕੇ ਨਾਲ ਕੋਵਿਡ ਦੇ ਜਾਂ ਵੈਰੀਐਂਟ ਦੇ ਹੋਰ ਮਾਮਲੇ ਵੱਧ ਰਹੇ ਨੇ, ਅਜਿਹੇ 'ਚ ਇੰਟਰਨੈਸ਼ਨਲ ਟਰੈਵਲ ਜੇ ਸ਼ੁਰੂ ਹੁੰਦਾ ਤਾਂ ਥੋੜ੍ਹਾ ਜਿਹਾ ਨੁਕਸਾਨ ਜਾਂ ਥੋੜ੍ਹੀ ਚਿੰਤਾ ਵਾਲਾ ਵਿਸ਼ਾ ਹੋਰ ਬਣਦਾ ਜਾ ਰਿਹਾ, ਜਿਹਦੇ ਲਈ ਹੋਰ ਸਖਤੀ ਦੇ ਨਾਲ ਜਿਹੜਾ ਉਹ ਕੁਝ ਕਰਨਾ ਪਏਗਾ। ਦੇਖੋ ਅਸੀਂ ਸਾਇੰਟਿਸਟ ਜਿਹੜੇ ਹੈਲਥ ਅਥਾਰਟੀਜ਼ ਆ ਉਹਨਾਂ ਦੇ ਐਵੀਡੈਂਸ ਔਰ ਉਹਨਾਂ ਦੀ ਐਡਵਾਈਸ ਅਨੁਸਾਰ ਹੀ ਜਿੰਨੇ ਵੀ ਇਹ ਸਟੈਪ ਕੀਤੇ ਆ। ਇਹ ਕੋਈ ਕਦੇ ਪੋਲੀਟੀਕਲ ਡਿਸੀਜਨ ਨਹੀਂ, ਇਹਦੇ ਵਿੱਚ ਪ੍ਰਾਈਮ ਮਿਨਿਸਟਰ ਨੇ ਕਾਫੀ ਦਾਅਵੇ ਨਾਲ ਕਿਹਾ ਕਿ ਮੈਂ ਜੋ ਉਹਨਾਂ ਦੀ ਐਡਵਾਈਸ ਆ ਉਹਦੇ ਅਨੁਸਾਰ ਕਰਾਂਗੇ। ਔਰ ਉਹ ਨਹੀਂ ਇਹ ਕਿਹਾ ਕਿ ਹਾਂ ਇਹਦੇ ਮੁਤਾਬਕ ਜਿਹੜਾ ਟੈਸਟ ਉੱਥੇ ਕਰਕੇ ਆਉਂਦਾ ਡਬਲ ਵੈਕਸੀਨੇਟਡ ਆ ਪਲੱਸ 14 ਦਿਨ ਉਹਨੂੰ ਡਬਲ ਵੈਕਸੀਨੇਟ ਹੋਏ ਨੂੰ ਹੋ ਗਿਆ ਹੋਵੇ ਫਿਰ ਆ ਕੇ ਵੀ ਉਹਨੂੰ ਟੈਸਟਿੰਗ ਕਰਨੀ, ਉਹ ਜਿਹੜੇ ਵਿਅਕਤੀ ਆ ਉਹ ਆ ਸਕਦੇ। ਸੋ ਉਹਦੇ ਨਾਲ ਡਬਲ ਟ੍ਰਿਪਲ ਟੈਸਟਿੰਗ ਹੋ ਜਾਂਦੀ ਹੈ। ਇਸ ਕਰਕੇ ਸਾਨੂੰ ਥੋੜ੍ਹਾ ਜਿਹਾ ਉਹਨਾਂ ਤੇ ਯਕੀਨ ਹੈਗਾ ਕਿ ਹੋਪਫੁਲੀ ਡੈਲਟਾ ਵੇਰੀਐਂਟ ਜਾਂ ਕੋਈ ਵੀ ਵੇਰੀਐਂਟ ਉਹਦੇ ਵਿੱਚ ਨਹੀਂ ਆਊਗਾ ਜਦੋਂ ਇਹ ਸਟੈਪ ਜਿਹੜੇ ਕੀਤੇ ਜਾਣਗੇ। ਬਿਲਕੁਲ ਠੀਕ ਹੈ। ਰਣਦੀਪ ਜੀ, ਇਸ ਤੋਂ ਇਲਾਵਾ ਚੋਣ ਹੁਣ ਜਿਵੇਂ ਅਨਾਉਂਸ ਹੋ ਚੁੱਕੀਆਂ ਹੋਈਆਂ ਨੇ, ਕਿਵੇਂ ਚੱਲ ਰਹੀ ਹੈ ਚੋਣ ਕੈਂਪੇਨ, ਕੀ ਕੁਝ ਕਰ ਰਹੇ ਹੋ ਇਸ ਵੇਲੇ ਔਰ ਸਰੀ ਦੇ ਵਿੱਚ ਕਿਵੇਂ ਦੀ ਗਹਿਮਾ ਗਹਿਮੀ ਚੱਲ ਰਹੀ ਹੈ? ਦੇਖੋ ਸਾਡੇ ਕੈਨੇਡੀਅਨ ਜਿਹੜਾ ਕੈਂਪੇਨ ਸਟਾਈਲ ਹੈ ਕਾਫੀ ਗ੍ਰਾਸ ਰੂਟ ਸਟਾਈਲ ਹੈਗਾ। ਡੋਰ ਨਾਕਿੰਗ ਸਭ ਤੋਂ ਮੇਨ ਇੰਪੋਰਟੈਂਟ ਹੈ। ਫੋਨ ਬੈਂਕਿੰਗ ਹੁੰਦੀ ਆ ਕਿ ਲੋਕਾਂ ਨਾਲ ਸੰਪਰਕ ਕਰਨਾ, ਉਹਨਾਂ ਦੇ ਕੀ ਮਸਲੇ ਆ ਔਰ ਕੀ ਉਹਨਾਂ ਦੀ ਵੋਟਰ ਇੰਟੈਂਸ਼ਨ ਹੈਗੀ ਆ, ਉਹ ਬਹੁਤ ਵਧੀਆ ਚੱਲ ਰਹੀ ਆ। ਸਾਡੇ ਆਈ ਥਿੰਕ ਰਿਸਪੌਂਸ ਰੇਟ ਬਹੁਤ ਇਫੈਕਟਿਵ ਆ ਰਾਈਡਿੰਗ ਦੇ ਵਿੱਚ ਔਰ ਉਤਸ਼ਾਹ ਦੇ ਨਾਲ ਲੋਕ ਮਿਲਦੇ ਆ। ਸਾਡੇ ਵੋਲੰਟੀਅਰ ਚਾਹੇ ਚੱਲ ਜਾਣ ਡੋਰ ਤੇ, ਚਾਹੇ ਮੈਂ ਆਪ ਡੋਰ ਤੇ ਚੱਲ ਜਾਵਾਂ, ਉਹ ਸਾਨੂੰ ਅੰਦਰ ਸੱਦਦੇ ਆ, ਸਾਨੂੰ ਚਾਹ ਪਾਣੀ ਦੇ ਸੱਦਦੇ। ਸੋ ਪੰਜਾਬੀ ਦਾ ਖਾਸ ਕਰਕੇ ਭਾਈਚਾਰੇ ਦੇ ਵਿੱਚ ਪਿਆਰ ਮੁਹੱਬਤ ਬਹੁਤ ਵਧੀਆ। ਸੋ ਫਾਰ ਆਈ ਥਿੰਕ ਬਹੁਤ ਵਧੀਆ ਚੱਲ ਰਹੀ ਆ। ਰਿਸਪੌਂਸ ਕਮਿਊਨਿਟੀ ਤੋਂ ਬਹੁਤ ਅੱਛਾ ਹੈਗਾ। ਵੋਲੰਟੀਅਰਸ ਦੀ ਬੜੇ ਧੂਮਧਾਮ ਨਾਲ ਆਪਣੇ ਆਪ ਆਉਂਦੇ ਆ। ਕੋਈ ਜਿਹੜਾ ਪਲਸ ਕਹਿ ਲਓ ਡੋਰ ਸਟੈਪ ਤੇ ਉਹ ਬਹੁਤ ਪੋਜ਼ਿਟਿਵ ਆ।
ਜੀ ਬਿਲਕੁਲ। ਸੋ ਖਾਸ ਕਰਕੇ ਤੁਹਾਡੇ ਹਲਕੇ ਦੇ ਵਿੱਚ ਅਸੀਂ ਖੁਦ ਵੀ ਵਿਜ਼ਿਟ ਕੀਤਾ ਸੀਗਾ, ਉਹਦੇ ਵਿੱਚ ਲੋਕ ਕਾਫੀ ਜ਼ਿਆਦਾ ਜਿਹੜਾ ਨੇ ਵੋਟਿੰਗ ਕਰਨ ਦੇ ਲਈ ਉਤਸ਼ਾਹਿਤ ਵੀ ਦਿਖੇ ਨੇ, ਔਰ ਕੁਝ ਇੱਦਾਂ ਤਾਂ ਲੱਗ ਨਹੀਂ ਰਿਹਾ ਵੀ ਕੋਵਿਡ ਕਰਕੇ ਲੋਕਾਂ ਦੇ ਜ਼ਿਹਨ ਦੇ ਵਿੱਚ ਵੋਟਾਂ ਨੂੰ ਲੈ ਕੇ ਥੋੜ੍ਹੀ ਜਿਹੀ ਕੋਈ ਵੀ ਚਿੰਤਾ ਚੱਲ ਰਹੀ ਹੈ। ਲੋਕ ਕਹਿੰਦੇ ਸੀ ਵੋਟ ਪਾਉਣ ਲਈ ਜ਼ਰੂਰ ਜਾਵਾਂਗੇ, ਪਰ ਫਿਰ ਵੀ ਇਹਦੇ ਵਿੱਚ ਇੱਕ ਵੱਡਾ ਚੈਲੰਜ ਹੈ ਵੋਟਿੰਗ ਕਰਵਾਉਣਾ। ਰਣਦੀਪ ਜੀ, ਜਿਸ ਤਰੀਕੇ ਨਾਲ ਕੋਵਿਡ ਵਗੈਰਾ ਦੇ ਮਾਮਲੇ ਵੱਧ ਰਹੇ ਨੇ, ਉਹਦੇ 'ਚ ਸਰਕਾਰ ਨੂੰ ਵੀ ਇੱਕ ਬਹੁਤ ਵੱਡਾ ਚੈਲੰਜ ਹੋਏਗਾ ਕਿ ਸਹੀ ਤਰੀਕੇ ਨਾਲ ਸਾਰਾ ਔਰ ਸੇਫਟੀ ਦੇ ਨਾਲ ਸਾਰਾ ਨੇਪਰੇ ਜਿਹੜਾ ਉਹ ਕੰਮ ਚਾੜਿਆ ਜਾਏ। ਸੋ ਉਹਦੇ ਲਈ ਕੋਈ ਹੋਰ ਜਿਹੜੀ ਹੈ ਤੁਹਾਡੇ ਵੱਲੋਂ ਇੱਦਾਂ ਦੀਆਂ ਚੀਜ਼ਾਂ, ਇੱਦਾਂ ਦੇ ਨਿਯਮ ਲਿਆਂਦੇ ਜਾ ਰਹੇ ਨੇ ਜਿਹਦੇ ਕਰਕੇ ਵੋਟਿੰਗ ਜਿਹੜੀ ਆ ਉਹ ਬਿਲਕੁਲ ਸੇਫਟੀ ਨਾਲ ਹੋਣ ਤੇ ਸਾਰੇ ਕੈਨੇਡੀਅਨਸ ਜਿਹੜੇ ਨੇ ਉਸ ਆਪਣੀ ਸੇਫਟੀ ਨੂੰ ਜ਼ਰੂਰੀ ਸਮਝਦੇ ਹੋਏ ਹੀ ਜਿਹੜਾ ਵੋਟਿੰਗ ਆਪਣੀ ਕਰ ਸਕਣ? ਦੇਖੋ, ਉਹਦਾ ਵੈਸੇ ਅਸੀਂ ਇਲੈਕਸ਼ਨਸ ਕੈਨੇਡਾ ਨੂੰ ਇੱਕ ਰਿਵਾਈਜ਼ ਬਿੱਲ ਕੀਤਾ ਸੀਗਾ ਪੇਸ਼ ਸੈਸ਼ਨ ਐਂਡ ਕਰਨ ਤੋਂ ਪਹਿਲਾਂ। ਅਨਫੋਰਚੂਨੇਟਲੀ ਆਪੋਜੀਸ਼ਨ ਪਾਰਟੀ ਨੇ ਉਹਨੂੰ ਪਾਸ ਨਹੀਂ ਸੀ ਹੋਣ ਦਿੱਤਾ, ਨਹੀਂ ਤਾਂ ਉਹਦੇ ਨਾਲ ਹੋਰ ਮੈਜਰਸ ਹੋਣੇ ਸੀਗੇ ਜਿਨ੍ਹਾਂ ਕੋਵਿਡ ਦੇ ਵਿੱਚ ਅਸੀਂ ਮੇਲ ਇਨ ਬੈਲਟ, ਐਡਵਾਂਸ ਵੋਟਿੰਗ ਦਿਨ ਇੱਦਾਂ ਦੀਆਂ ਚੀਜ਼ਾਂ ਹੋਰ ਅਰੇਂਜ ਕਰ ਸਕਦੇ ਸੀ। ਹੁਣ ਫੇਰ ਵੀ ਕਾਫੀ ਸਾਧਨ ਹੈਗੇ ਆ, ਤੁਸੀਂ ਰਿਕੁਐਸਟ ਕਰ ਸਕਦੇ ਬੈਲਟ ਸੈਪਟੈਂਬਰ 13 ਤੱਕ, ਤੁਸੀਂ ਮੇਲ ਇਨ ਬੈਲਟ ਰਿਕੁਐਸਟ ਕਰ ਸਕਦੇ, ਉਹ ਤੁਹਾਨੂੰ ਆ ਜਾਊਗਾ। ਤੁਸੀਂ ਉਹਦੇ ਵਿੱਚ ਭਰ ਕੇ ਤੁਸੀਂ ਮੇਲ ਉਹ 20 ਤਰੀਕ ਤੱਕ 6 ਵਜੇ ਤੱਕ ਪਹੁੰਚ ਜਾਵੇ ਤਾਂ ਉਹ ਗਿਣੀ ਜਾਂਦੀ ਵੋਟ ਆ। ਐਡਵਾਂਸ ਵੋਟਿੰਗ ਪਹਿਲਾਂ ਪੈਣੀ ਆ। ਐਡਵਾਂਸ ਵੋਟਿੰਗ ਦੇ ਵਿੱਚ ਸੈਪਟੈਂਬਰ 10 ਨੂੰ ਤੁਸੀਂ ਜਾ ਕੇ ਵੋਟ ਪਾ ਸਕਦੇ ਹੋ। ਉੱਧਰ 2-3 ਦਿਨ ਐਡਵਾਂਸ ਵੋਟਿੰਗ ਪੈਣੀ ਆ। ਉਹਦੇ ਵਿੱਚ ਤੁਹਾਨੂੰ ਘੱਟ ਭੀੜ ਹੁੰਦੀ ਆ ਉਸ ਵੇਲੇ। 4 ਯੂਜੂਅਲੀ ਪੋਲਿੰਗ ਸਟੇਸ਼ਨ ਈਚ ਕੰਸਟੀਚੁਐਂਟਸ ਸਾਡੇ ਰਾਈਡਿੰਗ 4 ਹੁੰਦੇ ਰਫਲੀ। ਇਸ ਟਾਈਪ ਆਫ ਚੀਜ਼ ਦੇ ਨਾਲ ਤੁਹਾਡੀ ਸਹੂਲਤਾਂ ਜਰਾ ਜ਼ਿਆਦਾ ਮਿਲ ਜਾਂਦੀਆਂ। ਇਸੇ ਦਿਨ ਜਦੋਂ ਇਲੈਕਸ਼ਨ ਤੁਸੀਂ ਪਾਉਣੀ ਵੋਟ, ਉਦੋਂ ਵੀ ਮਾਸਕ ਪਾ ਕੇ ਇੰਡੋਰ ਕਰਕੇ ਆਈ ਥਿੰਕ ਸੇਫ ਆ। ਸਰੀ ਦੇ ਵਿੱਚ ਖਾਸ ਕਰਕੇ ਆਲਮੋਸਟ 90% ਵਨ ਸ਼ਾਟ ਹੋ ਚੁੱਕਾ। ਸੋ ਇਸ ਕਰਕੇ ਆਈ ਥਿੰਕ ਲੋਕ ਕਾਫੀ ਸੇਫ ਹੈ ਔਰ ਕੰਫਰਟੇਬਲ ਹੈ ਕਿ ਮੇਰਾ ਨਾਲ ਦਾ ਵਿਅਕਤੀ ਵੀ ਮੋਸਟ ਲਾਈਕਲੀ 9 ਆਊਟ ਆਫ 10 ਚਾਂਸਸ ਉਹ ਵੈਕਸੀਨੇਟਡ ਹੈਗਾ। ਸੋ ਇਸ ਕਰਕੇ ਔਰ ਪਲੱਸ ਮਾਸਕ ਹੋਣੇ ਉਦੋਂ ਜਦੋਂ ਇੰਡੋਰ ਪਾਲਿਸੀ। ਸੋ ਆਈ ਥਿੰਕ ਕਾਫੀ ਸੇਫ ਤਰੀਕੇ ਦੇ ਨਾਲ ਵੋਟਿੰਗ ਤੋਂ ਬਿਲਕੁਲ। ਸੋ ਹੁਣ ਗੱਲ ਕਰ ਲੈਂਦੇ ਆ ਉਹ ਲੋਕਾਂ ਦੀ ਜਿਹੜੇ ਕਿ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਖਾਸ ਕਰਕੇ ਬੜੇ ਖੁਸ਼ ਹੁੰਦੇ ਨੇ ਕਿ ਉਹਨਾਂ ਨੂੰ ਪਤਾ ਹੈ ਵੀ ਸਾਰੀਆਂ ਪਾਰਟੀਆਂ ਨੇ ਵੱਡੇ ਵੱਡੇ ਜਿਹੜੇ ਐਲਾਨ ਉਹਨਾਂ ਵਾਸਤੇ ਕਰਨੇ ਆ। ਲਿਬਰਲਸ ਦੇ ਵੱਲੋਂ ਇਸ ਵੇਲੇ ਲੋਕਾਂ ਦੇ ਜਿਸ ਤਰੀਕੇ ਨਾਲ ਉਹਨਾਂ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਉਹ ਕਿਹੜੇ ਐਲਾਨ ਕੀਤੇ ਜਾ ਰਹੇ ਨੇ ਜਾਂ ਕੀਤੇ ਜਾ ਸਕਦੇ ਨੇ ਜਿਨ੍ਹਾਂ ਦੀ ਲੋਕ ਉਮੀਦ ਵੀ ਕਰ ਸਕਦੇ ਨੇ ਕਿ ਉਹ ਜਲਦੀ ਪੂਰੇ ਕੀਤੇ ਜਾਣਗੇ? ਸ਼ੋਰ। ਸੋ ਇੱਕ ਤਾਂ ਹਾਊਸਿੰਗ ਦੇ ਉੱਤੇ ਕਰ ਰਹੇ ਆ। ਸੋ ਹਾਊਸਿੰਗ ਦੇ ਵਿੱਚ ਕਾਫੀ ਸਾਡੀ ਪਾਰਟੀ ਨੇ ਪ੍ਰੈਕਟੀਕਲ ਸੋਲੂਸ਼ਨ ਕੀਤੇ ਆ। ਪਾਈ ਇਨ ਦ ਸਕਾਈ ਜਿੱਦਾਂ ਕਹਿੰਦੇ ਉੱਦਾਂ ਨਹੀਂ ਕਿ ਕੰਸਰਵੇਟਿਵ ਨੇ ਉੱਦਾਂ ਹੀ ਕਹਿਤਾ ਅਸੀਂ ਮਿਲੀਅਨ ਘਰ ਬਣਾਵਾਂਗੇ, ਪਰ ਬਣਦੇ ਉਹਨੇ 2 ਲੱਖ ਆ। ਉਹਨੇ ਕੋਈ ਦੱਸਿਆ ਨਹੀਂ ਕਿਵੇਂ ਉਹਨੇ ਉਹ ਚੈਲੰਜ ਨੂੰ ਮੀਟ ਕਰਨਾ। ਅਸੀਂ ਇਹ ਐਲਾਨ ਕੀਤਾ ਕਿ ਫਸਟ ਟਾਈਮ ਹੋਮ ਬਾਇਰ ਨੂੰ ਫੋਰ ਐਗਜ਼ਾਮਪਲ RRSP ਨਾਲ ਤੁਸੀਂ ਆਪਣੇ ਪੈਸੇ ਟੈਕਸ ਫ੍ਰੀ ਜਮ੍ਹਾਂ ਕਰ ਸਕਦੇ ਆ। ਸੋ ਉਹਦੇ ਨਾਲ ਤੁਹਾਨੂੰ ਜੇ 40,000 ਤੁਸੀਂ ਜਮ੍ਹਾਂ ਕਰਾਓ, ਤੁਹਾਨੂੰ ਤਕਰੀਬਨ 15 ਤੋਂ 20,000 ਡਾਲਰ ਤੁਹਾਡਾ ਟੈਕਸ ਦਾ ਤੁਸੀਂ ਬਚਾ ਕੇ ਤੁਸੀਂ ਉਸ ਅਕਾਊਂਟ ਪਾ ਸਕਦੇ ਹੋ ਔਰ ਟੈਕਸ ਫ੍ਰੀ ਉਹ ਵਿਦਡਰਾ ਕਰ ਸਕਦੇ ਆ। ਇਸ ਦੇ ਨਾਲ ਜਿਹੜੀ ਸਭ ਤੋਂ ਵੱਡੀ ਸ਼ਿਕਾਇਤ ਆ ਇੱਥੇ ਸਰੀ ਤਾਂ ਵੈਨਕੂਵਰ ਲੋਅਰ ਮੇਲਬਰਨ ਸਾਰਿਆਂ ਨੂੰ ਹੈਗਾ ਕਿ ਸਾਡੇ ਸਿਟੀ ਹਾਲ ਬਹੁਤ ਟਾਈਮ ਲਾਉਂਦੇ ਆ, 1.5 ਸਾਲ ਲਾ ਦਿੰਦੇ ਆ ਤੁਹਾਨੂੰ ਪਰਮਿਟ ਦੇਣ ਨੂੰ, ਸਬ ਡਿਵੀਜ਼ਨ ਕਰਨ ਨੂੰ, ਰੀਡਿਵੈਲਪ ਕਰਨ ਨੂੰ ਤਾਂ 3 ਸਾਲ ਲੱਗ ਜਾਂਦੇ ਆ, 4 ਸਾਲ। ਉਹ ਕੈਰਿੰਗ ਕਾਸਟ ਸਾਰੀ ਉਹ ਐਂਡ ਕੰਜ਼ਿਊਮਰ ਤੇ ਹੁੰਦੀ ਆ। ਸੋ ਉਹਦਾ ਜਿਹੜਾ ਉਹਦੇ ਵਾਸਤੇ $4 ਬਿਲੀਅਨ ਸਿਟੀਜ਼ ਨੂੰ ਦਿੱਤਾ ਜਾਊਗਾ ਜਿਹੜੇ ਪਲਾਨ ਚੈੱਕਰ ਹੋਰ ਬਿਲਡਿੰਗ ਇੰਸਪੈਕਟਰ ਹੋਰ ਹਾਇਰ ਕਰਨਗੇ ਜਿੰਨਾ ਟਾਈਮ ਰਿਡਿਊਸ ਕਰੂਗਾ। ਉੱਦਾਂ ਹੀ ਨਹੀਂ ਜੋ ਆਪਣਾ ਟਾਈਮ ਪਰਮਿਟ ਦਾ ਰਿਡਿਊਸ ਕਰੂਗਾ ਉਹਨਾਂ ਸਪਲਾਈ ਜਲਦੀ ਆਊਗਾ ਮਾਰਕੀਟ ਦੇ ਵਿੱਚ, ਸਪਲਾਈ ਅਪ ਹੋਊਗਾ ਤੇ ਜਿਹੜਾ ਕਾਸਟ ਵੀ ਉਹ ਕੰਟਰੋਲ ਜਾਊਗੀ। ਇਸ ਦੇ ਨਾਲ ਹੋਰ ਕਾਫੀ ਐਲਾਨ ਕੀਤੇ ਗਏ। ਡਾਕਟਰਸ ਦੀ ਸ਼ੋਰਟੇਜ ਹੈ, ਸਾਨੂੰ ਸਾਰਿਆਂ ਨੂੰ ਪਤਾ ਕਿ ਫੈਮਿਲੀ ਡਾਕਟਰ ਕਰਨ ਦੀ ਸ਼ੋਰਟੇਜ ਬੜੀ ਹੈਗੀ ਆ। ਉਹਦੇ ਵਾਸਤੇ ਐਲਾਨ ਕੀਤਾ ਗਿਆ ਕਿ 7500 ਹੋਰ ਡਾਕਟਰਸ ਕੈਨੇਡਾ ਔਰ ਮੈਡੀਕਲ ਪ੍ਰੈਕਟੀਸ਼ਨਰ ਉਹਦੇ ਵਾਸਤੇ ਸੂਬਿਆਂ ਨੂੰ ਜਿਹੜੀ ਅਸੀਂ ਟ੍ਰਾਂਸਫਰ ਪੇਮੈਂਟ ਦਿੰਦੇ ਆ ਉਹ ਵਧਾਈ ਜਾਊਗੀ ਤਾਂ ਕਿ ਉਹ ਸਪੈਸੀਫਿਕਲੀ ਇਹ ਕਾਰਨ ਵਾਸਤੇ ਹੋਰ ਬੱਚੇ ਡਾਕਟਰ ਲਿਆ ਸਕਣ। ਔਰ ਸੈਕੰਡ ਸਟੇਜ ਅਸੀਂ ਇਨਕਰੇਜ ਕਰਨਾ ਕਿ ਜਿਹੜੇ ਫੋਰਨ ਡਾਕਟਰ ਆ ਜਿਹੜੇ ਹੋਰ ਇੱਥੇ ਕ੍ਰੈਡੈਂਸ਼ੀਅਲਸ ਹੈਗੇ ਪਰ ਉਹਨਾਂ ਨੂੰ ਰੈਜ਼ੀਡੈਂਸੀ ਨਹੀਂ ਮਿਲਦੀ, ਉਹ ਇਸ ਟਾਈਪ ਆਫ ਚੀਜ਼ਾਂ ਦੇ ਨਾਲ ਫੰਡਿੰਗ ਦੇ ਨਾਲ ਉਹਨਾਂ ਨੂੰ ਰੈਜ਼ੀਡੈਂਸੀ ਦਿੱਤੀ ਜਾਵੇ ਤਾਂ ਕਿ ਇਹ ਵੀ ਕੀਤਾ ਜਾਊਗਾ। ਸੋ ਇਹ ਇਸ ਪਲੇਟਫਾਰਮ ਦੇ ਉੱਤੇ ਸੋ ਫਾਰ 2-3 ਚੀਜ਼ਾਂ এনवायरमेंट ਦੇ ਵਿੱਚ ਹਜੇ ਪਲੇਟਫਾਰਮ ਅਸੀਂ ਕਾਫੀ ਡਿਟੇਲ 'ਚ ਆਉਣ ਵਾਲੇ ਸਮੇਂ ਦੇ ਵਿੱਚ ਲਿਆਉਣਾ। ਚਾਈਲਡ ਕੇਅਰ ਦਾ ਆਲਰੇਡੀ ਤੁਹਾਨੂੰ ਪਤਾ ਕਿ ਅਸੀਂ $10 ਡੇ ਚਾਈਲਡ ਕੇਅਰ ਕੀਤਾ ਜਿਹਦਾ 3.5 ਲੱਖ ਔਰਤਾਂ ਨੂੰ ਖਾਸ ਕਰਕੇ ਔਰਤਾਂ ਨੂੰ ਔਰ 3.5 ਲੱਖ ਪਰਿਵਾਰਾਂ ਨੂੰ ਅਸਿਸਟੈਂਸ ਇਹਦੇ ਨਾਲ ਹੋਣੀ ਤਾਂ ਕਿ ਬੱਚਿਆਂ ਦੀ ਦੇਖਭਾਲ ਵਾਸਤੇ ਸਮੇਂ 1200-1500 ਦਿੰਦੇ ਆ, ਸਮੇਂ 250 ਮਹੀਨੇ ਦਾ ਦੇਣਾ ਉਹ ਆਲਰੇਡੀ ਪਾਸ ਹੋ ਗਿਆ, BC ਨਾਲ ਐਗਰੀਮੈਂਟ ਹੋ ਗਿਆ, ਉਹ ਬਣ ਰਿਹਾ।
ਜੀ ਬਿਲਕੁਲ। ਸੋ ਰਣਦੀਪ ਜੀ, ਹਾਊਸਿੰਗ ਮਾਰਕੀਟ ਦੀ ਤੁਸੀਂ ਗੱਲ ਕੀਤੀ ਹੈ। ਹਾਊਸਿੰਗ ਮਾਰਕੀਟ ਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਲੋਕਾਂ ਨੂੰ ਲੋੜ ਵੀ ਹੈ, ਔਰ ਇਹ ਬਹੁਤ ਹੌਟ ਮਾਰਕੀਟ ਇਸ ਵੇਲੇ ਚੱਲ ਰਹੀ ਹੈ, ਜਿਹਦੇ ਵਿੱਚ ਲੋਕਾਂ ਨੂੰ ਇਹ ਵੀ ਕੀਮਤਾਂ ਜਿਹੜੀਆਂ ਉਹ ਵੀ ਕਿਤੇ ਨਾ ਕਿਤੇ ਘਟ ਜਾਣ। ਹੁਣ ਤੁਸੀਂ ਗੱਲ ਕੀਤੀ ਹੈ ਵੀ ਬੇਸ਼ੱਕ NDP ਹੈ ਜਾਂ ਉਹ ਟੂਲ ਹੋਣੀ ਆ, ਸਾਰੇ ਉਹ ਆਪਣੇ ਆਪਣੇ ਲੈਵਲ ਦੇ ਉੱਤੇ ਸਾਰੇ ਦਾਅਵੇ ਕਰ ਰਹੇ ਨੇ। ਤੁਹਾਡੀ ਜਿਹੜੀ ਪਾਰਟੀ ਆ ਉਹ ਆਪਣੇ ਲੈਵਲ ਦੇ ਉੱਤੇ ਦਾਅਵੇ ਕਰ ਰਹੀ ਹੈ। ਜਿਸ ਤਰੀਕੇ ਨਾਲ ਕਿਹਾ ਗਿਆ ਸੀਗਾ ਵੀ ਵੱਡੀਆਂ ਜਿਹੜੀਆਂ ਬੈਂਕਾਂ ਨੇ ਤੇ ਵੱਡੀਆਂ ਜਿਹੜੀਆਂ ਇੰਸ਼ੋਰੈਂਸ ਜਿਹੜੀਆਂ ਕੰਪਨੀਆਂ ਨੇ, ਉਹਨਾਂ ਦੇ ਉੱਤੇ ਜਿਹੜਾ ਕਾਰਪੋਰੇਸ਼ਨ ਟੈਕਸ ਹੈ ਉਹ ਵਧਾ ਦਿੱਤਾ ਜਾਏਗਾ ਕੁਝ 3% ਦੇ ਕਰੀਬ। ਉਹਦੇ ਨਾਲ ਆਮ ਜਿਹੜੇ ਲੋਕ ਆ ਉਹਨਾਂ ਨੂੰ ਕੀ ਫਾਇਦਾ ਹੋਏਗਾ, ਤੇ ਇਸ ਟੈਕਸ ਦੇ ਨਾਲ ਜਿਹੜਾ ਉਹ ਬਾਕੀ ਜਿਹੜੇ ਲੋਕ ਨੇ ਉਹ ਕੀ ਸੋਚ ਸਕਣ, ਉਹਨਾਂ ਨੂੰ ਇਸ ਨਾਲ ਕਿਵੇਂ ਫਾਇਦਾ ਹੋ ਸਕਦਾ ਜਾਂ ਕਿਵੇਂ ਇੰਪਲੀਮੈਂਟ ਇਹਨੂੰ ਕੀਤਾ ਜਾਏਗਾ? ਇਹ ਬਹੁਤ ਗੁੱਡ ਚੀਜ਼ ਹੈ ਸੀ, ਕਿਉਂਕਿ ਅਸੀਂ ਦੇਖਿਆ ਬੈਂਕਾਂ ਨੇ ਪ੍ਰੋਫਿਟ ਬਹੁਤ ਬਣਾਇਆ ਇਹ ਰੀਅਲ ਏਸਟੇਟ ਦੇ ਵਿੱਚ, ਖਾਸ ਕਰਕੇ ਮਾਰਕੀਟ ਦੇ ਵਿੱਚ, ਔਰ ਈਵਨ ਕੋਵਿਡ ਵੇਲੇ ਵੀ ਉਹਨੇ ਕਾਫੀ ਪੈਸਾ ਬਣਾਇਆ। ਸੋ ਉਹ ਸੀ ਇਹ 3% ਉਹਨਾਂ ਦਾ ਇਨਕਮ ਟੈਕਸ ਵਧਾ ਕੇ ਜਿਹੜੀ 1 ਬਿਲੀਅਨ ਤੋਂ ਜ਼ਿਆਦਾ ਪ੍ਰੋਫਿਟ ਬਣਾਉਂਦੇ ਆ, ਸੋ ਉਹਨਾਂ ਦੇ ਹਾਈ ਮਾਰਜਨ ਦੇ ਵਿੱਚ ਉਹਦੇ ਨਾਲ ਰਫਲੀ $2.5 ਬਿਲੀਅਨ ਸਰਕਾਰ ਨੂੰ ਹੋਰ ਪੈਸੇ ਆਉਣਗੇ। ਉਹ ਹਾਊਸਿੰਗ ਦਾ ਡਿਵੀਡੈਂਡ ਹੀ ਹੋਊਗਾ। ਉਸ ਪੈਸੇ ਦੇ ਨਾਲ ਹਾਊਸਿੰਗ ਮੋਰ ਅਫੋਰਡੇਬਲ ਹੋਊਗੀ, ਮੋਰ ਹਾਊਸਿੰਗ ਬਣੂਗੀ। ਆਲਰੇਡੀ ਅਸੀਂ 25 ਬਿਲੀਅਨ ਰੱਖਿਆ ਹੈਗਾ ਕਿ ਨਵਾਂ ਕੰਸਟਰਕਸ਼ਨ ਰੈਂਟਲ ਫਾਈਨੈਂਸਿੰਗ ਵਾਸਤੇ, ਤਾਂ ਕਿ ਅਪਾਰਟਮੈਂਟ ਬਿਲਡਿੰਗਾਂ ਨਵੀਆਂ ਚੰਗੇ ਸਟੈਂਡਰਡ ਵਾਲੀਆਂ ਬਣ, ਜਿਹਦੇ ਵਿੱਚ ਅਸੀਂ ਡਿਗਨਿਟੀ ਦੇ ਨਾਲ ਪਹਿਲਾ ਸਟੈਪ ਆਮ ਤੌਰ ਤੇ ਰੈਂਟਲ ਹੀ ਹੁੰਦਾ। ਸੋ ਉਹ ਰੈਂਟਲ ਸਟਾਕ ਵਧੇ, ਉਹ ਆਲਰੇਡੀ ਹੋ ਰਿਹਾ। 10 ਬਿਲੀਅਨ ਤਾਂ ਲੋਅਰ ਮੇਨਲੈਂਡ 'ਚ ਹੀ ਆ ਚੁੱਕਾ ਪਿਛਲੇ 3 ਸਾਲਾਂ ਦੇ ਵਿੱਚ। ਔਰ ਜੇ ਤੁਸੀਂ ਦੇਖੋ ਤੁਹਾਨੂੰ ਅਨਾਊਂਸਮੈਂਟ ਔਰ ਬਿਲਡਿੰਗਾਂ ਬਣਦੀਆਂ ਉਸ ਫੰਡਿੰਗ ਦੇ ਨਾਲ ਆਲਰੇਡੀ ਹੋ ਰਹੀਆਂ। ਇਹਦੇ ਨਾਲ ਜਿਵੇਂ ਇਹ ਉਪਰਾਲਾ ਦਿੱਤਾ, ਪਲੱਸ ਫਸਟ ਟਾਈਮ ਹੋਮ ਬਾਇਰ ਨੂੰ ਜਿਹੜੀ ਕਾਸਟ ਹੈ ਜਦੋਂ ਤੁਸੀਂ ਲੈਂਦੇ ਆ ਪ੍ਰੋਪਰਟੀ ਟ੍ਰਾਂਸਫਰ ਟੈਕਸ, GST ਵਗੈਰਾ, ਉਹਦੇ 'ਚ ਅੱਗੇ $5-6 ਛੋਟ ਹੁੰਦੀ ਸੀਗੀ, ਹੁਣ ਉਹ ਡਬਲ ਆਲਮੋਸਟ ਕੀਤੀ ਜਾਊਗੀ, ਤਾਂ ਕਿ ਤੁਹਾਨੂੰ ਹੋਰ ਰਿਡਕਸ਼ਨ ਇਨ ਸੇਵਿੰਗ ਕੀਤੀ ਜਾਊਗੀ। ਉਹ ਡਾਇਰੈਕਟਲੀ ਜਿਹੜਾ ਬੈਂਕਾਂ ਤੇ ਟੈਕਸ ਲਾਉਣਾ, ਉਹਦੇ ਨਾਲ ਇਹ ਡਿਵੀਡੈਂਡ ਦੇ ਨਾਲ ਕਰਨਾ। ਇਸੇ ਤਰ੍ਹਾਂ ਇੱਕ ਰੈਂਟ ਟੂ ਓਨ ਦੀ ਆਪਸ਼ਨ ਕੀਤੀ ਜਾ ਰਹੀ ਹੈ ਕਿ ਬਿਲਡਰਾਂ ਨੂੰ ਇੱਕ ਇਨਸੈਂਟਿਵ ਦਿੱਤਾ ਜਾਊਗਾ ਕਿ ਜਦੋਂ ਤੁਸੀਂ ਘਰ ਕੌਂਡੋ ਜਾਂ ਸਟ੍ਰੈਟਾ ਤੁਸੀਂ ਵੇਚ ਰਹੇ ਆ ਜਾਂ ਇਨਵੈਸਟਰ ਨੇ ਵੀ ਲਿਆ, ਤੁਸੀਂ ਜਦੋਂ ਕਿਰਾਇਆ ਦਿੰਦੇ ਆ, ਤੁਹਾਡੀ ਰੈਂਟ ਟੂ ਓਨ ਉਹਦਾ ਇੱਕ ਪੋਰਸ਼ਨ ਤੁਹਾਡਾ ਸੇਵਿੰਗ ਹੋਈ ਜਾਊਗੀ, ਤਾਂ ਕਿ ਤੁਸੀਂ 1 ਸਾਲ 2 ਸਾਲ 4 ਸਾਲ ਬਾਅਦ ਉਸੇ ਹੀ ਮਕਾਨ ਨੂੰ ਤੁਸੀਂ ਪਰਚੇਸ ਕਰ ਸਕੋਗੇ। ਸੋ ਇਹ ਜਿੰਨਾ ਸਾਨੂੰ ਪਤਾ ਕਿ ਰੈਂਟਲ ਮਾਰਕੀਟ, ਹੋਮ ਓਨਰਸ਼ਿਪ ਮਾਰਕੀਟ 'ਚ ਹਰ ਇੱਕ ਦੀ ਖੁਆਇਸ਼ ਹੈ ਕਿ ਪਹਿਲਾਂ ਕਰ ਲਵਾਂ। ਇਹ ਸਾਡੇ ਕਮਿਊਨਿਟੀ ਤਾਂ ਬਹੁਤ ਹੀ ਜ਼ਿਆਦਾ, ਪਰ ਈਵਨ ਕੈਨੇਡੀਅਨਸ ਵਾਸਤੇ ਆਲਵੇਜ਼ ਇਹ ਡ੍ਰੀਮ ਹੈ, ਔਰ ਡ੍ਰੀਮ ਪੂਰੀ ਕਰਨੀ ਚਾਹੀਦੀ ਹੈ। ਉਹਦੇ ਵਾਸਤੇ ਜਿੱਥੇ ਵੀ ਅਸੀਂ ਸਹਾਇਤਾ ਕਰਨੀ ਅਸੀਂ ਕਰਾਂਗੇ। ਹਰ ਇੱਕ ਨੂੰ ਪਤਾ ਕਿ ਪਹਿਲਾਂ ਕਰ ਲੈਣਾ ਸਭ ਤੋਂ ਔਖਾ, ਉਹ ਤੋਂ ਬਾਅਦ ਤਾਂ ਜਿੰਨੀ ਉਹਦਾ ਘਰ ਵੱਧਦਾ ਬਾਕੀ ਘਰ ਵੀ ਵੱਧਦੇ, ਉਹ ਮੂਵ ਅਪ ਹੋ ਜਾਂਦਾ ਬੜਾ ਸੁਖਾਲਾ। ਕੌਂਡੋ ਤੋਂ ਟਾਊਨ ਹਾਊਸ ਤੋਂ ਘਰ, ਜਿਵੇਂ ਵੀ ਉਹਨਾਂ ਨੂੰ ਲੋੜ ਅਨੁਸਾਰ ਹੁੰਦੀ ਹੈ ਉਹ ਕਰ ਲੈਂਦੇ ਆ। ਸੋ ਫੋਰਨ ਬਾਇਰਸ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਤੁਸੀਂ ਕਿਹਾ ਵੀ ਰੋਕ ਲਗਾਏਗੀ, ਔਰ ਆਮ ਲੋਕ ਵੀ ਇਹ ਕਹਿ ਰਹੇ ਨੇ, ਔਰ ਖਾਸ ਕਰਕੇ ਇਸ ਮਾਰਕੀਟ ਦੇ ਨਾਲ ਜਿਹੜੇ ਜੁੜੇ ਲੋਕ ਨੇ ਉਹ ਕਹਿੰਦੇ ਨੇ ਇਹ ਜਿਹੜੀ ਹੈ ਐਲਾਨ ਇਹ ਤਾਂ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ, ਇਹ ਕੰਮ ਪਹਿਲਾਂ ਜ਼ਰੂਰੀ ਸੀਗਾ, ਜਿਹਦੇ ਕਰਕੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਰਹੇ ਨੇ। ਸੋ ਉਹਨਾਂ ਨੇ ਕਹਿਣਾ, ਉਹ ਕਹਿ ਰਹੇ ਨੇ ਕਿ ਚੋਣਾਂ ਦੇ ਦਿਨਾਂ ਦੇ ਵਿੱਚ ਹੁਣ ਜਿਹੜਾ ਐਲਾਨ ਕੀਤੇ ਜਾ ਰਹੇ ਨੇ, ਇਹਨਾਂ ਨੂੰ ਅਮਲੀ ਜਾਮਾ ਪਹਿਨਾਇਆ ਕਦੋਂ ਜਾਏਗਾ, ਇਹ ਪੂਰੇ ਕਦੋਂ ਹੋਣਗੇ, ਇਹਨਾਂ ਦੀ ਕੋਈ ਤਾਰੀਖ ਤਾਂ ਮਿੱਥੀ ਨਹੀਂ ਗਈ ਹੈ। ਸੋ ਇਹ ਬਹੁਤ ਤਰ੍ਹਾਂ ਦੇ ਸਵਾਲ ਜਿਹੜੇ ਲੋਕਾਂ ਦੇ ਜ਼ਿਹਨ ਦੇ ਵਿੱਚ ਉੱਠ ਰਹੇ ਨੇ। ਰਣਦੀਪ ਜੀ, ਕਾਲਰ ਵੀ ਆਪਣੇ ਨਾਲ ਜੁੜੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਜੀ। ਹਾਂਜੀ, ਮੈਂ ਤਾਂ ਬ੍ਰਦਰ ਨਾਲ ਗੱਲ ਕਰਨੀ ਸੀ। ਮੈਂ ਕਿਹਾ ਵੀ ਆਪਾਂ ਤਾਂ ਵੋਟ ਜਸਟਿਨ ਟਰੂਡੋ ਨੂੰ ਪਾਉਂ। ਅੱਛਾ ਜੀ, ਵੋਟ ਤੁਸੀਂ ਟਰੂਡੋ ਨੂੰ ਪਾਣੀ, ਠੀਕ ਹੈ ਜੀ, ਓਕੇ ਜੀ। ਹੋਰ ਕੁਝ ਕਹਿਣਾ ਚਾਹੁੰਦੇ ਹੋ ਜੀ? ਨਹੀਂ ਜੀ, ਬਹੁਤ ਵਧੀਆ ਬੰਦਾ, ਬਹੁਤ ਵਧੀਆ, ਨਾ ਹੀ ਆਪਣੇ ਸਿੱਖਾਂ ਲਈ ਤੇ ਹਿੰਦੂਆਂ ਲਈ ਵੀ। ਬਿਲਕੁਲ। ਰਣਦੀਪ ਸਰਾਏ ਜੀ ਸਾਡੇ ਨਾਲ ਬੈਠੇ ਆ ਜੀ, ਕੋਈ ਸਵਾਲ ਹੈ ਤਾਂ ਕਰ ਸਕਦੇ ਹੋ। ਸਵਾਲ ਨਹੀਂ, ਸਰਾਏ ਸਾਹਿਬ ਬਹੁਤ ਵਧੀਆ ਬੰਦੇ ਬੋਲਦੇ ਆ ਜੀ, ਕਿਉਂਕਿ ਪਿਓਰ ਪੰਜਾਬੀ ਬੋਲਦੇ ਆ, ਮੈਨੂੰ ਬੜੀ ਖੁਸ਼ੀ ਹੈ। ਬਿਲਕੁਲ ਜੀ, ਬਿਲਕੁਲ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਹਾਂਜੀ, ਥੈਂਕ ਯੂ ਜੀ। ਇੱਕ ਵੋਟ ਤਾਂ ਤੁਹਾਨੂੰ ਹੁਣੇ ਚਲੇਗੀ ਸ਼ੋਅ ਦੇ ਵਿੱਚ। ਨਹੀਂ, ਬਹੁਤ ਥੈਂਕ ਯੂ ਜਿਹੜੇ ਕਾਲਰ ਦਾ ਜਿਹਨੇ ਸਪੋਰਟ ਜ਼ਾਹਰ ਕੀਤੀ ਹੈ। ਜਿਹੜਾ ਤੁਸੀਂ ਗੱਲ ਕੀਤਾ ਸੀਗਾ ਐਲਾਨ ਫੋਰਨ ਬਾਇਰ ਦਾ, ਅਸੀਂ ਪਹਿਲਾ ਸਟੈਪ ਆਲਰੇਡੀ ਕਰ ਲਿਆ ਸੀਗਾ ਕਿ ਕੋਈ ਫੋਰਨ ਬਾਇਰ ਜਿਹੜਾ ਇੱਥੇ ਆ ਕੇ ਘਰ ਖਾਲੀ ਰੱਖਦਾ ਆ, ਉਹਨੂੰ ਉੱਤੇ ਟੈਕਸ 1% ਸਾਲ ਦਾ ਕੀਤਾ ਜਾਊਗਾ। ਇਸ ਦੇ ਨਾਲ ਪ੍ਰੋਵਿੰਸ਼ੀਅਲ ਮੈਜਰਸ ਵੀ ਕੀਤੇ ਸੀ, ਇਹਦੇ ਨਾਲ ਆਲਰੇਡੀ ਰਿਡਕਸ਼ਨ 66% ਹੋ ਗਈ ਆ। ਸੋ ਪਹਿਲਾਂ ਤਕਰੀਬਨ 3% ਘਰ ਜਿਹੜੇ ਵੈਨਕੂਵਰ ਦੇ ਵਿੱਚ ਲੋਅਰ ਮੇਨਲੈਂਡ 'ਚ, ਮੈਂ ਇੱਥੇ ਦੀ ਦੱਸ ਸਕਦਾ ਕਿ ਮੈਂ ਡਾਟਾ ਦੇਖਦਾ, 3% ਦੇ ਤਕਰੀਬ ਫੋਰਨ ਬਾਇਰ ਹੁੰਦੇ ਸੀਗੇ। ਇਹ ਮੈਜਰਸ ਦੇ ਨਾਲ ਹੁਣ ਸਿਰ 1% ਹੀ ਹੋ ਰਿਹਾ। ਸੋ 100 ਮਗਰ ਇੱਕ ਘਰ ਹੁੰਦਾ, ਔਰ ਆ ਜਿਹੜਾ ਅਸੀਂ ਮੈਜਰ ਕਰ ਦੇਣਾ ਇਹਨਾਂ ਹੋਰ ਵੀ ਉਹ ਘਟ ਜੂਗਾ। ਸੋ ਜਿਹੜੇ ਮੈਜਰਸ ਅੱਗੇ ਕੀਤੇ ਕਾਫੀ ਇਫੈਕਟਿਵ ਰਹੇ ਆ, ਉਹਨਾਂ ਦੇ ਨਾਲ ਬਹੁਤ ਰਿਡਕਸ਼ਨ ਰਹੀ ਹੈ। ਪਰ ਇਹ ਮੈਂ ਆਲਵੇਜ਼ ਯਾਦ ਕਰਾਉਣਾ ਚਾਹੁੰਦਾ, ਕਈ ਵਾਰੀ ਖਾਸ ਕਰਕੇ ਵੈਸਟਰਨ ਮਾਈਂਡ ਦੇ ਜਿਹੜੇ ਕਾਕੇਸ਼ੀਅਨ ਲੋਕ ਆ, ਉਹ ਜੇ ਪੰਜਾਬੀ ਮੂਲ ਦਾ ਜਾਂ ਚੀਨੇ ਮੂਲ ਦਾ ਵਿਅਕਤੀ ਦੇਖ ਲੈਂਦੇ, ਉਹ ਸੋਚ ਲੈਂਦੇ ਸਾਰੇ ਇਹ ਫੋਰਨ
ਫੋਰਨ ਬਾਇਰ ਆ ਉਹ ਇਹ ਭੁੱਲ ਜਾਂਦੇ ਕਿ ਉਹ ਕੈਨੇਡੀਅਨ ਸਿਟੀਜ਼ਨ ਜਾਂ PR ਆ ਜਾਂ ਲੈਂਡਡ ਆ, ਉਹ ਆਪ ਘਰ ਵੀ ਲੈ ਸਕਦੇ ਹੋ, ਉਹਨਾਂ ਦੇ ਉੱਤੇ ਕੋਈ ਟੈਕਸ ਨਹੀਂ ਹੈਗਾ। ਸੋ ਇਹ ਕਨਫਿਊਜ਼ਨ ਨਾ ਕਰੋ, ਇਹ ਉਹ ਆ ਜਿਹੜੇ ਬਾਹਰੋਂ ਆ ਕੇ ਪੈਸਾ ਇੱਥੇ ਬਾਏ ਕਰਕੇ ਤਾਂ ਆਪ ਵਾਪਸ ਚਲ ਜਾਂਦੇ, ਉਹਨਾਂ ਵਾਸਤੇ ਟੈਕਸ ਲੱਗੂਗਾ ਜੀ। ਬਿਲਕੁਲ। ਹਾਂਜੀ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸ਼ੈਰੀ ਜੀ, ਸਤਿ ਸ੍ਰੀ ਅਕਾਲ। ਆਪਣੇ ਸਰਾਂ ਜੀ ਨੂੰ ਵੀ ਮੇਰੀ ਸਤਿ ਸ੍ਰੀ ਅਕਾਲ ਜੀ। ਤੇ ਮੇਰਾ ਤਾਂ ਥੋੜਾ ਜਿਹਾ ਸਵਾਲ ਸਰਾਂ ਸਾਹਿਬ ਨੂੰ ਪਹਿਲਾਂ ਤਾਂ ਇਹੀ ਹੈ ਵੀ ਕਿਉਂਕਿ ਇਹ ਸਾਡੇ ਮੈਂਬਰ ਆਫ ਪਾਰਲੀਮੈਂਟ ਆ ਸਰੀ ਤੋਂ, ਤੇ ਇਹਨਾਂ ਨੂੰ ਅਸੀਂ ਕਿਉਂ ਵੋਟ ਪਾਈਏ, ਤਾਂ ਪਹਿਲਾਂ ਇਹ ਦੱਸ ਕੇ ਜਾਣ ਵੀ ਕਿਉਂਕਿ ਦੂਜੇ ਪਾਸੇ ਵੀ ਜਿਹੜੇ ਕੈਂਡੀਡੇਟ ਆਉਂਦੇ ਆ ਉਹ ਵੀ ਕਹਿੰਦੇ ਵੀ ਵੋਟ ਸਾਨੂੰ ਪਾਓ, ਪਰ ਸਾਨੂੰ ਤਾਂ ਇਹਨਾਂ ਨਾਲ ਗੱਲ ਕਰਨ ਦਾ ਹੁਣੇ ਸਮਾਂ ਮਿਲਦਾ ਕਿਉਂਕਿ ਬਾਅਦ ਚ ਤਾਂ ਬਿਜ਼ੀ ਹੋ ਜਾਂਦੇ ਆ। ਇੱਕ ਤਾਂ ਇਹ ਜ਼ਰੂਰ ਦੱਸਿਆ ਕਰਨ ਵੀ ਸਾਨੂੰ ਵੋਟ ਪਾਉਣ ਦਾ ਰੀਜ਼ਨ ਇਹ ਆ ਵੀ ਅਸੀਂ ਆਹ ਕੰਮ ਕੀਤੇ ਕਮਿਊਨਿਟੀ ਲਈ। ਨੰਬਰ ਫਸਟ ਇਹ ਹੈ ਕਿ ਜਦੋਂ ਅਸੀਂ ਇਸ ਕੈਨੇਡਾ ਦੇ ਵਿੱਚ ਪੋਲੀਟੀਕਲੀ ਸਿਸਟਮ ਦੇ ਵਿੱਚ ਰਨ ਕਰਦੇ ਆ ਤਾਂ ਜਿਹੜੀਆਂ ਪਾਰਟੀਆਂ ਹੁੰਦੀਆਂ ਉਹ ਸਭ ਤੋਂ ਪਹਿਲਾਂ ਇਹ ਦੇਖਦੀਆਂ ਵੀ ਕਿੱਥੇ ਕਿੱਥੇ ਕਿਹੜੀ ਪਾਪੂਲੇਸ਼ਨ ਜ਼ਿਆਦਾ। ਹੁਣ ਜੇ ਆਪਾਂ ਇਹ ਦੇਖਿਆ ਜਾਵੇ ਵੀ ਪਾਪੂਲੇਸ਼ਨ ਇੱਥੇ ਪੰਜਾਬੀਆਂ ਦੀ ਬਹੁਤ ਹੈ ਤੇ ਪੰਜਾਬੀ ਮੈਂ ਵੀ ਉਹਨਾਂ ਦੇ ਵਿੱਚੋਂ ਹੀ ਆ ਜਾਣਾ। ਸਾਨੂੰ ਪਹਿਲਾਂ ਤਾਂ ਤੁਸੀਂ ਲਾਸਟ ਜਦੋਂ ਤੁਹਾਡਾ ਸ਼ੋਅ ਹੋਇਆ ਸੀ ਉਹਦੇ ਵਿੱਚ ਕਈ ਕਾਲਰਾਂ ਨੂੰ ਇਹ ਵੀ ਨਹੀਂ ਸੀ, ਈਵਨ ਮੇਬੀ ਮੈਨੂੰ ਵੀ ਨਾ ਪਤਾ ਹੋਵੇ ਕਈ ਚੀਜ਼ਾਂ ਦਾ ਕਿ ਇਹ ਪ੍ਰੋਵਿੰਸ਼ੀਅਲ ਰਾਈਟਸ ਹੈ ਜਾਂ ਇਹ ਫੈਡਰਲ ਰਾਈਟਸ ਹੈ, ਕਿਉਂਕਿ ਸਾਨੂੰ ਤਾਂ ਸਵਾਲ ਕਰਨ ਦਾ ਤਾਂ ਹੀ ਥੋੜਾ ਜਿਹਾ ਚੰਗਾ ਲੱਗਦਾ ਜੇ ਸਾਨੂੰ ਪਤਾ ਹੋਵੇ ਵੀ ਇਹ ਫੈਡਰਲ ਦੇ ਥੱਲੇ ਆ ਸਵਾਲ ਤੇ ਸਾਨੂੰ ਜਵਾਬ ਦੇ ਸਕਦੇ ਆ। ਪਹਿਲੀ ਗੱਲ ਤਾਂ ਸਾਨੂੰ ਬੇਸ ਕੇ ਇਹਨਾਂ ਚੀਜ਼ਾਂ ਦਾ ਮੇਰਾ ਖਿਆਲ 80-85% ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਫੈਡਰਲ ਦੀਆਂ ਕਿਹੜੇ ਕਿਹੜੇ ਕੰਮ ਕਰਦੀ ਆ। ਸੋ ਇਹ ਜਿਹੜੀਆਂ ਚੀਜ਼ਾਂ ਇਹ ਮੇਰਾ ਇਹਨਾਂ ਨੂੰ ਵਧੀਆ ਬੰਦੇ ਇਹਨਾਂ ਦੀ ਪਾਰਟੀ ਨੇ ਜਿੱਤ ਜਾਣਾ, ਮੈਂ ਵੀ ਵੈਸੇ ਇਹਨਾਂ ਦਾ ਸਪੋਰਟਰ ਆ, ਪਰ ਮੈਂ ਇਹ ਸਵਾਲ ਜ਼ਰੂਰ ਕਰਨਾ ਐਜ਼ ਏ ਕੈਨੇਡੀਅਨ ਸਿਟੀਜ਼ਨ ਕਿ ਇਹ ਚੀਜ਼ਾਂ ਇੱਕ ਜ਼ਿੰਮੇਵਾਰ ਬੰਦੇ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ ਜਦੋਂ ਉਸ ਰਾਈਡਿੰਗ ਦੇ ਵਿੱਚ ਹੋਵੇ, ਕਿਉਂਕਿ ਸਾਰੇ ਲੋਕ ਮੀਡੀਆ ਦੇ ਨਾਲ ਜਿਹੜਾ ਸਿਸਟਮ ਆ ਟੈਕਨੀਕਲੀ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਸਾਰੇ ਨਹੀਂ ਜੁੜੇ ਹੁੰਦੇ, ਲੈਪਟਾਪ ਦੇ ਨਾਲ ਜਾਂ ਦੂਜੀਆਂ ਚੀਜ਼ਾਂ ਦੇ ਨਾਲ, ਕਿਉਂਕਿ ਉਹਨਾਂ ਨੂੰ ਤਾਂ ਫਿਰ ਜਾਂ ਪੰਜਾਬੀ ਦੇ ਵਿੱਚ ਤੁਹਾਨੂੰ ਲਿਖ ਕੇ ਜਾਂ ਸੈਮੀਨਾਰ ਲਾ ਕੇ, ਮੈਂ ਲਾਸਟ ਟਾਈਮ ਵੀ ਕੁਐਸਚਨ ਕੀਤਾ ਸੀ ਵੀ ਤੁਸੀਂ ਆਪਣੀ ਕਾਫੀ ਬ੍ਰੇਕ ਵਟ ਐਵਰ ਜੋ ਕਰਦੇ ਆ ਉਹ ਵਧੀਆ ਤੁਹਾਡੇ ਲਈ, ਪਰ ਉੱਥੇ ਉਹ ਬੰਦੇ ਜਾਂਦੇ ਆ ਜਿਨ੍ਹਾਂ ਦੀ ਇਮੀਗ੍ਰੇਸ਼ਨ ਕੋਈ ਪ੍ਰੋਬਲਮ ਹੁੰਦੀ ਆ, ਫਰਜ਼ ਕੀਤਾ 40 ਬੰਦੇ ਉੱਥੇ ਚਲੇ ਗਏ, ਉਹ ਤਾਂ ਉਹਨਾਂ ਦੀ ਸਮੱਸਿਆ ਵਾਸਤੇ ਤੁਹਾਨੂੰ ਮਿਲਣ ਜਾਣਗੇ, ਪਰ ਜਿਹੜੀਆਂ ਇੰਡੀਵਿਜੂਅਲ ਤੁਹਾਨੂੰ ਕੁਐਸਚਨ ਕਰਨੇ ਮੇਰੇ ਵਰਗੇ ਬੰਦਿਆਂ ਨੇ ਉਹਨਾਂ ਨੂੰ ਤਾਂ ਟਾਈਮ ਤੁਹਾਨੂੰ ਫਿਰ ਖੁੱਲਾ ਰੱਖ ਕੇ ਮੇਰਾ ਸੁਜੈਸ਼ਨ ਆ ਤੁਹਾਨੂੰ ਤੁਸੀਂ ਮੈਂਬਰ ਆਫ ਪਾਰਲੀਮੈਂਟ ਫੇਰ ਬਣ ਜਾਣਾ। ਇਹ ਚੀਜ਼ਾਂ ਮੈਂ ਸੁਖ ਜੀ ਨੂੰ ਵੀ ਅੱਗੇ ਸਵਾਲ ਕੀਤਾ ਸੀ, ਤੁਸੀਂ ਇਹ ਜ਼ਰੂਰ ਲੈ ਕੇ ਆਓ, ਇਹਨਾਂ ਦੀ ਜ਼ਰੂਰਤ ਹੈ ਕਿਉਂਕਿ ਤੁਸੀਂ ਸਾਨੂੰ ਅਵੇਅਰਨੈਸ ਕਰਨਾ, ਜੇ ਤੁਸੀਂ ਸਾਡੇ ਲੀਡਰ ਆ, ਸਾਡੇ ਮੈਂਬਰ ਆਫ ਪਾਰਲੀਮੈਂਟ ਆ, ਤੁਹਾਨੂੰ ਮੋਰ ਦੈਨ ਨੌਲੇਜ ਹੈਗੀ ਸਾਡੇ ਨਾਲੋਂ ਜ਼ਿਆਦਾ। ਹਾਂ ਕੋਈ ਬੰਦਾ ਪੋਲੀਟੀਕਲੀ ਜ਼ਿਆਦਾ ਪ੍ਰੋਫੈਸਰ ਆ ਜਾਂ ਕੋਈ ਬੰਦਾ ਹੈਡ ਆਫ ਦੀ ਡਿਪਾਰਟਮੈਂਟ ਆ ਜਾਂ ਕੋਈ ਬੰਦਾ ਜ਼ਿਆਦਾ ਹੀ ਪੋਲੀਟੀਸ਼ੀਅਨ ਆ ਉਹ ਤਾਂ ਪੜ੍ਹ ਲੂਗਾ, ਪਰ ਆਮ ਲੋਕਾਂ ਨੂੰ ਇਹ ਚੀਜ਼ ਦਾ ਨਹੀਂ ਪਤਾ। ਅਵੇਅਰਨੈਸ ਹੈ ਜਿਹੜੀ ਉਹ ਬੜੀ ਜ਼ਰੂਰੀ ਹੈ। ਇਮੀਗ੍ਰੇਸ਼ਨ ਵਧੀਆ ਕਰ ਰਹੇ ਆ, ਘਰਾਂ ਦੇ ਵਿੱਚ ਨਵੀਆਂ ਚੀਜ਼ਾਂ ਲੈ ਕੇ ਹੋ ਜਾਣਗੀਆਂ, ਲਾ ਵੀ ਬਣ ਜਾਣਗੇ, ਪਰ ਅਵੇਅਰਨੈਸ ਸਭ ਤੋਂ ਜ਼ਰੂਰੀ ਹੈ। ਸਰਾਂ ਸਾਹਿਬ ਤੇ ਥੋੜਾ ਜਿਹਾ ਬੋਲ ਕੇ ਜਾਇਓ, ਮੇਰਾ ਹਟਵਾ ਕੁਐਸਚਨ ਹੈ ਪਰ ਜ਼ਰੂਰ ਥੋੜਾ ਜਿਹਾ ਬੋਲਿਓ। ਥੈਂਕ ਯੂ ਤੁਹਾਡਾ ਸਮਾਂ ਦੇਣ ਦਾ। ਬਿਲਕੁਲ ਬਰਾੜ ਸਾਹਿਬ ਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਇੱਕ ਹੋਰ ਕਾਲਰ ਆਪਣੇ ਨਾਲ ਰਣਦੀਪ ਜੀ, ਉਹਨਾਂ ਦਾ ਵੀ ਸਵਾਲ ਲੈ ਲਿਆ ਆਪਾਂ ਨਾਲ ਜੀ। ਸਤਿ ਸ਼੍ਰੀ ਅਕਾਲ ਜੀ। ਓਕੇ, ਸੋ ਜਿਹੜੇ ਕਾਲਰ ਸੀਗੇ ਉਹ ਕਾਲ ਦੁਬਾਰਾ ਕਰ ਸਕਦੇ ਨੇ। ਰਣਦੀਪ ਜੀ, ਬਰਾੜ ਸਾਹਿਬ ਦਾ ਜਿਹੜਾ ਸਵਾਲ ਸੀ, ਬਰਾੜ ਸਾਹਿਬ ਨੇ ਦੋ ਗੱਲਾਂ ਖਾਸ ਕਰਕੇ ਪੁੱਛੀਆਂ। ਇੱਕ ਤਾਂ ਐਕਸੈਸਿਬਿਲਿਟੀ ਦੀ ਗੱਲ ਹੈ, ਸੋ ਮੈਂ ਜਸਟ ਕੋਵਿਡ ਵੇਲੇ ਤਾਂ ਅਸੀਂ ਚਲੋ ਇੱਥੇ ਹੀ ਰਹੇ ਆ ਤਾਂ ਬਾਏ ਜ਼ੂਮ ਹੀ ਪਾਰਲੀਮੈਂਟ ਕਰਦੇ ਰਹੇ, ਪਰ ਨੋਰਮਲੀ ਮੈਂ ਸੰਡੇ ਰਾਤ ਤੋਂ ਲੈ ਕੇ ਸੰਡੇ ਸ਼ਾਮ ਤੋਂ ਲੈ ਕੇ ਥਰਸਡੇ ਤੱਕ ਆਟਵਾ ਹੁੰਦਾ, ਥਰਸਡੇ ਰਾਤ ਨੂੰ ਜਾਂ ਫਰਾਈਡੇ ਮਾਰਨਿੰਗ ਆਉਣਾ ਨਾ। ਫਰਾਈਡੇ ਆਲ ਡੇ ਆਫਿਸ ਦੇ ਵਿੱਚ ਅਸੀਂ ਜਿਹੜੀਆਂ ਅਪਾਇੰਟਮੈਂਟ ਸੈੱਟ ਕੀਤੀਆਂ ਲੋਕਾਂ ਨੇ, ਉਹ ਐਕਚੁਅਲੀ ਬਰਾੜ ਸਾਹਿਬ ਨੂੰ ਮੈਂ ਕਲੈਰੀਫਾਈ ਕਰ ਲੈਣਾ, ਉਹ ਹੁੰਦੀਆਂ ਜਿਹੜੇ ਇੰਡੀਵਿਜੂਅਲ ਮਸਲੇ ਹੁੰਦੇ ਆ ਲੋਕ ਲੈ ਕੇ ਆਉਂਦੇ। ਉਹ ਚ ਵੀ ਮੈਂ ਕਹੂੰਗਾ ਕਈ ਇਹਨਾਂ ਅੱਗੇ ਬਰਾੜ ਸਾਹਿਬ ਵਰਗੇ ਵੀ ਆਉਂਦੇ ਜਿਹੜੇ ਜਨਰਲ ਕੋਈ ਪੁਆਇੰਟ ਆਫ ਵਿਊ ਜਾਂ ਜਨਰਲ ਕੋਈ ਉਹਨਾਂ ਦਾ ਕੋਈ ਇਸ਼ੂ ਜਾਂ ਕਾਜ਼ ਆ, ਔਰ ਉਹ ਕਾਜ਼ ਅਸੀਂ ਉਹਨਾਂ ਤੋਂ ਸੁਣੀਦੇ ਆ ਜਨਰਲ ਸੁਜੈਸ਼ਨਸ, ਜਿਹੜੇ ਮੈਂ ਚਾਹੇ ਉਹ ਸਰਾਏ ਰੱਖਦਾ ਹੁੰਦਾ। ਉਹਦਾ ਇਹੀ ਮਤਲਬ ਹੈ ਕਿ ਕੋਈ ਤੁਹਾਨੂੰ ਅਪਾਇੰਟਮੈਂਟ ਬਣਾਉਣ ਦੀ ਨਹੀਂ ਲੋੜ, ਮੈਂ ਆਹ ਟਾਈਮ ਤੇ ਬੈਠਾ ਚਾਹ ਹਲਕੇ ਦੇ ਨੁਮਾਇੰਦੇ ਨੂੰ ਜਾ ਕੇ ਡਾਇਰੈਕਟ ਮਿਲ ਸਕਦੇ। ਕਈ ਸਿਰਫ ਚਾਹ ਪੀ ਕੇ ਸੁਣਨ ਵਾਸਤੇ ਆਉਂਦੇ ਆ ਗੱਲ, ਕਈਆਂ ਨੂੰ ਪਰਸਨਲ ਵੀ ਹੁੰਦਾ ਪਰ ਪਰਸਨਲ ਉੱਥੇ ਘੱਟ ਆਉਂਦੇ ਆ। ਮੋਸਟਲੀ ਲੋਕ ਉੱਥੇ ਇਸੇ ਤਰ੍ਹਾਂ ਡਿਸਕਸ ਕਰਨ ਨੂੰ, ਤੁਸੀਂ ਆਹ ਪਾਸ ਕੀਤਾ ਕਿਉਂ ਕੀਤਾ, ਆਹ ਪਾਸ ਬਿੱਲ ਚੱਲ ਰਿਹਾ ਇਹਦਾ ਕੀ ਮੀਨ ਆ, ਮੈਂ ਆਹ ਦੇਖੀ ਇੱਥੇ ਡਿਫਿਕਲਟੀ ਕੀ ਹੈਗੀ ਆ। ਮੈਂ ਇੱਕ ਐਗਜ਼ਾਮਪਲ ਦੇ ਸਕਦਾ, ਸਾਨੂੰ ਬਜ਼ੁਰਗਾਂ ਨੇ ਅੱਗੇ ਆ ਕੇ ਕਿਹਾ ਸੀਗਾ ਕਿ ਸਾਨੂੰ ਜਿਹੜੇ GIS ਲੈਂਦੇ ਆ ਉਹ ਇਸੇ ਤਰ੍ਹਾਂ ਆਏ ਸੀਗੇ ਐਜ਼ ਅ ਗਰੁੱਪ 10-12 ਜਣੇ, ਸਾਨੂੰ 3 ਜਾਂ 4 ਕਿਆਰੀ ਅਸੀਂ ਸਾਲ ਦੀ ਇਨਕਮ ਬਣਾ ਸਕਦੇ ਸੀਗੇ। ਆਈ ਥਿੰਕ 2,500 ਜਾਂ 3,000
ਸੀਗਾ ਕਲॉ ਬੈਕ ਹੋਣ ਤੋਂ ਬਗੈਰ ਪੈਸੇ ਤਾਂ ਉਹ ਅਸੀਂ ਸੁਣਦਿਆਂ ਹੋਏ ਅਸੀਂ ਉਹ ਇਨਕਰੀਜ਼ ਕਰ ਦਿੱਤਾ ਉਹਨਾਂ ਦੀ ਸੁਜੈਸ਼ਨ ਦੇ ਉੱਤੇ ਅਸੀਂ ਫਾਈਨੈਂਸ ਮਿਨਿਸਟਰ ਕੀਤਾ ਪਹਿਲੇ ਸਾਲ ਨਹੀਂ ਹੋਇਆ ਸੈਕੰਡ ਬਜਟ ਦੇ ਵਿੱਚ ਹੋ ਗਿਆ ਇਹ ਐਗਜ਼ਾਮਪਲ ਹੈ ਕਿ ਲੋਕਾਂ ਨੇ ਆਵਾਜ਼ ਦੱਸੀ ਸਾਨੂੰ ਅਸੀਂ ਉਹ ਲੈ ਕੇ ਗਏ ਉੱਥੇ ਇਸੇ ਤਰ੍ਹਾਂ ਇੱਕ ਵਾਰੀ ਇੱਕ ਹੋਰ ਸੀਨੀਅਰ ਗਰੁੱਪ ਨੇ ਕਿਹਾ ਸੀ ਕਿ ਜਿਨ੍ਹਾਂ ਕੋਲ ਸਿਬਲਿੰਗਸ ਹੈਗੇ ਆ ਕੈਨੇਡਾ ਦੇ ਵਿੱਚ ਭੈਣ ਭਰਾ ਹੈਗੇ ਉਹਨਾਂ ਨੂੰ ਉਹਨਾਂ ਦੇ ਪੁਆਇੰਟ ਮਿਲਣੇ ਚਾਹੀਦੇ ਆ ਕਿ ਜਦੋਂ ਸੈਟਲ ਹੁੰਦੇ ਆ ਉਹਨਾਂ ਨੂੰ ਸੈਟਲ ਕਰਨ ਲਈ ਸਿਖਾਲਾ ਹੋ ਜਾਂਦਾ ਜਿਹੜਾ ਸਿਬਲਿੰਗ ਹੈਗਾ ਉਹ ਇੱਥੋਂ ਸਰੀ ਚੋਂ ਹੀ ਸੁਜੈਸ਼ਨ ਮਿਲੀ ਸੀ ਉਹ ਅਸੀਂ ਪਾਸ ਔਨ ਕੀਤੀ ਉਹ ਹੁਣ ਇਸ ਵੇਲੇ ਮੌਜੂਦ ਹੈ ਜਿਹਦੇ ਸਿਬਲਿੰਗਸ ਨੂੰ ਮੇਰੇ ਖਿਆਲ 5 ਜਾਂ 10 ਪੁਆਇੰਟ ਐਕਸਟਰਾ ਮਿਲਦੇ ਆ ਸੋ ਇਸ ਟਾਈਪ ਆਫ ਚੀਜ਼ ਅਸੀਂ ਜ਼ਰੂਰ ਕਰਦੇ ਆ ਬਾਕੀ ਉਹ ਨਹੀਂ ਕਿਹਾ ਸੀਗਾ ਕਿ ਕਿਸ ਰੀਜ਼ਨ ਕਰਕੇ ਸਾਨੂੰ ਵੋਟ ਪਾਓ ਆਈ ਥਿੰਕ ਜੋ ਅਸੀਂ ਹਲਕੇ ਦੇ ਵਿੱਚ ਕੀਤਾ ਮੈਂ ਨੈਸ਼ਨਲੀ ਦੇ ਸਾਰੇ ਜੋ ਲਿਬਰਲ ਪਾਰਟੀ ਕਰਦੀ ਉਹ ਸਮਝਦੇ ਆ ਮੇਰਾ ਮੇਨ ਗੋਲ ਸੀਗਾ ਕਿ ਸਰੀ ਨੂੰ ਆਪਣਾ ਫੇਅਰ ਸ਼ੇਅਰ ਜਿਹੜਾ ਇਨਫਰਾਸਟ੍ਰਕਚਰ ਡਾਲਰਸ ਫੰਡਿੰਗ ਗਵਰਨਮੈਂਟ ਜੌਬਸ ਹੈਡ ਆਫਿਸ ਦਾ ਮਿਲਣਾ ਚਾਹੀਦਾ ਜੇ ਸੈਕੰਡ ਬਿਗੇਸਟ ਸਰੀ ਸ਼ਹਿਰ ਹੈਗਾ ਪ੍ਰੋਵਿੰਸ ਦਾ ਔਰ ਅਬਾਊਟ ਟੂ ਬਿਕਮ ਦ ਬਿਗੇਸਟ ਸਿਟੀ ਇਹਨੂੰ ਪੈਸੇ ਵੀ ਹੋਈ ਤਾਂ ਫੰਡਿੰਗ ਤੇ ਜੌਬਸ ਤੇ ਸਕੂਲਿੰਗ ਵੀ ਉਸੇ ਤਰ੍ਹਾਂ ਮਿਲਣੀ ਚਾਹੀਦੀ ਉਹਦੇ ਵਿੱਚ ਮੈਂ ਇੰਜੀਨੀਅਰਿੰਗ ਕੈਂਪਸ ਨੂੰ ਬਣਾਇਆ ਸਰੀ ਦੇ ਵਿੱਚ ਤਾਂ ਕਿ ਸਰੀ ਦੇ ਬੱਚੇ ਇੱਥੇ ਹੀ ਇੰਜੀਨੀਅਰ ਬਣਨ ਸਸਟੇਨੇਬਲ ਐਨਰਜੀ ਦਾ ਸਾਈਮਨ ਫਰੇਜ਼ਰ ਕੈਂਪਸ ਆ 2000 ਬੱਚੇ ਉੱਥੇ ਹੁਣ ਪੜ੍ਹਦੇ ਆ ਉਹ ਫੰਡਿੰਗ ਬਣ ਤੇ ਖੁੱਲ ਵੀ ਗਿਆ ਸੈਕੰਡ ਕੀਤਾ ਸੀਗਾ ਕਿ ਫੈਡਰਲ ਜੌਬਸ ਔਰ ਦਫ਼ਤਰ RCMP ਦੀ ਲੈਬ ਲਿਆਂਦੀ ਗਈ ਵੈਟਰਨਸ ਅਫੇਅਰ ਸੈਂਟਰ ਲਿਆਂਦਾ ਗਿਆ ਔਰ ਸਭ ਤੋਂ ਰੀਸੈਂਟ ਜਿਹੜੀ ਕਿ ਹੁਣੀ ਹੋਈ ਆ ਉਹ ਰੀਜਨਲ ਡਿਵੈਲਪਮੈਂਟ ਏਜੰਸੀ ਫਸਟ ਏਜੰਸੀ ਜਿਹਨ ਹੈੱਡਕੁਆਰਟਰਡ ਕੈਨੇਡੀਅਨ ਹੈ ਜਿਹਨ ਹੈੱਡਕੁਆਰਟਰ ਸਰੀ 'ਚ ਹੋਣਾ ਉਹਦਾ $550 ਮਿਲੀਅਨ ਦਾ ਬਜਟ ਆ ਉਹ ਇੱਥੇ ਸਰੀ 'ਚ ਹੋਣੀ ਹੈ ਇਹ ਟਾਈਪ ਆਫ ਚੀਜ਼ ਦੇ ਨਾਲ ਸਕਾਈ ਟ੍ਰੇਨ ਦੇ $1.2 ਬਿਲੀਅਨ $10 ਬਿਲੀਅਨ ਦੀ ਸਕਾਈ ਟ੍ਰੇਨ ਲਾਰਜੈਸਟ ਇਨਫਰਾਸਟ੍ਰਕਚਰ ਡਾਲਰਸ ਐਵਰ ਸਰੀ ਨੂੰ ਕਦੇ ਮਿਲਿਆ ਸੋ ਇਹ ਟਾਈਪ ਆਫ ਪ੍ਰੋਜੈਕਟਸ ਅਸੀਂ ਲਿਆ ਕੇ ਸਰੀ ਨੂੰ ਆਪਣਾ ਹੱਕ ਦਾ ਜਿਹੜਾ ਸ਼ੇਅਰ ਆ ਇਸ ਦੇ ਨਾਲ ਹੀ ਜੌਬਸ ਮਿਲਦੀਆਂ ਉਹ ਵੈਟਰਨਸ ਅਫੇਅਰ ਸੈਂਟਰ 'ਚ 50 ਕੰਮ ਕਰਦੇ 150 ਬੰਦਾ ਫੋਰੈਂਸਿਕ ਲੈਬ ਦੇ ਵਿੱਚ ਕਰਦਾ ਰੀਜਨਲ ਡਿਵੈਲਪਮੈਂਟ ਏਜੰਸੀ 'ਚ ਕਰਨਾ ਸਕਾਈ ਟ੍ਰੇਨ ਲਈ ਹਜ਼ਾਰਾਂ ਦੀਆਂ ਜੌਬਸ ਹੋਣੀਆਂ ਸੋ ਹੁਣ ਸਾਈਮਨ ਫਰੇਜ਼ਰ ਯੂਨੀਵਰਸਿਟੀ 'ਚ 150 ਮੇਰੇ ਖਿਆਲ ਵਿਅਕਤੀ ਉੱਤੇ ਕੰਮ ਕਰਦਾ ਤੇ 2000 ਬੱਚੇ ਉੱਥੇ ਪੜ੍ਹਦੇ ਆ ਸੋ ਇਹ ਚੀਜ਼ਾਂ ਦੇ ਨਾਲ ਜੌਬ ਗਰੋਥ ਵੀ ਹੁੰਦਾ ਤੇ ਲਿਵੇਬਿਲਿਟੀ ਜਿਹਨੂੰ ਕਹਿੰਦੇ ਆ ਉਹ ਬੈਟਰ ਹੁੰਦੀ ਆ ਤੁਸੀਂ ਸਕਾਈ ਟ੍ਰੇਨ ਨਾਲ ਕੰਮ ਤੇ ਜਾ ਸਕਦੇ ਆ ਜਾਂ ਪੜ੍ਹ ਸਕਦੇ ਆ ਪੜ੍ਹਾਈ ਲਈ ਤੁਹਾਨੂੰ ਦੂਰ ਨਹੀਂ ਜਾਣਾ ਪੈਂਦਾ ਲੱਗ ਗਈ ਆ ਨੌਕਰੀਆਂ ਤੁਹਾਡੇ ਵਿਦਿਨ 10 ਤੋਂ 20 ਮਿੰਟ ਦੇ ਵਿੱਚ ਤੁਹਾਡੀ ਨੌਕਰੀ ਮਿਲਦੀ ਆ ਇਹ ਚੀਜ਼ ਦੀ ਸਾਡੀ ਖੂਬੀ ਹੈਗੀ ਅਸੀਂ ਕਹਿੰਦੇ ਕਿ ਅਸੀਂ ਜਦ ਦੇ ਆਏ ਆ ਸਰਕਾਰ ਦੇ ਕਿ ਉਹ ਤੋਂ ਪਹਿਲਾਂ ਕੰਜ਼ਰਵੇਟਿਵ ਵੀ MP ਉੱਥੇ ਰਹੇ ਆ NDP ਵੀ MP ਰਹੇ ਪਰ 10-20 ਸਾਲ ਦੇ ਵਿੱਚ 35 ਸਾਲ 'ਚ ਮੈਂ ਕਹੂੰਗਾ ਕਦੇ ਨਹੀਂ ਇਹ ਖੁਸ਼ਹਾਲੀ ਆਈ ਜਿੰਨੀ ਬਿਲਕੁਲ ਜੀ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸ਼ਰੀ ਤੇ ਗਲਤ ਕਹਿ ਗਿਆ 1 ਵੋਟ ਰਿਪੇ 5 ਵੋਟ ਠੀਕ ਹੈ ਜੀ ਠੀਕ ਹੈ ਤੁਹਾਡੀਆਂ 5 ਵੋਟਾਂ ਓਕੇ ਜੀ ਸ਼ੁਕਰੀਆ ਜੀ ਹਾਂਜੀ ਪਤਾ ਕੀ ਹੈ ਵੀ ਆਪਾਂ ਇਹਦੇ ਨਾਲ ਪਹੁੰਚੇ ਜਸ ਟੋਡੋ ਨੂੰ ਮੈਂ ਜਦੋਂ ਜਿਤਾਇਆ ਸੀ ਉੱਤੇ ਜਸ ਟੋਡੋ ਮੇਰੀ ਵਾਈਫ ਕਹਿੰਦੀ ਤੂੰ ਬਹੁਤ ਪਿਆਰ ਕਰਦਾ ਜਸ ਟੋਡੋ ਨੂੰ ਮੈਂ ਕਿਹਾ ਹਾਂ ਮੈਂ ਉਹਨੂੰ ਪਿਆਰ ਕਰਦਾ ਉਹ ਜਦੋਂ ਪਹਿਲਾਂ ਵੀ ਪ੍ਰਾਈਮ ਮਿਨਿਸਟਰ ਬਣਿਆ ਜੀ ਹਾਂਜੀ ਤੇ ਮੈਂ ਉਹਨੂੰ ਵੋਟ ਪਾਈ ਸੀ ਮੈਂ ਕਿਹਾ ਵੀ 1 ਵੋਟ ਨੇ ਜਿੱਤ ਸਕਦਾ ਬੰਦਾ ਹਾਂ ਬਿਲਕੁਲ ਬਿਲਕੁਲ ਠੀਕ ਹੈ ਜੀ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਮੇਰਾ ਜਿਹੜਾ ਸਵਾਲ ਸੀਗਾ ਉਹ ਇਮੀਗ੍ਰੇਸ਼ਨ ਦੇ ਰਿਲੇਟਡ ਸੀਗਾ ਜੀ ਜੀ ਬਿਲਕੁਲ ਪੁੱਛ ਸਕਦੇ ਹੋ ਦੱਸੋ ਕੀ ਸਵਾਲ ਹੈ ਹਾਂਜੀ ਤੇ ਸਰ ਨੂੰ ਵੀ ਸਤਿ ਸ਼੍ਰੀ ਅਕਾਲ ਐਕਚੁਅਲੀ ਸਾਡੀ ਜਿੱਦਾਂ ਮੇਰੀ ਫਾਈਲ ਲੱਗੀ ਹੋ ਸੀਗੀ ਅਸੀਂ ਸਾਡਾ ਰਿਫਿਊਜ਼ ਵੀ ਹੋਇਆ ਕੇਸ ਤੇ ਉਸ ਤੋਂ ਬਾਅਦ ਰੀਓਪਨ ਹੋਈ ਆ ਅਕਤੂਬਰ ਦੇ ਵਿੱਚ ਸਾਡੀ ਫਾਈਲ ਦੁਬਾਰਾ ਜੀ ਤੇ ਸਟਿਲ ਉਦੋਂ ਤੋਂ ਅਸੀਂ ਮੈਂ MP ਆਫਿਸ ਤੋਂ ਵੀ 2-3 ਵਾਰੀ ਇਨਕੁਆਰੀ ਪਵਾਈ ਆ ਸਟਿਲ ਲਾਈਕ ਦਸੰਬਰ ਤੋਂ ਲੈ ਕੇ ਹੁਣ ਤੱਕ ਅਗਸਤ ਮਹੀਨੇ ਵੀ ਮੈਂ ਇੱਕ ਇਨਕੁਆਰੀ ਪਵਾਈ ਆ ਉਹਦੇ ਵਿੱਚ ਉਹ ਸੇਮ ਵਰਡਿੰਗ ਹੀ ਕਹਿ ਰਹੇ ਆ ਵੀ ਤੁਹਾਡੀ ਫਾਈਲ ਰਿਵਿਊ ਦੇ ਵਿੱਚ ਵਾ ਤੇ ਤੁਹਾਡੇ ਡਾਕੂਮੈਂਟਸ ਐਕਸਪਾਇਰ ਹੋ ਚੁੱਕੇ ਆ ਪਰ ਉਹ ਹਾਲੇ ਤੱਕ ਸਾਡੇ ਤੋਂ ਡਾਕੂਮੈਂਟ ਮੰਗ ਨਹੀਂ ਰਹੇ ਤੇ ਮੇਰਾ ਸਵਾਲ ਇਹ ਆ ਵੀ ਮੈਂ ਈਵਨ ਇਮੀਗ੍ਰੇਸ਼ਨ ਵਾਲਿਆਂ ਨੂੰ ਫੋਨ ਵੀ ਕੀਤਾ ਵੀ ਇਹਦੀ ਕੋਈ ਟਾਈਮ ਲਿਮਿਟ ਹੁੰਦੀ ਹੈ ਵੀ ਕਦੋਂ ਤੱਕ ਤੁਸੀਂ ਦੱਸਣਾ ਉਹਨਾਂ ਨੇ ਕਿਹਾ ਕੋਈ ਟਾਈਮ ਲਿਮਿਟ ਨਹੀਂ ਸੋ ਇਹ ਸਾਡੇ ਲਈ ਵੀ ਅਨਫੇਅਰ ਹੋਆ ਜੀ ਠੀਕ ਹੈ ਜੀ ਜਿਹੜੇ ਰਿਫਿਊਜ਼ ਹੋਏ ਹੁੰਦੇ ਕਿ ਦੁਬਾਰਾ ਅਪੀਲ ਲੱਗਦੀ ਆ ਉਹਨਾਂ ਦੇ ਲਈ ਕੋਈ ਟਾਈਮ ਲਿਮਿਟ ਟਾਈਮ ਪੀਰੀਅਡ ਨਹੀਂ ਹੁੰਦਾ ਓਕੇ ਠੀਕ ਹੈ ਜੀ ਅਸੀਂ ਕਰਦੇ ਹਾਂ ਜੀ ਇਸ ਟੌਪਿਕ ਤੇ ਗੱਲ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਚੰਡੀਗੜ੍ਹ ਤੋਂ ਬੋਲ ਰਿਹਾ ਜੀ ਜਸਵਿੰਦਰ ਸਿੰਘ ਜੋਤ ਅੱਛਾ ਜੀ ਹਾਂਜੀ ਚੰਡੀਗੜ੍ਹ ਤੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਦੱਸੋ ਜੀ
ਕਦੋਂ ਤੋਂ ਚਾਂਸਸ ਨੇ ਡੈਟ ਇਸ਼ੂ ਹੋਣ ਦੇ ਜੀ? ਤੁਸੀਂ ਸਵਾਲ ਰਿਪੀਟ ਕਰੋਗੇ? ਟੀਵੀ ਦੀ ਵੋਲਿਊਮ ਘਟਾ ਕੇ ਥੋੜਾ ਜਿਹਾ ਉੱਚੀ ਬੋਲੋਗੇ? ਮੈਨੂੰ ਸਵਾਲ ਸਮਝ ਨਹੀਂ ਆਇਆ। ਮੈਂ ਪੁੱਛਣਾ ਚਾਹੁੰਦਾ ਜੀ, ਐਕਸਪ੍ਰੈਸ ਐਂਟਰੀ ਲਈ ਨਾ ਬੇਟੀ ਦਾ ਅੱਛਾ ਜੀ, ਪੂਰੀ ਸਾਰਾ ਕੁਝ ਹੋਇਆ ਵਾ, ਮੈਡੀਕਲ ਵੀ ਹੋਇਆ, ਮਗਰ ਅਗਰ ਕੁਝ ਲੈਟਰ ਲੂਟਰ ਇਸ਼ੂ ਨਹੀਂ ਹੋ ਰਹੇ, ਕੀ ਵਜ੍ਹਾ ਹੈ, ਕਾਰਨ ਕੀ ਹੈ? ਚਲੋ ਇਹ ਤਾਂ ਕੋਵਿਡ-19 ਕਰਕੇ ਕਹਿ ਲਓ, ਹਾਂਜੀ ਵੀ ਕੋਈ ਆਸ ਹੈਗੀ ਹੈ ਵੀ ਇਸੇ ਸਾਲ ਇਸ਼ੂ ਹੋ ਜਾਣਗੇ? ਜੀ ਠੀਕ ਹੈ ਜੀ, ਅਸੀਂ ਕਰਦੇ ਹਾਂ ਇਸ ਤੇ ਗੱਲ। ਥੈਂਕ ਯੂ ਓਕੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਯੂਐਸਏ ਤੋਂ ਪੱਤਰਕਾਰ ਜਗਰਾਜ ਸਿੰਘ ਗਿੱਲ ਬੋਲਦਾ ਜੀ। ਹਾਂਜੀ ਬੋਲੋ ਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਹਾਂ, ਮੈਂ ਤਾਂ ਇੱਕ ਹੀ ਸਿਰਫ ਸਰਾਏ ਸਾਹਿਬ ਨੂੰ ਪੁੱਛਣਾ ਵੀ ਵੀਰ ਦਵਿੰਦਰ ਸਿੰਘ ਹੈਗੇ ਜਿਹੜੇ ਲੀਡਰ ਪਟਿਆਲੇ ਦੇ ਸਰਾਏ ਸਾਹਿਬ, ਤੇ ਇੱਕ ਉਹਨਾਂ ਦੇ ਡੀਆਈਜੀ ਭਰਾ ਹੁੰਦੇ ਸੀ ਬਠਿੰਡੇ, ਮਿਲਦਾ ਰਿਹਾ ਉਹਨਾਂ ਨੂੰ ਸਰਾਏ ਸਾਹਿਬ, ਉਹਨਾਂ ਚੋਂ ਨੇ ਇਹਨਾਂ ਦੀ ਰਿਸ਼ਤੇਦਾਰੀ ਜਾਂ ਨਹੀਂ, ਉਹਨਾਂ ਨਾਲ ਕੋਈ ਲਿੰਕ ਇਹਨਾਂ ਦਾ? ਠੀਕ ਹੈ ਜੀ, ਓਕੇ ਜੀ, ਥੈਂਕ ਯੂ। ਓਕੇ ਰਣਦੀਪ ਜੀ, ਦੋ ਸਵਾਲ ਬਹੁਤ ਅਹਿਮ ਸੀਗੇ ਜੀ, ਜਿਹੜੇ ਪਹਿਲੇ ਦੋ ਆ ਦੋਨੇ ਇਮੀਗ੍ਰੇਸ਼ਨ ਦੇ ਰਿਲੇਟਡ ਹੈਗੇ ਆ, ਸੋ ਮੈਂ ਇੰਡੀਵਿਜੂਅਲ ਕੇਸ ਤੇ ਕਮੈਂਟ ਨਹੀਂ ਕਰ ਸਕਦਾ, ਮੈਨੂੰ ਪਤਾ, ਪਰ ਜਨਰਲੀ ਜਿਹੜਾ ਹੈਗਾ ਜਦੋਂ ਤੁਹਾਡਾ ਜੇ ਕਿਤੇ ਰਿਫਿਊਜ਼ ਹੋ ਜਾਵੇ, ਖਾਸ ਕਰਕੇ ਸਪਾਊਸਲ ਕੇਸ, ਤੇ ਤੁਸੀਂ ਕੋਰਟ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਮੁੜ ਕੇ ਉਹਦਾ ਕੇਸ ਲੱਗਦਾ, ਉਹ ਸਟਾਰਟ ਉਸ ਕੋਰਟ ਡੇਟ ਦੀ ਅਪੀਲ ਡੇਟ ਤੋਂ ਬਾਅਦ ਹੁੰਦਾ, ਔਰ ਯੂਜਲੀ ਉਹ ਡਿਸੀਜਨ ਇਹ ਹੁੰਦਾ ਕਿ ਮੈਂ ਪਹਿਲੇ ਡਿਸੀਜਨ ਨਾਲ ਸਹਿਮਤ ਨਹੀਂ, ਨਵੇਂ ਵੀਜ਼ਾ ਅਫਸਰ ਨੂੰ ਦਿੱਤਾ ਜਾਵੇ। ਉਹ ਫਿਰ ਯੂਜਲੀ ਸੀਨੀਅਰ ਡਿਫਰੈਂਟ ਵੀਜ਼ੇ ਅਫਸਰ ਹੁੰਦੇ ਆ, ਔਰ ਅਨਫੋਰਚੂਨਟਲੀ ਕੋਵਿਡ ਕਰਕੇ ਡਿਲੇ ਕਾਫੀ ਆ ਪ੍ਰੋਸੈਸਿੰਗ ਦੇ ਵਿੱਚ। ਇੰਡੀਆ ਦੇ ਵਿੱਚ ਖਾਸ ਕਰਕੇ ਜਿਹੜੇ ਰਿਵਿਊ ਔਰ ਐਲੀਜੀਬਿਲਟੀ ਡਿਟਰਮਨ ਕਰਦੇ ਆ, ਉੱਥੇ ਉਹਨਾਂ ਨੂੰ ਕਾਫੀ ਔਖਿਆਈ ਆ ਕੰਮ ਕਰਨ ਦੇ ਵਿੱਚ। 250 ਜਿਹੜੇ ਸਾਡੇ ਕੈਨੇਡੀਅਨ ਕੰਮ ਕਰਦੇ ਆ, ਉਹਨਾਂ ਕੋ ਕੋਵਿਡ ਕਰਕੇ ਬੜੀਆਂ ਰਿਸਟ੍ਰਿਕਸ਼ਨਸ ਆ, ਉਹਨਾਂ ਕੋ ਬਾਹਰ ਜਾ ਕੇ ਵੈਰੀਫਾਈ ਕਰਨ ਦੇ ਮੁਸ਼ਕਿਲ ਆ, ਜਿਹੜੀਆਂ ਕੰਪਨੀਆਂ ਨੂੰ ਹਾਇਰ ਕਰਦੇ ਆ ਉਹ ਵੀ ਆ, ਔਰ ਇੱਥੇ ਵੀ ਇਸੇ ਤਰ੍ਹਾਂ ਕਿਉਂਕਿ ਯੂਨੀਅਨ ਐਨਵਾਇਰਨਮੈਂਟ ਹੈਗਾ, ਉਹ ਨਹੀਂ ਕਾਫੀ ਸਖਤੀ ਦੇ ਨਾਲ ਦਫ਼ਤਰਾਂ 'ਚ ਵਾਪਸ ਜਾਣ ਲਈ ਹਜੇ ਨਹੀਂ ਗੁੰਜਾਇਸ਼ ਦਿੱਤੀ। ਓਨਲੀ 5 ਤੋਂ 10% ਦਫ਼ਤਰਾਂ 'ਚ ਕੰਮ ਕਰਦੇ ਆ, ਬਾਕੀ ਘਰੋਂ ਕਰਦੇ, ਇਸ ਕਰਕੇ ਡਿਲੇ ਹੈਗੀ ਆ। ਸਰਕਾਰ ਵੱਲੋਂ ਪੂਰੀ ਪੁਸ਼ ਹੈਗੀ ਕਿ ਜਲਦੀ ਕੀਤੇ ਜਾਣ, ਪਰ ਉਹ ਜਦੋਂ ਸੇਫ ਐਂਡ ਸਿਕਿਉਰ ਮੈਨਰ ਦੇ ਵਿੱਚ ਇਨਫੋਰਮੇਸ਼ਨ ਆ ਜਾਂਦੀ ਆ, ਉਹਦੇ ਨਾਲ ਉਹ ਕੀਤਾ ਜਾਊਗਾ। ਸੋ ਉਹ ਹਾਂ ਉਹ ਠੀਕ ਹੈ ਕਿ ਟਾਈਮ ਲਾਈਨ ਨਹੀਂ ਹੁੰਦਾ, ਜਦੋਂ ਉਸ ਤੋਂ ਬਾਅਦ ਉਹ ਫਿਕਸ ਟਾਈਮ ਦਿੰਦੇ, ਉਹਦਾ ਸਟੈਂਡਰਡਾਈਜ਼ ਟਾਈਮ ਰੈਗੂਲਰ ਸਪਾਊਸਲ ਐਪਲੀਕੇਸ਼ਨ 10 ਤੋਂ 12 ਮਹੀਨੇ ਪ੍ਰੀ ਕੋਵਿਡ ਸੀਗੀ। ਕੋਵਿਡ ਤੋਂ ਬਾਅਦ ਕਾਫੀ ਡਿਲੇ ਹੋਈ ਆ, ਫਿਰ ਵੀ ਪ੍ਰਾਈਮ ਮਿਨਿਸਟਰ ਨੇ ਪੁਸ਼ ਕਰਕੇ ਉਹਦੇ ਲਈ ਐਕਸਟਰਾ ਫੰਡਿੰਗ ਦਿੱਤੇ, ਮੋਰ ਵੀਜ਼ਾ ਆਫਿਸਰ ਦਿੱਤੇ ਆ ਤਾਂ ਕਿ ਜਲਦੀ ਕੀਤਾ ਜਾਵੇ। ਪਰ ਉਹਨਾਂ ਦਾ ਇਹ ਵੀ ਕਹਿਣਾ ਸੀ ਰਣਦੀਪ ਜੀ ਕਿ ਉਹਨਾਂ ਨੂੰ ਦੱਸਿਆ ਵੀ ਨਹੀਂ ਜਾ ਰਿਹਾ ਵੀ ਡਾਕੂਮੈਂਟਸ ਜੇ ਕੋਈ ਸਬਮਿਟ ਕਰਵਾਣੇ ਵੀ ਆ ਤਾਂ ਕਿਹੜੇ ਡਾਕੂਮੈਂਟਸ ਉਹ ਇਸੇ ਕਰਕੇ ਲੈਕ ਆਫ ਦੇਖੋ ਲੈਕ ਆਫ ਪਰਸਨਲ ਹੈਗੀ ਆ, ਕਿਉਂਕਿ ਉਹ ਘਰੋਂ ਕਰਦੇ ਆ, ਉਹ ਜਿਹੜੇ ਸਪੈਸ਼ਲਾਈਜ਼ ਰਿਵਿਊ ਕਰਦੇ ਆ ਉਹ ਹੋਰ ਵੀ ਘੱਟ ਹੈਗੇ ਆ। ਸੋ ਆਸ ਕਰਦੇ ਕਿ ਫਾਲ ਦੇ ਵਿੱਚ ਉਹ ਜਲਦੀ ਕੀਤੇ ਜਾਣਗੇ ਔਰ ਜਲਦੀ ਹੋ ਜੂਗਾ। ਸਤਿ ਸ਼੍ਰੀ ਅਕਾਲ ਜੀ। ਗੁੱਡ ਮਾਰਨਿੰਗ ਸ਼ੈਰੀ ਜੀ। ਹਾਂਜੀ ਗੁੱਡ ਮਾਰਨਿੰਗ ਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਭਾਜੀ ਨਾਲ ਗੱਲ ਕਰਨੀ ਸੀ, ਮੇਰਾ ਇੱਕ ਸਵਾਲ ਸੀਗਾ। ਪਹਿਲਾਂ ਕਾਲ ਆਈ ਸੀ ਇੱਕ ਲੇਡੀ ਦੀ ਇਮੀਗ੍ਰੇਸ਼ਨ ਦੇ ਪਰਪਸ ਨਾਲ ਜੀ, ਤੇ ਭਾਜੀ ਨੇ ਕਹਿ ਰਹੇ ਵੀ ਟਾਈਮ ਬਹੁਤ ਲੱਗ ਰਿਹਾ ਨਾ, ਕੋਵਿਡ ਆ। ਹਾਂਜੀ, ਮੈਨੂੰ ਇਹ ਸਮਝ ਲੱਗ ਰਹੀ ਕਿ ਮੇਰਾ ਵੀ ਕੇਸ ਉਹੀ ਸਪਾਊਸਲ ਵਾਲਾ ਹੀ ਆ। ਇੰਨਾ ਕੁਝ ਸਾਰਾ ਕੁਝ ਉੱਥੇ ਖੁੱਲ੍ਹਾ ਆਲਰੇਡੀ, ਇੱਥੇ ਕਬੱਡੀ ਕਲੱਬ ਹੋ ਰਹੇ ਨੇ, ਸਾਰੀ ਦੁਨੀਆ ਇੱਥੇ ਕਿੰਨੇ ਕੱਲ ਬੰਦੇ ਸੀਗੇ, ਭਾਜੀ ਹੋਣੀ ਵੀ ਉੱਥੇ ਗਏ ਹੋ ਸੀਗੇ ਹਨਾ, ਤੇ ਮੰਨ ਲਓ ਖਾਸ ਹੀ ਮਤਲਬ ਵੀ ਇਮੀਗ੍ਰੇਸ਼ਨ ਆਫਿਸਰਸ ਨੂੰ ਜ਼ਿਆਦਾ ਕੋਵਿਡ ਹੋ ਰਿਹਾ, ਇੰਨੀਆਂ ਫਾਈਲਾਂ ਸਟਕ ਹੋ ਰਹੀਆਂ, ਨਵੀਆਂ ਫਾਈਲਾਂ ਲੱਗ ਰਹੀਆਂ, ਨਵਿਆਂ ਤੇ ਸਾਰਾ ਕੁਝ ਰਿਵਿਊ ਆ ਰਿਹਾ, ਉਹਨਾਂ ਦਾ ਜੋ ਵੀ ਵੀਜ਼ੇ ਆ ਰਹੇ ਨਾ, ਜਿਹੜੀ ਪੁਰਾਣੀਆਂ ਫਾਈਲਾਂ ਪਈਆਂ ਉਹਨਾਂ ਤੇ ਕਿਉਂ ਨਹੀਂ ਕੰਮ ਹੋ ਰਿਹਾ ਨਾ ਜੀ। ਮੇਰਾ ਇਹੀ ਸਵਾਲ ਹੈ ਕਿ ਜੇ ਕੋਵਿਡ ਹੈ ਤਾਂ ਮੰਨ ਲਓ ਸਾਰੇ ਜਗ੍ਹਾ ਕੋਵਿਡ ਹੋਣਾ ਚਾਹੀਦਾ, ਕੱਪ ਹੋ ਰਹੇ, ਭਾਜੀ ਹੋਣੀ ਖੁਦ ਉੱਥੇ ਗਏ ਹੋ ਸੀਗੇ ਨਾ, ਇੰਨੀ ਦੁਨੀਆ ਇਕੱਠੀ ਹੋਈ ਹੋ ਸੀਗੀ, ਮੰਨ ਲਓ ਕੋਵਿਡ ਉੱਥੇ ਨਹੀਂ ਹੈਗਾ ਜੀ। ਬਸ ਜੀ ਠੀਕ ਹੈ ਜੀ, ਥੈਂਕ ਯੂ। ਰਣਦੀਪ ਜੀ, ਇਸ ਤੋਂ ਪਹਿਲਾਂ ਜਿਹੜੇ ਚੰਡੀਗੜ੍ਹ ਤੋਂ ਵੀ ਕਾਲਰ ਆਪਾਂ ਨੂੰ ਆਪਣੇ ਨਾਲ ਜੁੜੇ ਸੀਗੇ, ਉਹਨਾਂ ਨੇ ਵੀ ਐਕਸਪ੍ਰੈਸ ਐਂਟਰੀ ਵਾਸਤੇ ਜਿਹੜਾ ਸਵਾਲ ਪੁੱਛਿਆ ਸੀ, ਤੇ ਦੂਜਾ ਇਹ ਉਹ ਸਪਾਊਸ ਕੇਸਿਸ ਨੇ ਜਿਨ੍ਹਾਂ ਬਾਰੇ ਮੈਂ ਓਪਨਿੰਗ ਦੇ ਵਿੱਚ ਵੀ ਗੱਲ ਕੀਤੀ ਸੀ, ਕਿਉਂਕਿ ਸਪਾਊਸ ਵਾਲੇ ਬਹੁਤ ਪਰੇਸ਼ਾਨ ਨੇ ਇੰਡੀਆ ਦੇ ਵਿੱਚ ਵੀ, ਜਿਨ੍ਹਾਂ ਦੇ ਸਪਾਊਸ ਬੈਠੇ ਹੋਏ ਨੇ, ਉਹ ਮਤਲਬ ਇੱਦਾਂ ਦੇ ਟਵਿੱਟਰ ਤੇ ਮੈਂ ਦੇਖਿਆ ਕਿ ਕੁਝ ਲੋਕਾਂ ਦੀਆਂ ਵੀਡੀਓਜ਼ ਮੈਂ ਇੱਦਾਂ ਦੀਆਂ ਦੇਖ ਚੁੱਕੀ ਹਾਂ ਜਿਹੜੇ ਕੀ ਕਹਿੰਦੇ ਆ ਕਿ ਸਾਡਾ ਸੁਸਾਈਡ ਕਰਨ ਨੂੰ ਦਿਲ ਕਰ ਰਿਹਾ, ਕਿਉਂਕਿ ਇੰਨਾ ਸਮਾਂ ਹੋ ਗਿਆ ਸੀ ਆਪਣੇ ਸਪਾਊਸ ਕੋਲ ਜਾ ਨਹੀਂ ਰਹੇ। ਦੇਖੋ ਮੈਂ ਹਰ ਇੱਕ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਪੇਸ਼ੈਂਸ ਥੋੜਾ ਜਿਹਾ ਰੱਖੋ। ਇੱਥੇ ਵਿਅਕਤੀ ਆਪਣੇ ਮਾਂ ਪੇ ਨੂੰ ਓਲਡ ਫੋਕਸ ਹੋਮ, ਸੀਨੀਅਰ ਹੋਮ 'ਚ ਨਹੀਂ ਦੇਖ ਸਕੇ ਸੀਗੇ 1.5 ਸਾਲ। ਸੋ ਸਿਮਿਲਰ ਚੀਜ਼ਾਂ ਦੇ ਕਾਰਨ ਸਾਡੇ ਕੋ ਡਿਲੇ ਹੈਗੀ ਆ। ਅੰਡਰਸਟੈਂਡ ਕਰਨ ਵਾਲੀ ਜਦੋਂ ਸਟੂਡੈਂਟ ਵੀਜ਼ਾ ਆਉਂਦਾ ਜਾਂ ਵਰਕ ਪਰਮਿਟ ਹੋਲਡਰ ਆਉਂਦਾ, ਉਹਦਾ ਜਿਹੜਾ ਟੈਸਟਿੰਗ ਆ, ਬੈਕਗਰਾਊਂਡ ਔਰ ਰਿਕੁਆਇਰਮੈਂਟਸ ਹੈ, ਕਿਉਂਕਿ ਉਹ ਟੈਂਪਰੇਰੀ ਵੀਜ਼ੇਸ ਹੈਗੇ ਆ, ਉਹਦਾ ਬਹੁਤ ਥੋੜਾ ਲੋਅਰ ਸਟੈਂਡਰਡ ਹੈਗਾ। ਔਰ ਜਿਹਦਾ ਜਦੋਂ ਕਿਸੇ ਨੂੰ ਪਰਮਾਨੈਂਟ ਕਰਨਾ, ਉਹਦੀ ਜਿਹੜੀ ਬੈਕ
ਬੈਕਗਰਾਉਂਡ ਚੈਕਿੰਗ ਹੈ ਔਰ ਵੈਰੀਫਿਕੇਸ਼ਨ ਹੈ ਉਹ ਬਹੁਤ ਲੰਮੀ ਹੁੰਦੀ ਆ। ਇਸ ਕਰਕੇ ਉਹ ਦੋਨਾਂ ਨੂੰ ਤੁਸੀਂ ਇੱਕ ਤਲੀ ਤੇ ਪਾਉਣਾ ਬਹੁਤ ਮੁਸ਼ਕਿਲ ਦੀ ਗੱਲ ਆ। ਇੱਕ ਨੂੰ ਜਦੋਂ ਤੁਸੀਂ ਇੱਕ ਵਾਰੀ ਪਰਮਨੈਂਟ ਦੇ ਦਿੱਤਾ ਉਹ ਵਰਚੁਅਲੀ ਐਵਰੀ ਹੱਕ ਸ਼ੁੱਟ ਵੋਟ ਪਾਉਣ ਦਾ ਉਹਨੂੰ ਕੈਨੇਡਾ 'ਚ ਮਿਲ ਜਾਂਦਾ ਆ। ਸੋ ਉਸ ਕਰਕੇ ਉਹਦੀ ਜਿਹੜੀ ਛਾਣਬੀਨ ਕਰਨੀ, ਚੈਕਿੰਗ, ਵੈਰੀਫਿਕੇਸ਼ਨ ਸਿਸਟਮਸ ਬਹੁਤ ਆ। ਦੂਸਰੀ ਗੱਲ ਜਿਹੜੀ ਬਿਊਰੋਕਰੇਸੀ ਹੈਗੀ ਆ, ਇਹ ਜਿਵੇਂ ਮੈਂ ਦੱਸਿਆ ਇਹਨਾਂ ਦਾ ਯੂਨੀਅਨ ਵੀ ਆ, ਇਹਨਾਂ ਦੇ ਸਟੈਂਡਰਡਸ ਵੀ, ਔਰ ਕੁਬੈਕ ਐਂਡ ਓਨਟਾਰੀਓ ਦੇ ਵਿੱਚ ਜਿਹੜਾ ਹਾਲਾਤ ਖਾਸ ਕਰਕੇ BC ਨਾਲੋਂ ਤਕਰੀਬਨ ਉਹ 1 ਜਾਂ 2 ਮਹੀਨੇ ਬਿਹਾਈਂਡ ਆ ਕੋਵਿਡ ਕਾਰਨ। ਜਿੰਨੇ ਵੀ ਸਰਕਾਰੀ ਉੱਥੇ ਦਫ਼ਤਰ ਆ ਉਹ ਹਜੇ ਨਹੀਂ 100% ਬੈਕ ਟੂ ਵਰਕ। ਲੇਟੈਸਟ ਜਿਹੜਾ ਪੜਿਆ ਸੀਗਾ ਓਨਲੀ 90%, 10%, 5 to 10% ਬੈਕ ਟੂ ਵਰਕ, 90% ਘਰੋਂ ਆ। ਉਹਦੀ ਐਫੀਸ਼ੀਐਂਸੀ ਉਨੀ ਹੈ ਨਹੀਂ ਗੀ ਕਿਉਂਕਿ ਡਾਕੂਮੈਂਟ ਜਿਹੜੇ ਆ ਉਹਨੂੰ ਸੀਕ੍ਰੇਟ ਔਰ ਪ੍ਰਾਈਵੇਸੀ ਕੰਸਰਨ ਕਰਕੇ ਸੋ ਮਚ ਹੀ ਉਹ ਆਪਣੇ ਦਫ਼ਤਰਾਂ ਤੋਂ ਕਰ ਸਕਦੇ। ਫਿਰ ਮੈਂ ਜਿਵੇਂ ਦੱਸਿਆ ਬੈਕਗਰਾਉਂਡ ਹੁਣ ਨਹੀਂ, ਕ੍ਰਿਮੀਨੈਲਿਟੀ ਤਾਂ ਉਹ ਪੁਲਿਸ ਚੈੱਕ ਕਰਾ ਲੈਂਦੇ ਆ ਇੰਡੀਆ ਤੋਂ। ਜਿਹੜਾ ਬੈਕਗਰਾਉਂਡ ਆ ਉਹ ਜਿਹੜੀ ਏਜੰਸੀ ਨੂੰ ਦਿੰਦੇ ਹੁੰਦੇ ਆ ਉਹ ਨਹੀਂ ਜਾ ਕੇ ਦੇਖਣਾ ਕਿ ਤੁਸੀਂ ਟੈਰਰਿਸਟ ਤਾਂ ਨਹੀਂ ਹੈਗੇ, ਤੁਹਾਡਾ ਕੋਈ ਹਿਊਮਨ ਰਾਈਟਸ ਵਾਇਲੇਸ਼ਨ ਨੌਕਰੀ ਦੇ ਵਿੱਚ ਤਾਂ ਨਹੀਂ ਕੀਤਾ। ਉਹ ਬੇਸ਼ੱਕ ਕੋਈ ਨਹੀਂ ਹੈਗਾ, ਔਰਤ ਆ, ਪਿੰਡ 'ਚ ਰਹੀ ਆ, ਉਹਦਾ ਕੋਈ ਇੱਦਾਂ ਦਾ ਹੈ ਨਹੀਂ, ਪਰ ਜਿੰਨਾ ਚਿਰ ਉਹ ਨਹੀਂ ਡਬਲ ਚੈੱਕ ਕਰਕੇ ਉਹਦੀ ਰਿਪੋਰਟ ਨਹੀਂ ਆਉਂਦੀ ਵਾਪਸ, ਉਹਨਾਂ ਚਿਰ ਉਹ ਫਾਈਲ ਗਾਂ ਤੁਰਦੀ ਨਹੀਂ ਹੈਗੀ। ਸੋ ਕਿਤੇ ਵੀ ਉਹ ਪਾਈਪਲਾਈਨ ਦੇ ਵਿੱਚ ਵਿਘਨ ਪੈ ਜਾਂਦਾ, ਉਹ ਥਰੂ ਨਹੀਂ ਫਾਈਲ ਹੁੰਦੀ। ਜਿਹੜੇ ਆਪਾਂ ਨੂੰ ਮੈਡੀਕਲ, ਕ੍ਰਿਮੀਨੈਲਿਟੀ, ਇਹ ਬੇਸਿਕ ਚੀਜ਼ਾਂ ਹੁੰਦੀਆਂ ਪਰ ਉਹਨਾਂ ਨੂੰ ਉਹ ਵੈਰੀਫਾਈ ਕਰਨਾ ਪੈਂਦਾ। ਮੈਰਿਜ ਦੀ ਗੱਲ ਕਰ ਲਓ, ਉਹ ਆਮ ਤੌਰ ਤੇ ਐਲੀਜੀਬਿਲਿਟੀ ਚੈੱਕ ਕਰਦੇ ਆ ਕਿ ਵਾਕਿਆ ਹੀ ਵਿਆਹ ਆਹ ਬਠਿੰਡੇ ਫਲਾਣੇ ਦਿਨ ਨੂੰ ਆਹ ਦਿਨ ਨੂੰ ਹੋਇਆ ਸੀ। ਉਹ ਫਿਰ ਜਾ ਕੇ ਪੁੱਛਦੇ ਵੀ ਇਹਦੇ ਨਾਲ ਹੀ ਹੋਇਆ ਸੀਗਾ। ਕਈ ਫਰਾਡ ਕੇਸ ਬਹੁਤ ਹੈਗੇ ਕਰਕੇ ਉਹਨਾਂ ਨੂੰ ਪਤਾ ਲੱਗ ਜਾਂਦਾ ਨਹੀਂ ਜੀ ਵਿਆਹ ਤਾਂ 3 ਸਾਲ ਪਹਿਲਾਂ ਹੋਇਆ ਸੀ, ਉਹ ਤਾਂ ਉਹਦੇ ਬ੍ਰਦਰ ਨਾਲ ਹੋਇਆ ਸੀ, ਜਾਂ ਉਹ ਡਿਵੋਰਸ ਸੀ, ਜਾਂ ਆਹ ਨਾਂ ਦਾ ਵਿਅਕਤੀ ਐਕਚੁਅਲੀ ਆਹ ਨਾਂ ਦਾ। ਉਹਨਾਂ ਨੂੰ ਛਾਣਬੀਨ ਕਰਨ ਵਾਸਤੇ ਉਹ ਟਾਈਮ ਉਹ ਹੁਣ ਕਿਉਂਕਿ ਕੋਵਿਡ ਕਰਕੇ ਉਹਨਾਂ ਨੂੰ ਬੜੀਆਂ ਰਿਸਟ੍ਰਿਕਸ਼ਨਸ ਹੈਗੀਆਂ ਇੰਡੀਆ ਦੇ ਵਿੱਚ, ਜਿਹਦੇ 'ਚ ਉਹ ਨਹੀਂ ਜਾਂਦੇ ਆਉਂਦੇ। ਉਹ ਜੇ ਇੰਡੀਅਨਸ ਤੁਹਾਨੂੰ ਦੱਸਦੇ ਆਉਂਦੇ ਜਾਂਦੇ, ਇਹ ਨਹੀਂ ਮੀਨ ਕਿ ਬਿਊਰੋਕਰੈਟ ਵੀ ਉਸੇ ਤਰ੍ਹਾਂ ਜਾਂਦੇ। ਉਹਨਾਂ ਦੇ ਕਾਫੀ ਸਟੈਂਡਰਡਸ ਹਾਈ ਆ ਕਿਉਂਕਿ ਜਿਹੜਾ ਐਮਬੈਸੀ ਦਾ ਹੈਡ ਆ ਉਹਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਨੂੰ ਸੇਫ ਰੱਖਣਾ। ਲਾਸਟ ਟਾਈਮ ਉਹਨਾਂ ਨੂੰ ਕੋਵਿਡ ਬਹੁਤ ਹੋ ਗਿਆ ਸੀ। ਜਿੱਥੇ ਉਹ ਗੱਲ ਕਰਦੇ ਕਿ ਇੱਥੇ ਹੁਣ ਕਬੱਡੀ ਟੂਰਨਾਮੈਂਟ ਚੱਲਦੇ ਜਾਂ ਹੋਰ, BC ਗਵਰਨਮੈਂਟ ਵੀ ਆਪਣੇ ਆਪ ਗੇਜ ਕਰਦੀ ਆ, ਉਹਨੇ ਖੋਲਿਆ। ਉਹਦੇ ਵਿੱਚ ਮੈਂ ਜਸਟ ਕਲੀਅਰ ਕਰ ਦਿੰਦਾ, ਕੋਈ ਇੰਡੀਆ ਤੋਂ ਨਹੀਂ ਪਲੇਅਰ ਆਏ। ਉਹ ਜਿੰਨੇ ਪਲੇਅਰ ਪਲੇ ਕੀਤੇ ਉਹ ਇੱਥੇ ਆਲਰੇਡੀ ਕੈਨੇਡਾ ਦੇ ਵਿੱਚ ਰਹਿ ਰਹੇ ਸੀਗੇ ਪਲੇਅਰ, ਕੋਈ ਇੰਡੀਆ ਤੋਂ ਨਵਾਂ ਨਹੀਂ ਆਇਆ। ਸੋ ਇਹ ਚੀਜ਼ ਦਾ ਥੋੜਾ ਜਿਹਾ ਪੇਸ਼ੈਂਸ ਦੀ ਮੈਂ ਗੱਲ ਹੀ ਕਰਦਾ ਕਿ ਥੋੜਾ ਜਿਹਾ ਪੇਸ਼ੈਂਸ ਰੱਖੋ, ਕਲੀਅਰ ਹੋ ਜਾਊਗਾ। ਜਦੋਂ ਸਾਡੀ ਸਰਕਾਰ ਕੋਵਿਡ ਤੋਂ ਪਹਿਲਾਂ ਆਲਵੇਜ਼ ਬੜੀ ਹਾਈ ਐਫੀਸ਼ੀਐਂਸੀ ਦੇ ਨਾਲ ਚੱਲੀ ਸੀਗੀ। ਸਪਾਊਸਲ ਕੇਸ ਫਾਸਟੈਸਟ ਕੀਤੇ ਗਏ ਸੀ ਪਿਛਲੇ 15 ਵਰਿਆਂ ਦੇ ਵਿੱਚ, ਇੰਨਾ ਸਪੀਡ ਦੇ ਨਾਲ ਹੋਏ। ਸੋ ਇਸੇ ਤਰ੍ਹਾਂ ਮੁੜ ਕੇ ਵੀ ਹੋਣਗੇ ਜਸਟ ਸੂਨ ਐਜ਼ ਕੋਵਿਡ ਦੇ ਕੈਨੇਡਾ ਦੇ ਵਿੱਚ ਐਂਡ ਇੰਟਰਨੈਸ਼ਨਲੀ ਉਹ ਜਿਹੜੇ ਰਿੰਕਲਸ ਹੈਗੇ ਆ ਉਹ ਆਇਰਨ ਆਊਟ ਹੋ ਜਾਣ ਜੀ। ਔਰ ਜਿਹੜੇ ਸਪਾਊਸ ਜਿਨ੍ਹਾਂ ਦੀ ਐਕਸਪ੍ਰੈਸ ਐਂਟਰੀ ਵਾਸਤੇ ਜਿਹੜੀ ਕਾਲ ਆਈ ਸੀਗੀ, ਸੋ ਉਹਨਾਂ ਨੂੰ ਵੀ ਕਹਿੰਦੇ ਲੈਟਰਸ ਜਿਹੜੀਆਂ ਇਸ਼ੂ ਉਹ ਵੀ ਹੋ ਜਾਣਗੀਆਂ ਕਿਉਂਕਿ ਆਬਵੀਅਸਲੀ ਅਸੀਂ ਐਕਸਪ੍ਰੈਸ ਐਂਟਰੀ PR ਤੁਹਾਨੂੰ ਮਿਲਦਾ ਜਾਂ ਉਹ ਕਾਫੀ ਲਾਰਜ ਸਕੇਲ ਤੇ ਕੀਤਾ, 4 ਲੱਖ 1,000 ਟੋਟਲ PR ਹੈ। ਸੋ ਕੈਨੇਡਾ ਦੀ ਇੰਟੈਂਟ ਪੂਰੀ ਹੈ ਕਿ ਉਹਨੂੰ ਫੁਲਫਿਲ ਕਰਨਾ, ਇਸੇ ਕਰਕੇ ਕਿਉਂਕਿ ਜਿਹੜਾ ਘਾਟ ਪਈ ਸੀ 2020 ਦੇ ਵਿੱਚ ਉਹਨੂੰ ਪੂਰੀ ਅਸੀਂ ਕਰਨੀ ਆਉਣ ਵਾਲੇ 3 ਸਾਲਾਂ ਦੇ ਵਿੱਚ। ਪਰ ਫੇਰ ਵੀ ਅਸੀਂ ਸ਼ਾਰਟਕਟ ਕਰਕੇ ਨਹੀਂ ਕਰਦੇ। ਇਹ ਚੀਜ਼ ਨਹੀਂ ਕਿ ਉਹ ਨਹੀਂ ਕੋਈ ਇੱਕ ਚੀਜ਼ ਕਹਿਤੀ ਕਿ ਆਹ ਚੀਜ਼ ਤੁਹਾਨੂੰ ਲੋੜ ਨਹੀਂ ਹੋ ਡਾਕੂਮੈਂਟੇਸ਼ਨ। ਸੋ ਉਹ ਪੂਰੀਆਂ ਸ਼ਰਤਾਂ ਕਰਨ ਲਈ ਫੇਰ ਵੀ ਬਿਊਰੋਕਰੇਸੀ ਨੂੰ ਟਾਈਮ ਚਾਹੀਦਾ। ਅਸੀਂ ਹਾਇਰਿੰਗ ਕੀਤੀ ਆ ਐਕਸਟਰਾ ਪਰਸਨਲ, ਸੋ ਉਹ ਥੋੜਾ ਜਿਹਾ ਪੇਸ਼ੈਂਸ ਰਹੋ, ਹੋ ਜਾਊਗਾ ਪੂਰਾ। ਜੀ ਬਿਲਕੁਲ। ਸੋ ਥੋੜੇ ਜਿਹੇ ਪੇਸ਼ੈਂਸ ਦੇ ਵਿੱਚ ਕੋਈ ਹੈਗਾ ਵੀ ਇੰਨੇ ਤੋਂ ਇੰਨੇ ਦੇ ਸਮੇਂ ਦੇ ਵਿੱਚ ਕੁਝ ਹੋ ਸਕਦਾ, ਕਿਉਂਕਿ ਕੋਈ ਤਸੱਲੀ ਐਟਲੀਸਟ ਉਹਨਾਂ ਨੂੰ ਮਿਲੇ। ਐਟਲੀਸਟ ਤੁਸੀਂ ਨੋ ਡਾਊਟ ਕਿ ਤੁਸੀਂ ਗੱਲ ਆਪਣੀ ਪਹੁੰਚਾਉਂਦੇ ਹੋ, ਅੱਗੇ ਵੀ ਪਹੁੰਚਾ ਰਹੇ ਹੋ, ਫੈਡਰਲ ਤੱਕ ਇਹਨੂੰ ਲੈ ਕੇ ਜਾ ਰਹੇ ਹੋ ਔਰ ਸਰਕਾਰ ਤੱਕ ਇਹ ਵੀ ਚਲੋ ਜਲਦੀ ਕੋਈ ਇੱਦਾਂ ਦੇ ਅਨਾਉਂਸਮੈਂਟ ਹੋ ਜਾਣ। ਹੁਣ ਰਣਦੀਪ ਜੀ, ਇਹਨਾਂ ਦਿਨਾਂ ਦੇ ਵਿੱਚ ਇਹ ਹੋ ਰਿਹਾ ਵੀ ਜਦੋਂ ਵੀ ਅਸੀਂ ਸ਼ੋਅ ਦੇ ਵਿੱਚ ਬੈਠੇ ਬਹੁਤ ਸਾਰੇ ਕਾਲਸ ਆਉਂਦੀਆਂ ਨੇ, ਆਪਾਂ ਅਟੈਂਡ ਕਰਦੇ ਹਾਂ, ਆਪਾਂ ਦੱਸਦੇ ਹਾਂ ਵੀ ਜਲਦੀ ਹੋ ਜਾਏਗਾ ਜਲਦੀ ਹੋ ਜਾਏਗਾ, ਬਟ ਫਿਰ ਵੀ ਕੁਝ ਲੋਕਾਂ ਨੂੰ ਇਹ ਰਹਿੰਦਾ ਵੀ ਐਟਲੀਸਟ ਸਾਨੂੰ ਇੰਨੇ ਤੋਂ ਇੰਨਾ ਸਮਾਂ ਪਤਾ ਲੱਗ ਜਾਵੇ ਵੀ ਚਲੋ ਇੰਨੇ ਦੌਰਾਨ ਕੁਝ ਜਿਹੜਾ ਕੋਈ ਨਾ ਕੋਈ ਜਿਹੜਾ ਸਵਾਲ ਜਿਹੜਾ ਉਹਦਾ ਜਵਾਬ ਜ਼ਰੂਰ ਮਿਲ ਸਕਦਾ। ਸੋ ਇਹਦਾ ਜ਼ਰੂਰ ਦੱਸਿਓ। ਇੱਕ ਕਾਲਰ ਆਪਣੇ ਨਾਲ ਹੋਰ ਜੁੜ ਰਹੇ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੇਰੀ ਆਵਾਜ਼ ਆ ਰਹੀ ਹੈ ਜੀ ਤੁਹਾਨੂੰ? ਹੈਲੋ, ਹਾਂਜੀ ਮੇਰੀ ਆਵਾਜ਼ ਆ ਰਹੀ ਹੈ ਜੀ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਚਾਹੁੰਦੀ ਸਾਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰਾਂ ਨੂੰ ਵੀ ਤੇ ਮੈਂ ਕਹਿਣਾ ਚਾਹੁੰਦੀ ਆ ਹਾਂਜੀ ਵੀ ਛੇੜੀ ਚੈਨਲ ਦੀਆਂ ਵੋਟਾਂ ਲੈਂਦੀਆਂ ਨੇ ਜਿਹੜੇ ਉਹ ਦੂਜੇ ਰਹਿੰਦੇ ਨੇ ਮੇਰੇ ਵਰਗੇ, ਉਹਨਾਂ ਦੀਆਂ ਵੋਟਾਂ ਕਿਉਂ ਨਹੀਂ ਲੈਂਦੇ ਜਦੋਂ ਅਸੀਂ ਪੈਨਸ਼ਨ ਲੈਂਦੇ ਆ, ਟੈਕਸ ਘਟਾਉਣੀ ਆ। ਹਾਂਜੀ, ਪੈਨਸ਼ਨੀਆਂ ਦੀ ਸਭ ਦੀਆਂ ਵੋਟਾਂ ਬਣਾਉਣੀਆਂ ਚਾਹੀਦੀਆਂ ਇਹਨਾਂ ਨੂੰ। ਬਿਲਕੁਲ। ਠੀਕ ਹੈ, ਗੱਲ ਕਰਦੇ ਹਾਂ ਜੀ। ਥੈਂਕ ਯੂ ਠੀਕ ਹੈ ਜਾਨੀ ਜੀ। ਬਿਲਕੁਲ ਜੀ ਬਿਲਕੁਲ ਢਿੱਲੋਂ ਜੀ, ਆਪਾਂ ਕਰਦੇ ਹਾਂ ਜੀ ਇਸ ਤੇ ਗੱਲ। ਥੈਂਕ ਯੂ ਜੀ। ਸਰੀ ਤੋਂ ਹੀ ਬੋਲਦੀ ਆ। ਹਾਂਜੀ ਹਾਂਜੀ ਓਕੇ ਹਾਂ ਜੀ, ਠੀਕ ਹੈ ਜੀ, ਅਸੀਂ ਕਰਦੇ ਹਾਂ ਜੀ ਇਸ ਤੇ ਗੱਲ।
ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਹਾਂਜੀ ਰਦੀਪ ਜੀ, ਇਦਾਂ ਦਾ ਵੀ ਇੱਕ ਇਸ਼ੂ ਹੈਗਾ। ਸ਼ੋਰ ਦੇਖੋ, ਇਹ ਇੰਟਰਨੈਸ਼ਨਲ ਰੂਲ ਹੈ ਸਾਰੀ ਦੁਨੀਆ ਦੇ ਵਿੱਚ ਕਿ ਉਸ ਕੰਟਰੀ ਦੀ ਵੋਟ ਜਿਹੜੀ ਸਿਟੀਜ਼ਨ ਪਾ ਸਕਦੇ। ਸੋ ਜੇ ਉਹਨਾਂ ਨੂੰ ਪੈਨਸ਼ਨ ਮਿਲਦੀ ਦੈਟ ਮੀਨ ਉਹ ਪਰਮਨੈਂਟ ਰੈਜ਼ੀਡੈਂਟ ਹੈਗੇ ਆ। ਜੇ ਉਹ ਕੈਨੇਡਾ 'ਚ ਵੋਟ ਪਾਉਣਾ ਚਾਹੁੰਦੇ ਆ ਉਹਨਾਂ ਨੂੰ ਸਿਟੀਜ਼ਨਸ਼ਿਪ ਲੈ ਲੈਣੀ ਚਾਹੀਦੀ ਆ। ਇਹਨਾਂ ਨੂੰ ਕੋਈ ਟੈਸਟ ਨਹੀਂ ਹੈਗਾ ਜੇ ਸੀਨੀਅਰ ਹੈਗੇ 55 ਤੋਂ ਉੱਪਰ ਹੈਗੇ ਆ। ਸੋ ਜਦੋਂ ਸਿਟੀਜ਼ਨ ਹੋ ਜਾਣਗੇ ਉਹਨਾਂ ਨੂੰ ਕੈਨੇਡਾ ਦੇ ਪੂਰੇ ਵੋਟ ਪਾਉਣ ਦੇ ਹੱਕ ਆ। ਜੇ ਇਸ ਵੇਲੇ ਉਹ ਇੰਡੀਅਨ ਸਿਟੀਜ਼ਨ ਆ ਉਹਨਾਂ ਨੂੰ ਇੰਡੀਆ ਦੇ ਵਿੱਚ ਵੋਟ ਪਾਉਣ ਦਾ ਪੂਰਾ ਹੱਕ ਆ। ਦੋ ਥਾਂ ਨਹੀਂ ਹੋ ਸਕਦੇ। ਸੋ ਉਹ ਤੁਹਾਡਾ ਜਿੱਥੇ ਸਿਟੀਜ਼ਨਸ਼ਿਪ ਆ, ਸੋ ਅਸੀਂ ਉਹਦੇ ਵਾਸਤੇ ਵੀ ਪਹਿਲਾਂ 5 ਸਾਲ ਕੀਤੀ ਗਈ ਸੀ ਸਿਟੀਜ਼ਨਸ਼ਿਪ, ਬੜੀ ਔਖੀ ਕੀਤੀ ਗਈ ਸੀ। ਟੈਸਟ ਲਾਏ ਗਏ ਸੀਗੇ ਸਿਆਣਿਆਂ ਵਾਸਤੇ, ਬੜਾ ਮੁਸ਼ਕਿਲ ਕੀਤਾ ਗਿਆ ਸੀਗਾ। ਅਸੀਂ ਟੈਸਟ ਬੱਚਿਆਂ ਵਾਸਤੇ ਵੀ ਘਟਾਤਾ, ਅਸੀਂ ਟੈਸਟ 55 ਤੋਂ ਉੱਪਰ ਵੀ ਕਰਤਾ, ਅਸੀਂ ਸਾਲ ਵੀ ਮੁੜ ਕੇ 3 ਕਰਤੇ। ਜੇ ਤੁਸੀਂ ਪਹਿਲਾਂ ਸਟੂਡੈਂਟ ਰਹੇ ਆ ਜਾਂ ਤੁਸੀਂ ਵਰਕ ਪਰਮਿਟ ਤੇ, ਉਹਦੇ ਵੀ ਦਿਨ ਕਾਫੀ ਗਿਣਤੀ ਦੇ ਵਿੱਚ ਤੁਹਾਡੇ ਉਹ 3 ਸਾਲਾਂ 'ਚ ਆ ਜਾਂਦੇ, ਤਾਂ ਕਿ ਜਲਦੀ ਤੋਂ ਜਲਦੀ ਸਿਟੀਜ਼ਨਸ਼ਿਪ ਲਓ। ਸੋ ਮੈਂ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਕਿ ਉਹ ਸਿਟੀਜ਼ਨਸ਼ਿਪ ਜਲਦੀ ਤੋਂ ਜਲਦੀ ਲੈਣ ਤਾਂ ਉਹਨਾਂ ਨੂੰ ਪੂਰਾ ਵੋਟ ਪਾਉਣ ਦਾ ਅਧਿਕਾਰ ਹੋਏਗਾ। ਬਿਲਕੁਲ। ਸੋ ਆਪਾਂ ਗੱਲ ਕਰ ਰਹੇ ਸੀ ਕਿ ਜਿਹੜੀ ਟਾਈਮਿੰਗ ਹੈ ਥੋੜੀ ਜਿਹੀ ਲੋਕਾਂ ਨੂੰ ਹੈ ਨਾ ਪਤਾ ਚੱਲ ਜੇ, ਕੁਛ ਤਾਂ ਤਸੱਲੀ ਮਿਲੇ ਉਹਨਾਂ ਨੂੰ। ਦੇਖੋ ਮੈਂ ਨਾ ਜੋਸ਼ੀ ਹੈਗਾ ਤੇ ਨਾ ਮੈਂ ਹੈਗਾ ਸਾਇੰਟਿਸਟ ਜਿਹਨੂੰ ਮੈਨੂੰ ਪਤਾ ਕਿ ਮੈਂ ਐਪੀਡੈਮੀਓਲੋਜਿਸਟ ਹੈ ਕੋਵਿਡ ਕਦੋਂ ਖਤਮ ਹੋ ਜਾਊਗਾ, ਤੇ ਨਾ ਮੈਂ ਰੱਬ ਹੈਗਾ। ਸੋ ਪਰ ਲੋਕਾਂ ਵੱਲੋਂ ਚੁਣੇ ਤੁਸੀਂ ਐਮਪੀ ਹੋ ਰਣਦੀਪ ਜੀ। ਸੋ ਨੋਰਮਲ ਜਿੱਦਾਂ ਸਰਕਮਸਟੈਂਸ ਦੇ ਵਿੱਚ ਅਸੀਂ ਦੱਸ ਸਕਦੇ ਕਿ ਜੀ ਆਹ ਪ੍ਰੋਬਲਮ ਆ, ਇੰਨੇ ਉੱਤੇ ਸ਼ੋਰਟੇਜ ਆਫ ਸਟਾਫ ਆ। ਅਸੀਂ ਪ੍ਰਾਈਮ ਮਿਨਿਸਟਰ ਨੂੰ ਜਾ ਕੇ ਕਹਿ ਸਕਦੇ ਕਿ ਹੋਰ ਫੰਡਿੰਗ ਦੇ ਦਿੱਲੀ ਵਾਲੇ ਹਾਈ ਕਮਿਸ਼ਨ ਨੂੰ ਜਾਂ ਐਡਮਿੰਟਨ ਵਾਲੇ ਵੀਜ਼ਾ ਆਫਿਸ ਨੂੰ ਜਾਂ ਆਟੋਵਾ ਵਾਲੇ ਨੂੰ। ਇਹ ਪ੍ਰੋਬਲਮ ਹੁਣ ਉਹਨਾਂ ਕਾਰਨ ਨਹੀਂ ਹੈਗੀਆਂ, ਇਹ ਟੋਟਲੀ ਆਊਟ ਆਫ ਐਨੀਵਨਸ ਹੈਂਡਸ ਆ। ਇਹ ਕਿਸੇ ਨੂੰ ਅਸੀਂ ਮਜਬੂਰੀ ਨਾਲ ਕੋਈ ਵਰਕਰ ਨੂੰ ਫੋਰਸ ਨਹੀਂ ਕਰ ਸਕਦੇ ਕਿ ਇੱਥੇ ਜਾ ਕੇ ਕੰਮ ਕਰ, ਇੰਨੇ ਕੇਸ ਕਰ। ਸੋ ਇਹ ਜਦੋਂ ਕੋਵਿਡ ਠੀਕ ਹੋਊਗਾ ਆਪ ਹੀ ਤੁਹਾਨੂੰ ਦੱਸ ਪਣਾ ਕਿ ਰਿਜ਼ਲਟ ਬਹੁਤ ਜਲਦੀ ਫਾਸਟ ਕੁਇਕਲੀ ਹੋਣਗੇ ਫੈਸਲੇ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਕਹਿਣਾ ਚਾਹੁੰਦੇ ਹੋ ਜੀ, ਕੀ ਹੈ ਤੁਹਾਡਾ ਸਵਾਲ? ਮੈਂ ਤਾਂ ਕਹਿਣਾ ਕੀ ਚਾਹੁੰਦਾ ਜੀ, ਮੈਂ ਇਹ ਕਹਿਣਾ ਚਾਹੁੰਦਾ ਹਾਂ ਵੀ ਹੋਰ ਇਧਰੋਂ ਉਰਲੋਂ ਬੰਦੇ ਬਾਹਰੋਂ ਸੱਦੇ ਜਾਂਦੇ ਆ ਕਿ ਜਿਹੜੇ ਪੰਜਾਬੀ ਪਰਿਵਾਰ ਅੱਧੇ ਇੱਥੇ ਬੈਠੇ ਅੱਧੇ ਇੰਡੀਆ ਬੈਠੇ ਆ, ਅਸੀਂ ਉਹਨਾਂ ਵਾਸਤੇ ਟੈਸਟ ਭਰਦੇ ਆ, ਸਾਨੂੰ ਉਹਨਾਂ ਬੱਚਿਆਂ ਵਾਸਤੇ ਵੀਜ਼ਾ ਨਹੀਂ ਦਿੰਦੇ ਜੀ। ਠੀਕ ਹੈ ਜੀ, ਠੀਕ ਹੈ, ਕਰਦੇ ਹਾਂ ਜੀ ਅਸੀਂ ਇਸ ਤੇ ਗੱਲ। ਥੈਂਕ ਯੂ। ਅਸੀਂ 3-4 ਉਹਨੂੰ ਅਪਲਾਈ ਕਰ ਬੈਠੇ ਆ ਤੇ ਸਾਡੀ ਕੋਈ ਸੁਣਵਾਈ ਨਹੀਂ। ਅਸੀਂ ਕੀ ਇਹਨਾਂ ਨੂੰ ਵੋਟਾਂ ਨਹੀਂ ਦਿੰਦੇ ਜਾਂ ਇਹ ਕੀ ਟੈਕਸ ਨਹੀਂ ਭਰਦੇ, ਕੀ ਨਹੀਂ ਕਰਦੇ ਇਹਨਾਂ ਨੂੰ। ਠੀਕ ਹੈ ਜੀ, ਕਰਦੇ ਹਾਂ ਜੀ ਇਸ ਤੇ ਗੱਲ ਦਾ ਜਵਾਬ ਦਿਓ ਜੀ। ਠੀਕ ਹੈ ਜੀ, ਇਸ ਤੇ ਗੱਲ ਕਰਦੇ ਹਾਂ। ਥੈਂਕ ਯੂ। ਓਕੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੀ ਹੈ ਜੀ ਤੁਹਾਡਾ ਸਵਾਲ? ਮੇਰਾ ਸਵਾਲ ਦੁਬਾਰਾ ਤੋਂ ਉਹੀ ਆ, ਲਾਈਕ ਸਰ ਨੇ ਵੀ ਕਿਹਾ ਵੀ ਹਾਂਜੀ ਜਿਹੜੇ ਜਿੱਦਾਂ ਵੀ ਅਪੀਲ ਜਿੱਤਣ ਤੋਂ ਬਾਅਦ ਦੁਬਾਰਾ ਕੇਸ ਪ੍ਰੋਸੈਸ ਹੁੰਦੇ ਆ, ਦੁਬਾਰਾ ਫਾਈਲ ਓਪਨ ਹੁੰਦੀ ਆ, ਉਹਨਾਂ ਲਈ ਕੋਈ ਟਾਈਮ ਪੀਰੀਅਡ ਨਹੀਂ ਰੱਖਿਆ ਗਿਆ ਵੀ ਇੰਨੇ ਟਾਈਮ ਦੇ ਵਿੱਚ ਹੋਣਾ ਆ। ਮੈਂ ਇੱਥੇ ਦੀ ਸਿਟੀਜ਼ਨ ਆ, ਤਾਂ ਮੇਰਾ ਸਵਾਲ ਇਹ ਆ ਵੀ ਉਹਦੇ ਲਈ ਟਾਈਮ ਪੀਰੀਅਡ ਕਿਉਂ ਨਹੀਂ ਰੱਖਿਆ ਗਿਆ? ਠੀਕ ਹੈ ਜੀ, ਓਕੇ, ਥੈਂਕ ਯੂ। ਲਾਈਕ ਵੀ ਅਸੀਂ ਸਾਡੇ ਲਈ ਅਨਫੇਅਰ ਆ ਨਾ ਫਿਰ। ਜੀ ਠੀਕ ਹੈ ਜੀ, ਅਸੀਂ ਕਰਦੇ ਹਾਂ ਇਸ ਦੀ ਗੱਲ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ ਸਰ, ਕੀ ਹੈ ਜੀ ਤੁਹਾਡਾ ਸਵਾਲ? ਮੇਰਾ ਕੁਐਸਚਨ ਇਹ ਹੈਗਾ ਕਿ ਜਿਹੜੇ ਮਹਿੰਗਾਈ ਇੰਨੀ ਵੱਧਦੀ ਜਾ ਰਹੀ ਹੈਗੀ ਕੈਨੇਡਾ ਦੇ ਵਿੱਚ, ਸਾਰੀਆਂ ਜਿਹੜੀਆਂ ਚੀਜ਼ਾਂ ਵੱਧ ਰਹੀਆਂ ਹੈਗੀਆਂ, ਤੇ ਜਿਹੜੇ ਪੈਨਸ਼ਨਰ ਹੈਗੇ ਆ ਉਹਨਾਂ ਦੀਆਂ ਪੈਨਸ਼ਨਾਂ ਉੱਥੇ ਸਟੈਂਡ ਸਟਿਲ ਹੀ ਹੈਗੀਆਂ, ਉਹਨਾਂ ਦੀਆਂ ਪੈਨਸ਼ਨਾਂ ਦੇ ਬਾਰੇ ਕਿਉਂ ਨਹੀਂ ਕੋਈ ਸੋਚਦੇ ਹੈਗੇ? ਜੀ ਠੀਕ ਹੈ ਜੀ। ਜੀ ਸਰ, ਕਰਦੇ ਹਾਂ ਜੀ ਇਸ ਤੇ ਗੱਲ। ਥੈਂਕ ਯੂ ਜੀ। ਰਣਦੀਪ ਜੀ। ਹਾਂਜੀ ਚਲੋ ਮੈਂ ਬੈਕਵਰਡ ਗੱਲ ਕਰ ਲੈਣਾ ਜਿੱਥੋਂ ਲਾਸਟ। ਬਿਲਕੁਲ ਹਾਂਜੀ, ਸਾਰੀਆਂ ਜਿਹੜੇ ਸੀਨੀਅਰ ਨੇ ਪੈਨਸ਼ਨ ਦੀ ਗੱਲ ਕੀਤੀ। ਸੋ ਸਭ ਤੋਂ ਪਹਿਲਾਂ ਜਦੋਂ ਅਸੀਂ ਆਏ ਸੀਗੇ ਕੰਜ਼ਰਵੇਟਿਵ ਗਵਰਨਮੈਂਟ ਨੇ 67 ਦੀ ਏਜ ਕਰਤੀ ਸੀਗੀ ਪੈਨਸ਼ਨ ਦੀ, 2 ਸਾਲ ਵਧਾਤੀ ਸੀ ਤਾਂ ਕਿ ਤੁਹਾਨੂੰ ਪੈਨਸ਼ਨ ਘੱਟ ਲੇਟਰ ਮਿਲੂਗੀ ਤੁਹਾਨੂੰ। ਉਹ ਨਹੀਂ ਕੀਤਾ, ਉਹ ਅਸੀਂ ਰਾਈਟ ਵੇ ਰਿਵਰਸ ਕਰਕੇ 65 ਦੀ ਕੀਤੀ। ਫਿਰ ਅਸੀਂ GIS ਜਿਹੜੇ ਕਿ ਸਭ ਤੋਂ ਲੋਅਸਟ ਇਨਕਮ ਜਿਹਨਾਂ ਨੂੰ ਸਪੋਰਟ ਚਾਹੀਦੀ ਆ ਉਹਨਾਂ ਵਾਸਤੇ, ਖਾਸ ਕਰਕੇ ਜਿਹੜੇ ਸਿੰਗਲ ਆ, ਵਿਡੋਡ ਆ, ਸੀਨੀਅਰਸ ਹੈਗੇ, ਉਹਨਾਂ ਵਾਸਤੇ ਬੂਸਟ ਕੀਤੀ। ਹੁਣ ਫਿਰ ਅਸੀਂ GIS ਨੂੰ ਫਿਰ
ਲੂਜ਼ ਕੀਤੀ ਹੈ। ਇਸੇ ਤਰ੍ਹਾਂ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜੇ ਲੋਕ ਕੰਮ ਕਰਦੇ GIS ਤੇ ਲੈਂਦੇ ਵੀ ਆ ਗੈਰੰਟੀਡ ਇਨਕਮ ਸਪਲੀਮੈਂਟ, ਉਹਨਾਂ ਨੂੰ ਕੰਮ ਕਰਨ ਲਈ ਗੁੰਜਾਇਸ਼ ਹੋਰ ਦਿੱਤੀ ਗਈ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਪੈਨਸ਼ਨਸ ਦੇ ਵਿੱਚ ਮਜ਼ਬੂਤੀ ਕੀਤੀ ਜਾਊਗੀ ਤਾਂ ਕਿ ਪੈਨਸ਼ਨਰਾਂ ਨੂੰ ਸਪੋਰਟ ਕੀਤਾ ਜਾਊਗਾ। ਪਰ ਇਹ ਸਾਰੀਆਂ ਚੀਜ਼ਾਂ ਤਾਂ ਆਉਣੀਆਂ ਜੇ ਸਾਡੇ ਕੋਲ ਲੇਬਰ ਫੋਰਸ ਵਰਕ ਫੋਰਸ ਸਟਰੋਂਗ ਹੋਵੇ। ਜਦੋਂ 1960 70s ਹੁੰਦੇ ਸੀ ਉਦੋਂ 6 ਵਿਅਕਤੀ ਕੰਮ ਕਰਦੇ ਹੁੰਦੇ ਸੀ ਤਾਂ ਇੱਕ ਪੈਨਸ਼ਨ ਤੇ ਹੁੰਦਾ ਸੀਗਾ। ਹੁਣ ਆਪਾਂ 3 ਵਿਅਕਤੀ ਤੱਕ ਆ ਗਏ ਕਿ 3 ਜਣੇ ਕੰਮ ਕਰਦੇ ਆ ਤਾਂ 1 ਜਣਾ ਪੈਨਸ਼ਨ। ਉਹ ਜੇ ਅਸੀਂ ਇਮੀਗ੍ਰੇਸ਼ਨ ਰੋਬਸਟ ਨਹੀਂ ਕਰਦੇ, ਬਾਹਰੋਂ ਨਹੀਂ ਲਿਆਉਂਦੇ ਬੰਦੇ, ਇਕੋਨਮੀ ਨੂੰ ਗਰੋ ਨਹੀਂ ਹੁੰਦੇ ਤਾਂ 1 to 1 ਜਾਂ 2 to 1 to 1 to 1 ਹੋ ਜਾਣਾ, ਜਿਹਦਾ ਕਿ ਬਹੁਤ ਮੁਸ਼ਕਲ ਸਾਹਮਣਾ ਹੋ ਜਾਣਾ। ਸੋ ਅਸੀਂ ਕਰ ਰਹੇ ਸਟਰੈਂਥਨ, ਪਰ ਸਾਰੇ ਪੱਖੋਂ ਕਰ ਰਹੇ ਉਹਨਾਂ ਉਹਦਾ ਸਾਧਨ ਵੀ ਕਰ ਰਹੇ ਤਾਂ ਕਿ ਸਾਨੂੰ ਪੈਸੇ ਵੀ ਹੋਣ ਉਹਨੇ ਪੈਨਸ਼ਨ ਵਾਲਿਆਂ ਨੂੰ ਦੇਣ ਵਾਸਤੇ। ਸੋ ਉਹ ਸਟਰੈਂਥਨ ਕਰ ਰਹੇ। ਜਿੱਥੇ ਆਈ ਥਿੰਕ ਦੂਸਰੇ ਕੁਐਸਚਨ ਨੂੰ ਨਹੀਂ ਕਿਹਾ ਸੀਗਾ ਟਾਈਮਲਾਈਨ ਕਿਉਂ ਨਹੀਂ ਹੈਗੀ, ਉਹ ਕਿਉਂਕਿ ਉਹ ਕੰਪਲੈਕਸ ਕੇਸਿਸ ਆ। ਉਹਨੀ ਜਿਹੜੇ ਸਿੰਪਲ ਕੇਸਿਸ ਜਾਂ ਫਰਸਟ ਮੈਰਿਜ ਨੋ ਇਸ਼ੂ, ਉਹ ਸਟੈਂਡਰਡਾਈਜ਼ ਟਾਈਮਲਾਈਨ ਫੇਰ ਵੀ ਉਹ ਇਹ ਨਹੀਂ ਕਿ ਗੈਰੰਟੀਡ ਤੁਹਾਨੂੰ 10 ਤੋਂ 12 ਮਹੀਨੇ, ਉਹ ਨਹੀਂ ਇੰਡ ਸਟੈਂਡਰਡ ਕੀਤਾ ਕਿ ਐਵਰੇਜ ਆ 10 ਤੋਂ 12 ਚ ਹੋਊਗਾ। ਜਿਹੜਾ ਕੰਪਲਿਕੇਟਡ ਜਾਂ ਯੂਜਲੀ ਕਿਸੇ ਨੇ ਸ਼ਿਕਾਇਤ ਲਾਈ ਆ ਜਾਂ ਕੋਈ ਇਸ਼ੂ ਸੀਗਾ ਉਸ ਵਿਆਹ ਦੇ ਵਿੱਚ ਜਿਹਦੇ ਕਾਰਨ ਉਹ ਨਹੀਂ ਕੀਤਾ, ਉਹਦੇ ਵਾਸਤੇ ਉਹ ਇਹ ਨਹੀਂ ਕਹਿੰਦੇ ਕਿ ਇਨਫਿਨਿਟ ਟਾਈਮ ਆ, ਉਹਦਾ ਕਹਿੰਦੇ ਕਿ ਸਟੈਂਡਰਡਾਈਜ਼ ਟਾਈਮ ਨਹੀਂ ਉਹਦਾ, ਕਿਉਂਕਿ ਇਹ ਨਹੀਂ ਪਤਾ ਕਿਸ ਰੀਜ਼ਨ ਕਰਕੇ ਉਹ ਹੋਇਆ ਸੀ। ਉਹ ਬਹੁਤ ਸਿੰਪਲ ਹੋ ਸਕਦਾ ਕਿ ਸਿਰਫ ਏਜ ਡਿਫਰੈਂਸ ਆ ਕਪਲ ਦਾ, ਫੋਰ ਐਗਜ਼ਾਮਪਲ। ਉਹ ਹੋ ਸਕਦਾ ਕਿ ਵਿਆਹ ਦੇ ਵਿੱਚ ਤੁਹਾਡੇ ਅਟੈਂਡੈਂਸ 'ਚ ਸਿਰਫ 10 ਵਿਅਕਤੀ ਜਿਸੇ ਕਿਉਂ ਨਹੀਂ ਤੁਹਾਡੀ ਮਦਰ ਫਾਦਰ ਆਏ ਸੀ। ਜੋ ਵੀ ਚੀਜ਼ ਕਰਕੇ ਰਿਜੈਕਟ ਕੀਤਾ ਗਿਆ ਉਹਨੂੰ ਜੱਜ ਨੇ ਸਮਝਿਆ ਵੀ ਗਲਤ ਡਿਸੀਜਨ, ਉਹ ਫਿਰ ਦੁਬਾਰਾ ਪੱਖੋਂ ਉਹਨ ਕਰਨਾ, ਉਹਨੂੰ ਸਕਰੂਟਨੀ ਜ਼ਿਆਦਾ ਹੈ ਜਿਹੜਾ ਨਵਾਂ ਅਫਸਰ ਆ, ਕਿਉਂਕਿ ਆਲਰੇਡੀ ਇਹ ਇੱਕ ਡਿਸੀਜਨ ਹੋ ਚੁੱਕਾ, ਉਹ ਅਪੀਲ ਹੋ ਚੁੱਕੀ, ਇਸ ਕਰਕੇ ਉਹਦਾ ਥੋੜਾ ਸਟੈਂਡਰਡਾਈਜ਼ ਟਾਈਮ ਜ਼ਿਆਦਾ, ਪਰ ਉਹ ਫੇਰ ਵੀ ਹੋ ਜਾਊਗਾ ਟਾਈਮ ਦੇ ਵਿੱਚ। ਹਜੇ ਜਿਵੇਂ ਦੱਸਿਆ ਅਕਤੂਬਰ 'ਚ ਹਜੇ ਉਹਨਾਂ ਦੇ 12 ਮਹੀਨੇ ਹੋਏ ਨਹੀਂ, ਆ ਸਕੇ ਉਹ ਜਲਦੀ 12 ਮਹੀਨੇ ਦੇ ਵਿੱਚ ਹੋ ਜਾਏ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸੁਰਜੀਤ ਜੀ, ਕੀ ਕਹਿਣਾ ਚਾਹੁੰਦੇ ਜੀ? ਹਾਂਜੀ ਠੀਕ ਪੁੱਤਰ ਜੀ, ਮੈਂ ਤੁਹਾਡਾ ਲਾਈਵ ਪ੍ਰੋਗਰਾਮ ਦੇਖ ਰਹੀ ਸੀ ਕਿ ਰਣਜੀਤ ਸਿੰਘ ਸਰਾਏ ਆਏ ਹੋਏ ਨੇ। ਹਾਂਜੀ ਮੈਂ ਉਹਨਾਂ ਨੂੰ ਬਸ ਆਹ ਇੱਕ ਕੁਐਸਚਨ ਪੁੱਛਣੇ ਆ ਵੀ ਲਾਈਕ ਕਦੋਂ ਤੱਕ ਆਹ ਆਪਣੀਆਂ 에ਅਰਲਾਈਨ ਵਗੈਰਾ ਖੁੱਲ ਰਹੀਆਂ ਨੇ? ਜੀ ਠੀਕ ਹੈ ਜੀ, ਕਰਦੇ ਹਾਂ ਜੀ। ਇਸ ਤੇ ਕੱਲ ਇਹੀ ਸਵਾਲ ਹੈ ਨਾ ਤੁਹਾਡਾ? ਹਾਂਜੀ ਮੇਰਾ ਇਹੀ ਹੈ ਕਿ 6 ਮਹੀਨੇ ਹੋ ਗਏ ਫਸੇ ਹੋਏ। ਹਾਂਜੀ ਓਕੇ ਜੀ, ਠੀਕ ਹੈ ਜੀ, ਕਰਦੇ ਹਾਂ ਇਸ ਤੇ ਗੱਲ। ਥੈਂਕ ਯੂ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੀ ਹੈ ਜੀ ਤੁਹਾਡਾ ਸਵਾਲ? ਹਾਂਜੀ ਕਹਿੰਦੀ ਇਹ ਪੁੱਛਣਾ ਸੀ ਕਿ ਇੰਡੀਆ ਦੀ ਡਾਇਰੈਕਟ ਫਲਾਈਟ ਕਦੋਂ ਖੁੱਲ ਰਹੀਆਂ ਨੇ? ਠੀਕ ਹੈ ਜੀ, ਕਰਦੇ ਹਾਂ ਇਸ ਤੇ ਗੱਲ। ਥੈਂਕ ਯੂ ਜੀ, ਥੈਂਕ ਯੂ। ਰਣਦੀਪ ਜੀ, ਕਦੋਂ ਫਲਾਈਟਾਂ ਖੋਲ ਰਹੇ ਹੋ? ਹਾਂਜੀ ਸ਼ੋਰ। ਸੋ ਫਲਾਈਟ ਰਾਈਟ ਨਾਓ ਇੰਟਰਨੈਸ਼ਨਲ ਜਿਹੜੇ ਹਜੇ ਕੋਈ ਵੀ ਟਰੈਵਲਰ ਆ ਨਹੀਂ ਸਕਦੇ ਕੈਨੇਡਾ ਨੂੰ, ਉਹ ਸਤੰਬਰ 7 ਤੋਂ ਬਾਅਦ ਆਉਣਗੇ। ਜਿਹੜੀ ਡਾਇਰੈਕਟ ਫਲਾਈਟਸ ਜਿਹੜਾ ਪਾਬੰਦੀ ਲਾਈ ਗਈ ਆ ਇੰਡੀਆ ਦੇ ਨਾਲ ਕੋਵਿਡ ਵੇਰੀਐਂਟ ਡੈਲਟਾ ਵੇਰੀਐਂਟ ਕਾਰਨ, ਉਹ ਇਸ ਵੇਲੇ ਸਤੰਬਰ 22 ਤੱਕ ਹੈਗਾ। ਉਸ ਤੋਂ ਬਾਅਦ ਉਤੋਂ ਆਮ ਤੌਰ ਤੇ 4-5 ਦਿਨ ਪਹਿਲਾਂ ਸਾਡੇ ਡਾਕਟਰ ਟੈਮ ਜਿਹੜੇ ਹੈਲਥ ਦੇ ਚੀਫ ਮੈਡੀਕਲ ਆਫਿਸਰ ਕੈਨੇਡਾ ਦੇ, ਉਹ ਦੱਸਣਗੇ ਕਿ ਉਹਨਾਂ ਦੀ ਇੰਟੈਲੀਜੈਂਸ ਤੇ ਸਾਇੰਸ ਨੌਲੇਜ ਦੇ ਮੁਤਾਬਕ ਕੀ ਕੰਟਰੋਲ ਇਨਫ ਹੈਗਾ ਕਿ ਅਸੀਂ ਫਲਾਈਟਾਂ ਖੋਲ ਸਕੀਏ, ਉਦੋਂ ਡਿਸੀਜਨ ਮੇਕ ਕੀਤਾ ਜਾਊਗਾ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ ਅਗੇਨ। ਹਾਂਜੀ ਸਰ। ਹਾਂਜੀ ਮੈਂ ਸਰਾਜ ਜੀ ਨੇ ਇੱਕ ਕੁਐਸਚਨ ਪੁੱਛਣਾ ਮਾਰਨਾ ਜੀ, ਪੁੱਛੋ ਜੀ। ਹਾਂਜੀ ਸਰਾਜ ਜੀ, ਤੁਸੀਂ ਬਹੁਤ ਵਧੀਆ ਬੰਦੇ ਆ, ਤੁਸੀਂ ਬਹੁਤ ਵਧੀਆ ਬੋਲਦੇ ਆ ਤੇ ਤੁਸੀਂ ਬਹੁਤ ਨਾਈਸ ਬੰਦੇ, ਤੁਸੀਂ ਪੰਜਾਬੀਆਂ ਦੀ ਹੈਲਪ ਬਹੁਤ ਕਰਦੇ ਆ ਤੇ ਮੈਂ ਤੁਹਾਨੂੰ ਸਲੂਟ ਮਾਰਨਾ ਮੰਗਦਾ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਇੱਕ ਮੈਂ ਸ਼ਰੀ ਜੀ ਹੋਰ ਕੁਐਸਚਨ ਪੁੱਛਣਾ। ਬੋਲੋ ਜੀ, ਬੋਲੋ, ਕੁਐਸਚਨ ਬੋਲੋ। ਹਾਂਜੀ ਤੁਸੀਂ ਕੱਲ ਨਾ, ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਜੀ, ਉਹ ਪੁਰਾਣਾ ਹੀ ਚੱਲੀ ਜਾਂਦਾ ਜੀ। ਅੱਛਾ, ਹਾਂਜੀ, ਉਹ ਐਕਚੁਅਲੀ ਦੇ ਵਿੱਚ ਕੱਲ ਅਸੀਂ ਕਿਸੇ ਹੋਰ ਇਵੈਂਟ ਨੂੰ ਕਰ ਰਹੇ ਸੀ, ਸੋ ਉਸ ਸਰਕਮਸਟੈਂਸਸ 'ਚ ਸਾਨੂੰ ਥੋੜਾ ਰਿਕਾਰਡਡ ਸ਼ੋ ਚਲਾਉਣਾ ਪੈਂਦਾ। ਹਾਂਜੀ, ਕਿਉਂਕਿ ਮੈਂ ਨਾ ਉੱਥੋਂ ਦਾ ਪ੍ਰੋਗਰਾਮ ਸਾਰਾ ਸੁਣਦਾ ਹੁੰਦਾ, ਫਿਰ ਮੈਨੂੰ ਗੁੱਸਾ ਚੜ ਗਿਆ, ਫਿਰ ਮੈਂ ਬੰਦ ਕਰਤੀ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਗੁੱਸਾ ਨਾ ਚੜਾਇਆ ਕਰੋ, ਕਈ ਵਾਰੀ ਸਾਨੂੰ ਸ਼ੋਅ ਰਿਪੀਟ ਕਰਨਾ ਪੈਂਦਾ, ਬਟ ਗੁੱਸਾ ਨਾ ਚੜਾਇਆ ਕਰੋ, ਸ਼ੋਅ ਨਾਲ ਜੁੜੇ ਰਿਹਾ ਕਰੋ। ਕੱਲ ਵੀ ਸਾਡੇ ਸ਼ੋਅ 'ਚ ਸੁਖ ਧਾਲੀਵਾਲ ਜੀ ਜੁੜਨਗੇ, ਸੋ ਜ਼ਰੂਰ ਨਾਲ ਜੁੜਿਓ, ਠੀਕ ਹੈ ਜੀ? ਓਕੇ, ਸ਼ੋਰ ਨਾ। ਓਕੇ ਜੀ, ਥੈਂਕ ਯੂ ਜੀ। ਸੋ ਰਣਦੀਪ ਜੀ, ਇਹ ਤਾਂ ਨੇ ਤੁਹਾਡੇ ਵੈਲ ਵਿਸ਼ਰ ਜਿਹੜੇ ਤੁਹਾਡੀ ਤਾਰੀਫ ਕਰ ਰਹੇ ਨੇ। ਸੋ ਹਾਂਜੀ ਗਿਲ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਹੋ? ਜੀ 25 ਸਾਲ। ਸਤਿ ਸ਼੍ਰੀ ਅਕਾਲ ਜੀ।
ਓਕੇ, ਸੋ ਜਿਹੜੇ ਕਾਲਰ ਹੁਣ ਕਾਲ ਕਰ ਰਹੇ ਸੀ ਉਹ ਕਰ ਸਕਦੇ ਨੇ। ਰਣਦੀਪ ਜੀ, ਇੱਕ ਪਹਿਲਾ ਸਵਾਲ ਰਹਿ ਗਿਆ ਸੀਗਾ, ਉਹਨੇ ਕਹਿੰਦੇ ਸੀ ਵੀ ਸਾਡੇ ਅਸੀਂ ਪੰਜਾਬੀ ਆ, ਸਾਡੇ ਅਸੀਂ ਟੈਕਸ ਪੇ ਕਰਦੇ ਆ ਤਾਂ ਸਾਡੇ ਕਿਉਂ ਨਹੀਂ ਆਉਂਦੇ। ਅਸੀਂ ਜਸਟ ਮੈਨੂੰ ਹੁਣ ਪਤਾ ਨਹੀਂ ਉਹ ਵੀਜ਼ੇ ਦੀ ਗੱਲ ਕਰਦੇ, ਵਿਜ਼ਟਰ ਵੀਜ਼ੇ ਦੀ ਗੱਲ ਕਰਦੇ ਕਿ ਪੈਰੈਂਟਲ ਸਪਾਂਸਰਸ਼ਿਪ ਪਹਿਲਾਂ ਬੰਦ ਹੋ ਗਈ ਸੀਗੀ, ਕੰਜ਼ਰਵੇਟਿਵ ਨੇ 2012 ਚ ਬੰਦ ਹੀ ਕਰਤਾ ਪ੍ਰੋਗਰਾਮ। ਉਹਦਾ ਜਿਹੜਾ ਪੁਰਾਣਾ ਬੈਕਲੌਗ ਵੀ ਅਸੀਂ 2015 ਤੋਂ ਲੈ ਕੇ 18 ਦੇ ਵਿੱਚ ਉਹ ਸਾਰਾ ਬੈਕਲੌਗ ਫਿਨਿਸ਼ ਕੀਤਾ। ਪਲੱਸ ਅਸੀਂ 10,000 ਐਪਲੀਕੇਸ਼ਨ ਲੈਣ ਲੱਗ ਪਏ, ਫਿਰ 20,000 ਲਈ। ਹੁਣ ਅਸੀਂ ਫਿਰ ਇਸ ਸਾਲ ਰੈਕਡ ਕਦੇ ਵੀ ਹਿਸਟਰੀ 'ਚ ਨਹੀਂ ਹੋਇਆ ਕਿ 30,000 ਐਪਲੀਕੇਸ਼ਨਾਂ ਲੈ ਰਹੇ ਆ ਇਸ ਸਾਲ। 30,000 ਦੇ ਨਾਲ ਆਲਮੋਸਟ 1 ਲੱਖ ਵਿਅਕਤੀ ਤੋਂ ਵੱਧ ਹੋ ਜਾਂਦਾ ਜਦੋਂ ਨਹੀਂ ਆਉਣਾ, ਔਰ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ। ਸੋ ਇਹ ਕੋਈ ਕਮੀ ਨਹੀਂ ਛੱਡੀ ਅਸੀਂ, ਈਵਨ ਕੋਵਿਡ ਵੇਲੇ ਵੀ 10,000 ਕੱਢੀਆਂ, 30,000 ਹੁਣ ਫੈਮਲੀਆਂ ਕੱਢਾਂਗੇ। ਸੋ ਇਹ ਐਪਲੀਕੇਸ਼ਨਾਂ ਪੂਰੀਆਂ ਚੱਲ ਰਹੀਆਂ। ਦੂਸਰੇ ਪਾਸੇ ਜਿੱਥੇ ਵੀਜ਼ੇ ਦੀ ਗੱਲ ਕਰਦੇ, 2015 ਤੋਂ ਮੈਂ ਇੱਕ ਚੰਡੀਗੜ੍ਹ ਦਾ ਐਗਜ਼ਾਮਪਲ ਦੇ ਦਿੰਦਾ। ਚੰਡੀਗੜ੍ਹ 'ਚ ਓਨਲੀ 3,000 ਐਪਲੀਕੇਸ਼ਨ ਆਉਂਦੀ ਸੀ ਤੇ ਓਨਲੀ 1,000 ਐਪਲੀਕੇਸ਼ਨ ਅਪਰੂਵ ਕਿਤੇ ਹੁੰਦੀ ਸੀ। ਸਾਲ 'ਚ ਤਕਰੀਬਨ 12,000 ਵਿਜ਼ਟਰ ਵੀਜ਼ੇ ਲੱਗਦੇ ਸੀਗੇ। ਹੁਣ ਉੱਥੇ ਤਕਰੀਬਨ 30,000, 40,000, 50,000, 60,000 ਹੁੰਦੀਆਂ ਤੇ 10,000, 12,000, 20,000 ਤੱਕ ਵੀ ਐਪਲੀਕੇਸ਼ਨ ਮਹੀਨੇ ਦੀ ਹੁੰਦੀ। ਇਸ ਵੇਲੇ ਮੇਰੇ ਜੇ ਮੈਮਰੀ ਕਰੈਕਟ ਹੋਵੇ, ਆਲਮੋਸਟ 2 ਮਿਲੀਅਨ ਇੰਡੀਅਨਸ ਕੋ 10 ਸਾਲ ਦੇ ਵੀਜ਼ੇ ਕੈਨੇਡਾ ਦੇ ਹੈਗੇ ਆ, ਜਿਹੜੇ ਕਿ ਪਿਛਲੇ 5 ਸਾਲਾਂ ਦੇ ਵਿੱਚ 6 ਸਾਲਾਂ 'ਚ ਲੱਗਿਆ। ਸੋ ਉਹਨਾਂ ਨੂੰ ਕੈਨੇਡਾ 'ਚ ਆਉਣਾ ਜਾਣਾ ਖੁੱਲ੍ਹ ਮਿਲ ਗਈ ਆ ਕਿ ਉਹ ਆ ਸਕਦੇ, ਵਿਜ਼ਿਟ ਕਰ ਸਕਦੇ, ਵਾਪਸ ਜਾ ਸਕਦੇ। ਸੋ ਜਿੰਨਾ ਇਹ ਪਿਛਲੇ 6 ਸਾਲਾਂ ਦੇ ਵਿੱਚ ਕੀਤਾ ਕਿ ਲੋਕਾਂ ਨੂੰ ਐਕਸੈਸ ਦਿੱਤਾ ਕੈਨੇਡਾ ਨੂੰ ਵਿਜ਼ਿਟ ਕਰਨ ਨੂੰ। ਤੁਹਾਨੂੰ ਤੁਸੀਂ ਡਾਊਨਟਾਊਨ ਵੀ ਚੱਲ ਜਾਓ ਕਿਤੇ, ਤੁਹਾਨੂੰ ਇੰਨੇ ਕੋਵਿਡ ਤੋਂ ਪਹਿਲਾਂ ਤੁਹਾਨੂੰ ਇੰਨੇ ਵਿਜ਼ਿਟਰ ਇੰਡੀਆ ਤੋਂ ਦਿਸੂਗੇ। ਵਿਸਲਰ 'ਚ ਜੋ ਭਰਿਆ ਪਿਆ ਹੁੰਦਾ ਵਿਸਲਰ ਵੀ ਆਪਣੇ ਇੰਡੀਆ ਯਾਤਰੂਆਂ ਨਾਲ। ਸੋ ਇਹ ਕੋਈ ਹੈ ਨਹੀਂਗਾ। ਹਾਂ, ਉਹਨਾਂ ਕੋਈ ਇੰਡੀਵਿਜੂਅਲ ਕੋਈ ਮੁਸ਼ਕਿਲ ਆ, ਕੋਈ ਕੇਸ ਆ, ਉਹ ਜ਼ਰੂਰ ਮੇਰੇ ਦਫ਼ਤਰ ਜਾਂ ਸੁੱਖ ਦੇ ਦਫ਼ਤਰ ਜਾਂ ਜਿਹੜਾ ਵੀ ਉਹਨਾਂ ਦਾ MP ਹੈਗਾ ਉੱਥੇ ਜਾ ਕੇ ਉਹਨਾਂ ਕੋਲ ਮਿਲ ਕੇ ਆਉਣ, ਤਾਂ ਅਸੀਂ ਹੈਲਪ ਕਰ ਸਕਦੇ ਕਿ ਅਗਲੀ ਵਾਰੀ ਕਿਵੇਂ ਲਿਆਉਣਾ, ਕੀ ਚੀਜ਼ਾਂ ਉਹ ਦੇਖਦੇ ਆ ਤੇ ਕਿਸ ਤਰ੍ਹਾਂ ਉਹਨਾਂ ਦੀ ਫਾਈਲ ਨੂੰ ਅਸੀਂ ਹੈਲਪ ਕਰ ਸਕਦੇ। ਉਹ ਜ਼ਰੂਰ ਅਸੀਂ ਕੋਸ਼ਿਸ਼ ਅਨੁਸਾਰ ਕਰਾਂਗੇ। ਜੀ ਬਿਲਕੁਲ। ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਬੇਟਾ, ਕੀ ਹਾਲ ਜੀ? ਜੀ ਬਿਲਕੁਲ ਠੀਕ ਹੈ ਜੀ, ਦੱਸੋ ਕੀ ਸਵਾਲ ਕਰਨਾ ਚਾਹੁੰਦੇ ਹੋ ਜੀ? ਮੈਂ ਪੁੱਛਣਾ ਸੀ, ਜਿਹੜੀ ਸਾਡੇ ਵਰਗੇ ਸੀਨੀਅਰ ਸਿਟੀਜ਼ਨ ਹੈਗੇ ਨੇ, ਪੈਨਸ਼ਨ ਲੈਂਦੇ ਨੇ, ਹਾਂਜੀ, ਇਹਨਾਂ ਦੇ ਤੁਸੀਂ ਦੇਖੋ ਵੀ 1300 ਰੁਪਏ ਕਿਰਾਇਆ ਹੋਇਆ ਤੇ 1200-1300 ਸਿੰਗਲ ਬੈਡਰੂਮ ਦਾ। ਜੀ ਜੀ। ਤੇ ਪੈਨਸ਼ਨ ਜਿਹੜੇ ਤਾਂ ਸੀਨੀਅਰ ਆਪਣੇ ਬੱਚਿਆਂ ਦੇ ਨਾਲ ਰਹਿੰਦੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ, ਜਿਹੜੇ ਸੀਨੀਅਰ ਘਰਾਂ ਚੋਂ ਕੱਢੇ ਹੋਏ ਨੇ ਵੱਖਰੇ ਰਹਿੰਦੇ ਨੇ ਉਹਨਾਂ ਨੂੰ ਪ੍ਰੋਬਲਮ ਹੈਗੀ ਹੈ। ਇਹਦੇ ਬਾਰੇ ਕੀ ਹੱਲ ਹੈਗਾ ਕਿ ਪੈਨਸ਼ਨ ਕਿੰਨੀ ਕੁ ਵਧਾਉਣਗੇ ਸਾਡੀ? ਮਿਹਰਬਾਨੀ ਜੀ। ਜੀ ਥੈਂਕ ਯੂ ਜੀ। ਜੀ ਰਣਦੀਪ ਜੀ, ਪੈਨਸ਼ਨ ਵਾਲਾ ਦੇ ਬਹੁਤ ਫੋਨ ਆ ਰਹੇ। ਹਾਂਜੀ ਦੇਖੋ, ਜਿਹੜੇ ਤਾਂ ਹੁਣ ਮੈਂ ਜੇ ਤੁਸੀਂ ਸਪਾਂਸਰਡ ਕੇਸ ਦੇ ਵਿੱਚ ਹੈਗੇ ਆ ਜਿੱਥੇ ਤੁਹਾਡਾ 10 ਸਾਲ ਦੀ ਜਾਂ 20 ਸਾਲ ਦੀ ਫੈਮਿਲੀ ਦੀ ਜ਼ਿੰਮੇਵਾਰੀ ਜਿਹਦੇ ਨਾਲ ਤੁਸੀਂ GIS ਨਹੀਂ ਲੈ ਸਕਦੇ, ਉਹ ਵੀ GIS ਲੈ ਸਕਦੇ ਆ, ਪਰ ਉਹਦਾ ਜਿਹੜਾ ਖਰਚ ਆ ਉਹ ਜਿਹੜੇ ਬੰਦੇ ਨੇ, ਵਿਅਕਤੀ ਨੇ, ਬੱਚੇ ਨੇ ਸਪਾਂਸਰ ਕੀਤਾ ਮਾਪੇ ਨੂੰ, ਉਹਦੇ ਸਿਰ ਪੈ ਸਕਦਾ। ਸੋ ਜੇ ਉਹਨੇ ਤੁਹਾਨੂੰ ਘਰੋਂ ਬਾਹਰ ਕੱਢਿਆ ਤੁਸੀਂ GIS ਲੈ ਸਕਦੇ, ਪਰ ਉਹਨਾਂ ਦੇ ਸਿਰ ਤੇ ਪਊਗਾ ਕਿਉਂਕਿ ਉਹਨੇ ਗਰੰਟੀ ਲਈ ਹੈ ਕਿ ਮੈਂ ਆਪਣੇ ਮਾਪੇ ਨੂੰ ਲਿਆ ਰਿਹਾ ਤੇ ਮੈਂ ਉਹਦੀ 20 ਸਾਲ ਦੇ ਦੇਖਭਾਲ ਕਰੂੰਗਾ। ਉਹਨੂੰ ਕੋਈ ਗਵਰਨਮੈਂਟ ਅਸਿਸਟੈਂਸ ਛੁੱਟ ਜਿਹੜੀ ਉਹਨੇ ਆਪ ਕਮਾਈ ਆ ਉਹਦੀ ਪੈਨਸ਼ਨ ਜਿਹੜੀ ਮਿਲੂਗੀ। ਸੋ ਸੇਫਗਾਰਡ ਕੈਨੇਡੀਅਨ ਗਵਰਨਮੈਂਟ ਨੇ ਕੀਤੇ ਹੈਗੇ ਆ ਕਿ ਜੇ ਤੁਹਾਨੂੰ ਤੁਹਾਡੀ ਨਹੀਂ ਅਣਬਣ ਹੋ ਗਈ ਜਾਂ ਤੁਹਾਡੇ ਬੱਚੇ ਨੇ ਨਹੀਂ ਦੇਖਭਾਲ ਕੀਤੀ, ਸਰਕਾਰ ਹੈਲਪ ਕਰੂਗੀ। ਪਰ ਫਿਰ ਇਹ ਨਾ ਕਹੋ ਜਦੋਂ ਸਰਕਾਰ ਨੇ ਤੁਹਾਡੇ ਬੱਚਾ ਜੇ ਸਪਾਂਸਰ ਕੀਤਾ ਉਹਨੂੰ ਬਿੱਲ ਭੇਜੂਗੀ ਨਾ, ਉਹਨੇ ਭੇਜ ਦੇਣਾ ਬਿੱਲ ਉਹਨਾਂ ਨੂੰ। ਦੂਸਰੇ ਪਾਸੋਂ ਜਿਹੜੀ ਜਿਵੇਂ ਮੈਂ ਅੱਗੇ ਦੱਸਿਆ ਸੇਫਗਾਰਡ ਕਾਫੀ ਕੀਤੇ ਆ, ਪੈਸੇ ਵੀ ਦਿੱਤੇ ਸੀਗੇ ਪੈਨਸ਼ਨਰਾਂ ਨੂੰ, GIS ਵਧਾਈ ਗਏ। ਸੋ ਸਾਡਾ ਗੋਲ ਹੈਗਾ ਕਿ ਸਭ ਤੋਂ ਪਹਿਲਾਂ ਜਿਹੜੇ ਮੋਸਟ ਵਾਲਨਰੇਬਲ, ਜਿਵੇਂ ਨਹੀਂ ਕਿਹਾ ਜਿਹੜਾ ਕੋਈ ਰੈਂਟ ਤੇ ਰਹਿ ਰਿਹਾ, ਉਹਦੀ ਇਨਕਮ ਲੋ ਆ, ਉਹਨੂੰ ਪਹਿਲਾਂ ਬੂਸਟ ਕਰਨਾ, ਉਹਨੂੰ ਸਪੋਰਟ ਕਰਨਾ ਤਾਂ ਕਿ ਉਹ ਬੇਘਰਾ ਨਾ ਹੋ ਜਾਵੇ ਜਾਂ ਔਖਿਆਈ ਨਾ ਹੋਵੇ। ਉਸ ਤੋਂ ਬਾਅਦ ਇੰਡੈਕਸ ਕਰਨੀ ਉਹਦੀ ਜਿਹੜੀ ਪੈਨਸ਼ਨ ਆ ਇਨਫਲੇਸ਼ਨ ਦੇ ਨਾਲ। ਇਹ ਇੱਕ ਸਾਡਾ ਗੋਲ ਹੈ ਕਿ ਉਸੇ ਤਰ੍ਹਾਂ ਹੋਊਗਾ ਜਿੱਦਾਂ ਮਹਿੰਗਾਈ ਵਧੀ ਜਾਊਗੀ ਉਹਨਾਂ ਦੀ ਪੈਨਸ਼ਨ ਉਸ ਦੇ ਨਾਲ ਨਾਲ ਵਧੀ ਜਾਊਗੀ। ਉਹ ਇਹ ਗੋਲ ਹੈਗੇ ਆ। ਈਜ਼ੀ ਨਹੀਂ ਹੈਗੇ ਗੋਲ, ਪਰ ਸਾਡੀ ਕੋਸ਼ਿਸ਼ ਪੂਰੀ ਹੈਗੀ ਆ ਕਿ ਪੈਨਸ਼ਨਰਾਂ ਨੂੰ ਵੀ ਉਸੇ ਹੀ ਡਿਗਨੀਫਾਈਡ ਤਰੀਕੇ ਦੇ ਨਾਲ ਉਹਨਾਂ ਦੀ ਸੀਨੀਅਰ ਲਾਈਫ ਦੇ ਵਿੱਚ ਉਹਨਾਂ ਨੂੰ ਪੈਨਸ਼ਨ ਮਿਲੇ। ਜੀ ਰਣਦੀਪ ਜੀ, ਆਖਿਰ ਦੇ ਵਿੱਚ ਮੈਂ ਇੱਕ ਸਵਾਲ ਜਾਣਨਾ ਚਾਹਾਂਗੀ ਜਿਹਦੀ ਗੱਲ ਮੈਂ ਬਹੁਤ ਪਹਿਲਾਂ ਕਰਨਾ ਚਾਹੁੰਦੀ ਸੀਗੀ। ਤੇ ਅਜਿਹੇ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਇਲੈਕਸ਼ਨਸ ਜਿਵੇਂ ਹੁਣ ਹੋ ਰਹੇ ਨੇ, ਚੋਣ ਕੈਂਪੇਨ ਜਿਹੜੀ ਆ ਉਹ ਚੱਲ ਹੀ ਰਹੀ ਹੈ ਤੇ ਕਈ ਥਾਵਾਂ ਤੋਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ ਵੀ ਜਿਹੜੇ ਚੋਣ ਸਾਈਨ ਜਿਹੜੇ ਲੱਗੇ ਹੋਏ ਨੇ ਉਹਨਾਂ ਦੇ ਉੱਤੇ ਕੁਝ ਲੋਕ ਗਲਤ ਤਰੀਕੇ ਨਾਲ ਟਿੱਪਣੀ ਕਰ ਰਹੇ ਨੇ। ਸੋ ਤੁਹਾਡੇ ਵੀ ਆਈ ਥਿੰਕ ਸਾਈਨ ਲੱਗਿਆ ਹੋਇਆ ਸੀਗਾ ਤੇ ਉਹਦੇ ਵਿੱਚ ਵੀ ਇਸ ਤਰੀਕੇ ਦੀ ਟਿੱਪਣੀ ਹੈ ਜਿਹੜੀ ਕੀਤੀ ਗਈ। ਇੱਦਾਂ ਦੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਕਿ ਕਿਹੜੀ ਕਿਸਮ ਦੇ ਲੋਕ ਹੁੰਦੇ ਨੇ ਜਿਹੜੇ ਇੱਦਾਂ ਕਰਦੇ ਨੇ ਸਾਈਨ ਬੋਰਡ ਤੇ?
ਕਿਵੇਂ ਦਾ ਗੁੱਸਾ ਆਪਣਾ ਉਹ ਕੱਢਦੇ ਨੇ? ਦੇਖੋ ਨਾਰਮਲੀ ਇਲੈਕਸ਼ਨਾਂ ਦੇ ਵਿੱਚ ਹੁੰਦੇ ਰਹਿੰਦੇ, ਥੋੜਾ ਬੜਾ ਤਾਂ ਆਮ ਤੌਰ ਤੇ ਹੁੰਦਾ, ਗ੍ਰਫੀਟੀ ਕਰ ਦਿੰਦੇ ਆ ਜਾਂ ਕੋਈ ਇੱਕ ਪਾਲਿਸੀ ਨਹੀਂ ਤੁਹਾਡੀ ਲਾਈਕ ਕਰਦੇ ਉਹਦਾ ਬਿਆਨ ਦੇ ਦਿੰਦੇ ਆ, ਜਾਂ ਜੇ ਫੋਟੋ ਲਾਈ ਆ ਤਾਂ ਅੱਖਾਂ ਕਾਲੀਆਂ ਕਰਦੇ, ਮੁੱਛਾਂ ਲਾ ਦਿੰਦੇ, ਇਸ ਤਰ੍ਹਾਂ ਦੇ ਸ਼ਰਾਰਤਾਂ ਕਰ ਦਿੰਦੇ, ਕੋਈ ਕੱਟ ਦਿੰਦੇ ਸਾਈਨ, ਇਹ ਵੈਂਡਲਿਜ਼ਮ ਹੁੰਦਾ ਆ। ਪਰ ਐਤਕੀ ਅਸੀਂ ਦੇਖਿਆ ਕਿ ਨੈਸ਼ਨਲੀ ਜੇ ਦੇਖਿਆ ਜਾਵੇ ਨਸਲਵਾਦੀ ਦਾ ਜਿਹੜਾ ਸਾਹਮਣਾ ਜ਼ਿਆਦਾ ਕਰਨਾ ਪਿਆ, ਉਹ ਸਾਈਨ ਮੇਰੇ ਵੀ ਸਾਈਨ ਐਤਕੀ ਸਵਾਸਟਿਕਾ ਜਿਹੜਾ ਰੇਸਿਜ਼ਮ ਨਾਲ ਇਹਨੂੰ ਜੋੜ ਕੇ ਦੇਖਿਆ ਜਾ ਸਕਦਾ, ਨਾਲ ਜੋੜੇ ਗਏ। ਮੌਂਟਰੀਅਲ 'ਚ ਵੀ ਸਵਾਸਟਿਕਾ ਕਾਫੀ ਲਾਏ ਗਏ, ਐਂਟੀ ਜੂਇਸ਼ ਐਂਟੀ ਇਸਲਾਮਿਕ ਸਾਈਨ ਬੋਰਡ ਤੇ ਉੱਤੇ ਮਾਰਕਸ ਤੇ ਵਰਡਿੰਗ ਵਰਤੀ ਗਏ, ਐਂਟੀ ਏਸ਼ੀਅਨ ਵੀ। ਸੋ ਇਹ 3 ਕਮਿਊਨਿਟੀਆਂ ਦੇ ਖਾਸ ਕਰਕੇ ਅਟੈਕ ਕੀਤਾ ਜਾ ਰਿਹਾ, ਜੂਆਂ ਤੇ ਮੁਸਲਿਮਸ ਤੇ ਏਸ਼ੀਅਨਸ ਦੇ ਉੱਤੇ। ਸੋ ਨਸਲਵਾਦੀ ਜਿਹੜੀ ਆ ਖੋਲਿਆ ਉਹ ਜਰਾ ਆਈ ਥਿੰਕ ਜ਼ਿਆਦਾ ਹੋ ਰਹੀ ਆ, ਇਹਨੂੰ ਤਾਂ ਠੱਪ ਕਰਨਾ ਚਾਹੀਦਾ ਕਿਉਂਕਿ ਬਹੁਤ ਡੇਂਜਰਸ ਆ। ਤੇ ਜਦੋਂ ਬਰੂ ਹੋਣ ਲੱਗ ਪੈਂਦੀ ਆ, ਉੱਭਣ ਲੱਗ ਪੈਂਦੀ ਆ, ਇਹਨੂੰ ਕੰਟਰੋਲ ਪਹਿਲਾਂ ਹੀ ਕਰਨਾ ਚਾਹੀਦਾ। ਆਈ ਥਿੰਕ ਇਹਦੇ ਜਾਗਰਤ ਤੇ ਟਫ ਲਾਜ਼ ਦੋਨੇ ਐਟ ਦ ਸੇਮ ਟਾਈਮ ਕਰਨੇ ਚਾਹੀਦੇ ਆ। ਮਾਂ ਪਿਆਂ ਨੂੰ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਕਿ ਨਫ਼ਰਤ ਨਾ ਕਰੋ, ਉਸ ਦੇ ਨਾਲ ਨਾਲ ਜਿਹੜਾ ਕਰਦਾ ਉਹ ਤੇ ਸਖਤੀ ਹੋਣੀ ਚਾਹੀਦੀ। ਬਿਲਕੁਲ, ਵਾਕਈ ਇਦਾਂ ਦੇ ਕੋਈ ਕਾਨੂੰਨ ਬਣਨਾ ਚਾਹੀਦਾ ਨਾ ਤੇ ਸਖਤੀ ਹੋਵੇ। ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਕੁਐਸਚਨ ਪੁੱਛਣਾ ਇਹਨੂੰ ਸਰਾਜ ਸਾਹਿਬ ਨੂੰ। ਜੀ ਜੀ ਜੀ। ਕਿ ਜਿਨ੍ਹਾਂ ਨੂੰ ਜਿੱਦਾਂ ਅਸੀਂ 40-45 ਸਾਲ ਕੰਮ ਇੱਥੇ ਕੀਤਾ, ਤੇ ਜਿਨ੍ਹਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੂੰ ਤਾਂ 2000 ਜਦੋਂ 1700-1800 ਪੈਨਸ਼ਨ ਆਉਂਦੀ ਆ, ਤੇ ਸਾਨੀ ਉਹੀ 1250 ਆਉਂਦੀ ਆ। ਜੀ ਠੀਕ ਹੈ ਜੀ, ਬਿਲਕੁਲ ਜੀ, ਤੁਹਾਡਾ ਸਵਾਲ ਮਿਲ ਗਿਆ ਜੀ, ਆਪਾਂ ਇਸ ਤੇ ਗੱਲ ਕਰਦੇ ਹਾਂ। ਥੈਂਕ ਯੂ ਜੀ। ਓਕੇ ਜੀ ਰਣਦੀਪ ਜੀ। ਹਾਂਜੀ, ਸੋ ਮੈਂ ਆਖਰੀ ਜੇ ਕਰ ਦੇਣਾ ਮੈਨੂੰ ਬਿਲਕੁਲ, ਮੈਨੂੰ ਦੇਖੋ ਮੈਂ ਇੱਕ ਹੋਰ ਕਾਲਰ ਦੀ ਕਾਲ ਅਟੈਂਡ ਕਰ ਲਾਂ, ਮੈਂ ਨਾਲ ਹੀ ਸਵਾਲ ਲੈ ਲਾਂ, ਮੈਨੂੰ ਸ਼ੋਅ ਵਾਈਂਡ ਅਪ ਅੱਜ ਨਹੀਂ ਕਰਨ ਦਿੱਤਾ ਜਾ ਰਿਹਾ। ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਬੇਟਾ, ਮੈਂ ਦੁਬਾਰਾ ਆ ਗਿਆ। ਅੱਛਾ ਜੀ ਸਰ। ਸਾਡਾ ਕੁਐਸਚਨ ਬੇਟਾ ਇਹ ਨਹੀਂ ਸੀਗਾ, ਸਾਡਾ ਸੀਗਾ ਅਸੀਂ ਵੱਖਰੇ ਰਹਿੰਦੇ, ਸਾਨੂੰ 20 ਸਾਲ ਹੋ ਗਏ ਨੇ ਰਹਿੰਦਿਆਂ ਨੂੰ। ਅੱਛਾ ਜੀ। ਤੇ ਉਹਨੇ ਜਿੱਦਾਂ ਕਿਰਾਏ ਵਧੇ ਨਾ ਉਦਾਂ ਉਸ ਹਿਸਾਬ ਨਾਲ ਗੁਜ਼ਾਰਾ ਹੀ ਨਹੀਂ ਹੁੰਦਾ, ਪੈਨਸ਼ਨ ਉਹੋ ਹੀ ਹੈ $1100 ਕੁਛ ਡਾਲਰ। ਤੇ ਉਹਦੇ ਲਈ ਪ੍ਰੋਬਲਮ, ਜਿਸ ਕਰਕੇ ਮੈਂ ਪੁੱਛਿਆ ਸੀਗਾ ਕਿ ਜਿਹੜੇ ਆਪਣੀ ਫੈਮਿਲੀ 'ਚ ਰਹਿੰਦੇ ਨੇ ਉਹਨਾਂ ਨੂੰ ਵੀ ਇੰਨੇ ਮਿਲਦੇ ਨੇ, ਜਿਹੜੇ ਵੱਖਰੇ ਹੈਗੇ ਨੇ ਉਹਨਾਂ ਨੂੰ ਵੀ ਇੰਨੇ ਮਿਲਦੇ ਨੇ। ਇਹ ਸਾਡੀ ਪ੍ਰੋਬਲਮ ਸੀ, ਮੈਂ ਇਹਦੇ ਕਰਕੇ ਪੁੱਛਿਆ ਸੀ ਵੀ ਉਹਨਾਂ ਤੇ ਸਾਡੇ ਫਰਕ ਹੈਗਾ। ਥੈਂਕ ਯੂ ਜੀ। ਠੀਕ ਹੈ ਜੀ, ਠੀਕ ਹੈ ਸਰ। ਇਹ ਆਈ ਥਿੰਕ ਦੋਨੋਂ ਜਿਹੜੇ ਕਾਲਾਂ ਸੇਮ ਨੇ, ਬਿਲਕੁਲ ਸੇਮ ਸਵਾਲ ਹੈ। ਜਿਹੜਾ ਰਹਿੰਦਾ, ਕਿਉਂਕਿ ਗਵਰਨਮੈਂਟ ਇਹ ਚੀਜ਼ ਨਹੀਂ ਦੇਖਦੀ ਕਿ ਤੁਸੀਂ ਪੇਰੈਂਟਸ ਨਾਲ ਬੱਚਿਆਂ ਨਾਲ ਰਹਿ ਰਹੇ ਜਾਂ ਨਹੀਂ, ਉਹ ਜੋ ਪੈਨਸ਼ਨ ਤੁਸੀਂ ਕੰਟਰੀਬਿਊਟ ਕੀਤੀ ਆ ਉਹਦੇ ਮੁਤਾਬਕ ਤੁਹਾਨੂੰ ਮਿਲਦੀ ਆ, ਓਲਡ ਏਜ ਸਿਕਿਉਰਿਟੀ ਮਿਲਦੀ ਆ, CPP ਮਿਲਦੀ ਆ, ਤੇ ਜਿਹੜੇ ਲੋ ਇਨਕਮ ਤੇ ਉਹਨਾਂ ਨੂੰ GIS ਮਿਲਦੀ ਆ। ਸੋ ਉਹ ਜਿਹੜੇ ਵਿਅਕਤੀ ਕਹਿੰਦੇ ਆ, ਅੰਡਰਸਟੈਂਡ ਕਰਨ ਦੀ ਲੋੜ ਹੈ ਕਿ ਕੈਨੇਡਾ ਦੇ ਵਿੱਚ ਜਦੋਂ ਆਪਾਂ ਕੰਮ ਕੀਤਾ, ਮਿਹਨਤ ਕੀਤਾ, ਉਹਦੇ ਵਿੱਚ ਕੁਛ ਹੁੰਦੀ ਪੈਨਸ਼ਨ ਜਿਹੜੀ ਤੁਸੀਂ ਆਪ ਕੰਟਰੀਬਿਊਟ ਕੀਤੀ, ਚਾਹੇ ਉਹ CPP ਆ ਤੇ ਚਾਹੇ ਉਹ ਤੁਹਾਡੀ ਜਿੱਥੇ ਕੰਮ ਕੀਤਾ, ਜੇ ਮਿਲ 'ਚ ਕੰਮ ਕੀਤਾ ਜਾਂ ਜਿੱਥੇ ਵੀ ਕੀਤਾ ਤੁਸੀਂ ਕੰਟਰੀਬਿਊਟ ਕਰਕੇ, ਉਹ 'ਚ ਤੁਹਾਡਾ ਐਮਪਲੋਇਰ ਨੇ ਪਾਇਆ, ਤੁਸੀਂ ਪਾਇਆ ਹੋਇਆ। ਸੋ ਉਹ ਤੁਹਾਡੀ ਪੈਨਸ਼ਨ ਸਰਕਾਰ ਅਤੇ ਤੁਹਾਡੀ ਕੰਪਨੀ ਵੱਲੋਂ ਮਿਲਦੀ ਆ। ਜਿਹੜੀ ਦੂਸਰੀ ਆ ਅਸੀਂ ਉਹ ਇਸ ਤਰ੍ਹਾਂ ਨਹੀਂ ਦੇਖਣੀ ਚਾਹੀਦੀ ਕਿ ਮੈਂ ਕੰਮ ਕੀਤਾ ਤਾਂ ਮੈਨੂੰ ਥੋੜੀ ਮਿਲਦੀ ਤੇ ਦੂਸਰਾ ਵਿਅਕਤੀ ਨੇ ਕੰਮ ਨਹੀਂ ਕੀਤਾ ਜਾਂ ਥੋੜਾ ਕੀਤਾ ਉਹਨੂੰ ਵੱਧ। ਉਹ ਦੇਖੋ, ਅਸੀਂ ਇਹ ਨਹੀਂ ਚਾਹੁੰਦੇ ਕਿ ਉਹਨਾਂ ਨੂੰ ਅਸੀਂ ਘੱਟ ਦੇ ਦਈਏ, ਉਹ ਸੜਕਾਂ ਤੇ ਰਹਿਣਗੇ ਜਾਂ ਉਹਨਾਂ ਕੋਲ ਬੇਘਰੇ ਹੋ ਜਾਣਗੇ। ਇਹ ਸਾਡੇ ਸੋਸ਼ਲ ਸਪੋਰਟਸ ਹੈਗੇ ਕੈਨੇਡਾ 'ਚ, ਤਦੇ ਸਾਡਾ ਕੈਨੇਡਾ ਕੰਟਰੀ ਬਹੁਤ ਬਿਊਟੀਫੁਲ ਆ ਕਿ ਅਸੀਂ ਜਿਹੜਾ ਗਰੀਬ ਆ ਜਾਂ ਜਿਹਦੇ ਕੋਲ ਨਹੀਂ ਹੈਗੇ ਸਾਧਨ, ਉਹਨੂੰ ਵੀ ਬੂਸਟ ਕਰਦੇ ਆ, ਉਹਨੂੰ ਸਪੋਰਟ ਕਰਦੇ ਆ ਤਾਂ ਕਿ ਉਹ ਬੇਘਰੇ ਨਾ ਹੋਣਗੇ। ਇਸ ਕਰਕੇ ਉਹਨਾਂ ਨੂੰ ਗੈਰੰਟੀਡ ਇਨਕਮ ਸਪਲੀਮੈਂਟ ਜਾਂ ਹੋਰ ਸਾਧਨ ਮਿਲਦੇ ਉਹਨਾਂ ਨੂੰ ਸਪੋਰਟ ਕਰਨ ਵਾਸਤੇ। ਜੀ ਸੋ ਰਣਦੀਪ ਜੀ, ਥੈਂਕ ਯੂ ਸੋ ਮਚ ਜੀ, ਤੁਸੀਂ ਸਮਾਂ ਕੱਢ ਕੇ ਇੱਥੇ ਪਹੁੰਚੇ। ਸੋ ਉਮੀਦ ਕਰਦੇ ਹਾਂ ਵੀ ਚੋਣ ਕੈਂਪੇਨ ਦੇ ਵਿੱਚ ਹੋਰ ਵੀ ਤੁਹਾਡੀਆਂ ਖਬਰਾਂ ਸੀ, ਰਿਪੋਰਟਾਂ ਆ ਕੇ ਲੈਂਦੇ ਰਵਾਂਗੇ। ਸੋ ਅੱਗੇ ਇਲੈਕਸ਼ਨਸ ਦੇ ਵਿੱਚ ਸਪੈਸ਼ਲੀ ਇਹ ਵੀ ਜਿੰਨੇ ਵਾਅਦੇ ਕੀਤੇ ਨੇ ਸਰਕਾਰ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਨੂੰ ਨੇਪਰੇ ਚੜਾਏ, ਜੇ ਲੋਕ ਸਰਕਾਰ ਨੂੰ ਜਿਹੜਾ ਖਾਸ ਕਰਕੇ ਲਿਬਰਲ ਨੂੰ ਜੇ ਲੋਕ ਫਤਵਾ ਦਿੰਦੇ ਨੇ ਤਾਂ। ਫਿਲਹਾਲ ਲਈ ਬਹੁਤ ਬਹੁਤ ਸ਼ੁਕਰੀਆ ਸ਼ੋਅ ਦੇ ਵਿੱਚ ਜੁੜਨ ਦੇ ਲਈ। ਥੈਂਕ ਯੂ ਜੀ, ਥੈਂਕ ਯੂ। ਸੋ MP ਰਣਦੀਪ ਸਰਾਏ ਜੀ ਸਾਡੇ ਨਾਲ ਜੁੜੇ ਹੋਏ ਸੀ। ਬਹੁਤ ਸਾਰੇ ਕਾਲਰਸ ਜਿਹੜੇ ਨੇ ਉਹ ਕਾਲਸ ਕਰ ਵੀ ਚੁੱਕੇ ਨੇ, ਕਈ ਕਾਲਰ ਹੁਣ ਵੀ ਮੈਨੂੰ ਕਾਲ ਕਰ ਰਹੇ ਨੇ, ਪਰ ਮਾਫ ਕਰਨਾ ਅੱਗੇ ਸਮਾਂ ਇਜਾਜ਼ਤ ਨਹੀਂ ਦਿੰਦਾ, ਪਰ ਤੁਸੀਂ ਕੱਲ ਸ਼ੋਅ ਦੇ ਵਿੱਚ ਫਿਰ ਕਾਲ ਕਰ ਸਕਦੇ ਹੋ ਕਿਉਂਕਿ MP ਸੁਖ ਧਾਲੀਵਾਲ ਜੀ ਨੇ ਉਹ ਸਾਡੇ ਨਾਲ ਸ਼ੋਅ ਦੇ ਵਿੱਚ ਜੁੜਨਗੇ। ਸੋ ਬਹੁਤ ਸਾਰੀਆਂ ਜਿਹੜੀਆਂ ਤੁਸੀਂ ਉਹਨਾਂ ਦੇ ਨਾਲ ਗੱਲਾਂ ਕਰ ਸਕਦੇ ਹੋ ਸ਼ੋਅ ਦੇ ਵਿੱਚ, ਔਰ ਲਾਈਵ ਕਾਲ ਤੁਸੀਂ ਕਰ ਸਕਦੇ ਹੋ। ਜਿਹੜੇ ਹੋਰ ਤੁਹਾਡੇ ਸਵਾਲ ਰਹਿ ਗਏ ਨੇ ਜਿਨ੍ਹਾਂ ਦੀ ਕਾਲ ਮੈਂ ਅਟੈਂਡ ਨਹੀਂ ਕਰ ਪਾਈ, ਉਹਨਾਂ ਦੇ ਕਾਲਸ ਅਸੀਂ ਕੱਲ ਅਟੈਂਡ ਕਰਾਂਗੇ ਔਰ ਤੁਹਾਡੇ ਸਵਾਲ ਜ਼ਰੂਰ ਲਵਾਂਗੇ। ਇਜਾਜ਼ਤ ਦਿਓ ਜੀ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।